ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਅਤੇ ਇਸ ਦਿਨ ਆਪਣੇ ਨਾਲ ਜਤਿੰਦਰ ਪੰਨੂ ਜੀ ਹੁੰਦੇ ਆ। ਪਰ ਪਿਛਲੇ ਹਫਤੇ ਵੀ ਉਹ ਨਹੀਂ ਆ ਸਕੇ, ਇਸ ਹਫਤੇ ਵੀ ਉਹ ਨਹੀਂ ਆ ਸਕੇ ਇਸ ਪ੍ਰੋਗਰਾਮ ਦੇ ਵਿੱਚ। ਉਹਦੇ ਪਿੱਛੇ ਕਾਰਨ ਥੋੜ੍ਹੀ ਜਿਹੀ ਸਿਹਤ ਵੀ ਠੀਕ ਹੈ ਉਹਨਾਂ ਦੀ, ਬਸ ਕਹਿ ਲਓ ਕਿ ਵੀ ਥੋੜ੍ਹਾ ਜਿਹਾ ਗਲਾ ਜਿਹਾ ਖਰਾਬ ਕਰਕੇ ਇਸ ਕਰਕੇ ਆਪ ਹੀ ਉਹਨਾਂ ਨੂੰ ਬੇਨਤੀ ਕੀਤੀ ਕਿ ਇੱਕ ਦਿਨ ਤੁਸੀਂ ਰੈਸਟ ਕਰ ਲਓ, ਕਿਉਂਕਿ ਇੰਨਾ ਲੰਮਾ ਬੋਲਦਿਆਂ ਫਿਰ ਵੀ ਲਾਈਵ ਪ੍ਰੋਗਰਾਮ ਦੇ ਵਿੱਚ ਕਿਸੇ ਵੇਲੇ ਮੁਸ਼ਕਿਲ ਆ ਜਾਂਦੀ ਹੈ। ਸੋ ਨੈਕਸਟ ਡੇ ਤੋਂ ਆਪਣੇ ਹਿਸਾਬ ਨਾਲ ਆਪਣੇ ਪ੍ਰੋਗਰਾਮਾਂ ਦੇ ਵਿੱਚ ਨਜ਼ਰ ਆਉਣਗੇ। ਪ੍ਰਾਈਮ ਡਿਸਕਸ਼ਨ ਦੇ ਵਿੱਚ ਤਾਂ ਤੁਸੀਂ ਇਹਨਾਂ ਨੂੰ ਦੇਖਦੇ ਹੀ ਹੋ। ਅਤੇ ਅੱਜ ਫਿਰ ਮੈਂ ਮੇਰਾ ਵੀਰ ਪਰਮਵੀਰ ਬਾਠ, ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਮੈਂ ਸੋਚ ਰਿਹਾ ਸੀ ਸੰਧਾਲੀਆ ਸਾਹਿਬ ਕਿ ਜਦੋਂ ਕਈ ਵਾਰੀ ਹੁੰਦਾ ਨਾ ਕਿ ਘਰ ਦੇ ਵਿੱਚ ਗੰਨਿਆਂ ਦੀ ਟਰਾਲੀ ਲੱਦੀ ਆ, ਧੁੰਦ ਪਈ ਆ, ਰਸਤਾ ਵੀ ਕਈ ਵਾਰੀ ਇੱਧਰ ਉੱਧਰ ਹੁੰਦਾ, ਅਤੇ ਜਿਹੜੇ ਪਰਿਵਾਰ ਦੇ ਵੱਡੇ ਬੰਦੇ ਨੇ ਲੈ ਕੇ ਜਾਣੀ ਹੁੰਦੀ ਆ ਟਰਾਲੀ, ਇਹ ਵੀ ਕਿਹਾ ਹੁੰਦਾ ਕਿ ਤੜਕੇ 3 ਵਜੇ ਤੁਰਾਂਗੇ, ਲੋਈ ਵੀ ਰੱਖ ਲਈ ਹੁੰਦੀ ਆ, ਹੋਰ ਮਾੜਾ ਮੋਟਾ ਨਿੱਕ ਸੁੱਕ ਵੀ ਲਿਫਾਫੇ 'ਚ ਪਾ ਕੇ ਕਿ ਭਾਈ ਟਰੈਕਟਰ ਮੈਂ ਚਲਾ ਕੇ ਲੈ ਜਾਣਾ। ਪਰ ਮਾੜੀ ਮੋਟੀ ਕੋਈ ਸਿਹਤ ਥੋੜ੍ਹੀ ਜਿਹੀ ਮਨਸਾਜ ਹੋ ਜਾਏ, ਉਹ ਫਿਰ ਸਾਡੇ ਵਰਗੇ ਨਿਆਣਿਆਂ ਨੂੰ ਤੋਰ ਦਿੰਦੇ ਹੁੰਦੇ ਆ ਕਿ ਹੌਲੀ ਜਾਣਾ ਹੀ, ਚਾਹੇ ਘੜੀ ਵੱਧ ਲੱਗ ਜਾਵੇ, ਬਿਲਕੁਲ ਰੇਸ ਨਹੀਂ ਦੇਣੀ, ਕਿਸੇ ਤੋਂ ਅੱਗੇ ਕੱਢਣ ਦੀ ਕੋਸ਼ਿਸ਼ ਕਰਨੀ। ਟੋਆ ਟਿੱਬਾ ਹੋਇਆ ਤਾਂ ਟਰਾਲੀ ਇੰਨੀ ਕੱਚੇ ਨਹੀਂ ਲਾਉਣੀ ਕਈ ਵਾਰੀ, ਕਿਉਂਕਿ ਭਾਰ ਹੁੰਦਾ ਤਾਂ ਥੱਲੇ ਨੂੰ ਬਹਿ ਜਾਂਦੀ ਹੁੰਦੀ ਹੈ, ਇਸ ਕਰਕੇ ਆਰਾਮ ਨਾਲ ਚਲਾਉਣੀ ਆ। ਅਤੇ ਬੰਦਾ ਇੱਕ ਨਾਲ ਭੇਜ ਦਿੰਦਾ, ਜਿੱਦਾਂ ਮੇਰੇ ਨਾਲ ਤੁਹਾਨੂੰ ਅਤੇ ਤੁਹਾਡੇ ਨਾਲ ਮੈਨੂੰ। ਆ ਵੀ ਤੁਸੀਂ ਟਾਈਮ ਨਾਲ ਪਹੁੰਚੋ, ਮੈਂ ਸਕੂਟਰ ਲੈ ਕੇ ਆਇਆ ਦਿਨ ਚੜ੍ਹੇ। ਪੰਨੂ ਸਾਹਿਬ ਨੇ ਇੱਦਾਂ ਸਾਨੂੰ ਟਰੈਕਟਰ ਟਰਾਲੀ ਦੇ ਦਿੱਤਾ ਜੀ। ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਵੀ ਇਹ ਜਿਹੜੀ ਲੱਦ ਆ ਇਹ ਗੰਨਿਆਂ ਦੀ ਏਡੀ ਭਾਰੀ ਇਹ ਇੱਧਰ ਉੱਧਰ ਨਾ ਜਾਵੇ। ਵੈਸੇ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਜੋ ਜਿੱਦਾਂ ਜਿਵੇਂ ਹੈ ਤੁਹਾਡੀ ਕਚਹਿਰੀ 'ਚ ਰੱਖ ਦਈਏ। ਫੈਸਲਾ ਕਰਨਾ, ਡਿਸੀਜਨ ਮੇਕਿੰਗ ਤੁਹਾਡੀ ਆਪਣੀ ਆ। ਅਸੀਂ ਕਿਸੇ ਨੂੰ ਕੋਈ ਇਹ ਨਹੀਂ ਕਹਿੰਦੇ ਵੀ ਆਹ ਫਲਾਨਾ ਬਹੁਤ ਵਧੀਆ ਕਰਦਾ, ਬਹੁਤ ਚੰਗਾ ਕਰਦਾ, ਜਾਂ ਆਹ ਬਹੁਤ ਮਾੜਾ ਕਰਦਾ। ਸਾਨੂੰ ਇਹ ਹੁੰਦਾ ਵੀ ਜਿਹੜਾ ਜੋ ਜਿਵੇਂ ਕਰਦਾ ਉਹ ਤੁਹਾਨੂੰ ਦੱਸ ਦਈਏ, ਉਸ ਤੋਂ ਬਾਅਦ ਫੈਸਲਾ ਤੁਸੀਂ ਕਰਨਾ, ਕਿਉਂਕਿ ਫੈਸਲਾ ਲੋਕਾਂ ਦੇ ਹੱਥ ਹੈ। ਵੈਸੇ ਅੱਜ ਕੱਲ੍ਹ ਤਾਂ ਪਹਿਲਾਂ ਨਹੀਂ ਕਹਿੰਦੇ ਹੁੰਦੇ, ਅੱਜ ਕੱਲ੍ਹ ਹਰੇਕ ਲੀਡਰ ਹੀ ਕਹਿੰਦਾ ਰੈਲੀ ਦੇ ਵਿੱਚ, ਇਹ ਲੋਕ ਹੀ ਨੇ ਜਿਹੜੇ ਤਾਂ ਚੜਾਉਂਦੇ ਨੇ, ਇਹ ਲੋਕ ਹੀ ਨੇ ਜਿਹੜੇ ਠਾਂ ਲਾਉਂਦੇ ਨੇ। ਮੈਂ ਸਮਝਿਆ ਨਹੀਂ ਗੱਲ ਵੀ ਉਦੋਂ ਜੋ ਪੰਪ ਜਿਹਾ ਦੇ ਕੇ ਮਤਲਬ ਨਿਕਲ ਜਾਂਦੇ, ਜਦੋਂ 5 ਸਾਲ ਲੋਕ ਜਿਹੜੇ ਉਹ ਚੇਤੇ ਨਹੀਂ ਆਉਂਦੇ ਮੁੜ ਕੇ। ਨਹੀਂ, ਉਹ ਲੀਡਰ ਵੈਸੇ ਠੀਕ ਕਹਿੰਦੇ ਆ। ਉਹ ਕਹਿੰਦੇ ਆ ਇਹ ਲੋਕ ਹੀ ਨੇ ਜਿਹੜੇ ਸਾਨੂੰ ਤਾਂ ਚੜਾਉਂਦੇ ਆ, ਇਹ ਲੋਕ ਹੀ ਆ ਜਿਹੜੇ ਸਾਨੂੰ ਠਾਹ ਲਾਉਂਦੇ ਆ। ਪਰ ਉਹ ਅਗਲੀ ਗੱਲ ਨਹੀਂ ਦੱਸਦੇ ਕਿ ਆਹ ਜਿਹੜਾ ਸੂਬਾ ਆ ਇਹਨੂੰ ਅਸੀਂ ਥੱਲੇ ਲਾਉਂਦੇ ਆ, ਅਸੀਂ ਹੋਰ ਥੱਲੇ ਲਾਉਂਦੇ ਆ, ਅਤੇ ਅਸੀਂ ਹੋਰ ਥੱਲੇ ਲਾਉਣਾ। ਕਿਉਂਕਿ ਜਿੰਨਾ ਉਹ ਖਰਚ ਕਰੀ ਜਾਂਦੇ ਆ, ਜਿੱਦਾਂ ਉਹ ਪ੍ਰਚਾਰ ਕਰੀ ਜਾਂਦੇ ਆ, ਜਿੱਦਾਂ ਉਹ ਰੈਲੀਆਂ ਕਰੀ ਜਾਂਦੇ ਆ, ਜਿੱਦਾਂ ਸਾਰਾ ਕੁਝ ਹੀ ਮੁਫਤ ਵੰਡਣ ਦਾ ਐਲਾਨ ਕਰੀ ਜਾਂਦੇ ਆ, ਅਤੇ ਪੰਜਾਬ ਦਾ ਕਰਜ਼ਾ ਲਾਉਣ ਬਾਰੇ ਦੱਸਦਾ ਹੀ ਕੋਈ ਨਹੀਂ। ਉਸ ਹਿਸਾਬ ਨਾਲ ਤਾਂ ਇਹ ਆ ਕਿ ਭਾਈ ਸਾਨੂੰ ਉੱਪਰ ਥੱਲੇ ਕਰਨ ਵਾਲੇ ਤੁਸੀਂ ਆ, ਪਰ ਸੂਬੇ ਨੂੰ ਉੱਪਰ ਲਿਜਾਣ ਦੀ ਗੱਲ ਨਹੀਂ ਕਿ ਸੂਬੇ ਨੂੰ ਹੋਰ ਥੱਲੇ ਅਤੇ ਹੋਰ ਥੱਲੇ ਲਿਜਾਣ ਵਾਲੇ ਅਸੀਂ ਆ। ਨਹੀਂ, ਮੈਂ ਉਹੀ ਸੋਚਦਾ ਵੀ ਹੁਣ ਤਾਂ ਕਿਸੇ ਪਾਸਿਓਂ ਵੀ ਗੱਲ ਨਹੀਂ ਰਹਿ ਗਈ ਨਾ। ਜਦੋਂ ਆਪਾਂ ਜੇ ਅੱਜ ਤੋਂ ਤੁਸੀਂ ਚਲੋ ਜ਼ਿਆਦਾ ਨਹੀਂ 10-15 ਸਾਲ ਪਿੱਛੇ ਜਾ ਵੜੀਏ, ਉਦੋਂ ਫਿਰ ਵੀ ਇੱਕ ਹੁੰਦੀ ਸੀ ਚਰਚਾ ਵੀ NRIs ਨਿਵੇਸ਼ ਕਰ ਰਹੇ ਨੇ, ਜਾਂ ਇੱਕ ਉਹ ਸੰਮੇਲਨ ਜਿਹਾ ਹੁੰਦਾ ਸੀ ਵੀ ਬਹੁਤ ਸਾਰੇ ਉਦਯੋਗਪਤੀ ਨਿਵੇਸ਼ ਕਰ ਰਹੇ ਨੇ। ਨਿਵੇਸ਼ ਦਾ ਮਤਲਬ ਇਹ ਹੋ ਗਿਆ ਵੀ ਕਿਸੇ ਨੂੰ ਲੱਗਦਾ ਵੀ ਇੱਥੇ ਇਨਵੈਸਟਮੈਂਟ ਕਰਨੀ ਆ, ਕੋਈ ਨਾ ਕੋਈ ਉਸ ਇਨਵੈਸਟਮੈਂਟ ਤੋਂ ਕਿਸੇ ਨੂੰ ਰੋਜ਼ਗਾਰ ਮਿਲੂਗਾ, ਕੋਈ ਟੈਕਸ ਆਊਗਾ ਸਟੇਟ ਨੂੰ, ਉਸ ਤੋਂ ਬਾਅਦ ਕੋਈ ਇਨਫਰਾਸਟਰਕਚਰ ਬਣੂਗਾ ਵੀ ਸਟੇਟ ਤਰੱਕੀ ਕਰੂਗਾ। ਹੁਣ ਇਹ ਵੀ ਸੁਣ 'ਚ ਆਉਂਦਾ, ਜਿੱਥੇ ਕਿਸੇ ਨੂੰ ਪੁੱਛ ਕੇ ਦੇਖ ਲਓ, ਅਗਲਾ ਕਹਿੰਦਾ NRI, ਉਹ ਕਹਿੰਦਾ ਨਾ ਵੀਰ ਮੈਂ ਠੀਕ ਹਾਂ, ਵੈਸੇ ਹੀ ਠੀਕ ਹਾਂ ਮੈਂ ਜੀ। ਹੁਣ ਇਹ ਵੀ ਚਰਚਾ ਜੋ ਕਿਉਂਕਿ ਤੀਸਰਾ ਬੰਦਾ ਮੇਰੇ ਖਿਆਲ ਨਾਲ ਮੇਨ ਮੰਤਰੀ ਦੇ ਤੌਰ 'ਤੇ ਆਮ ਆਦਮੀ ਪਾਰਟੀ ਦਾ ਸਤਿੰਦਰ ਜੈਨ ਉਹਨਾਂ ਦਾ ਨਾਮ ਜੀ, ਉਹ ਵੀ ਕਹਿੰਦੇ ਵੀ ਮੈਂ ਸਨਅਤਕਾਰਾਂ ਨਾਲ ਗੱਲ ਕੀਤੀ, ਉਹ ਕਹਿੰਦੇ ਨਿਵੇਸ਼ ਅਸੀਂ ਕਰਦੇ ਹਾਂ ਪਰ ਪੰਜਾਬ 'ਚ ਨਹੀਂ ਕਰਦੇ, ਬਾਹਰ ਕਰਦੇ। ਮਤਲਬ ਇਹ ਹੋ ਗਿਆ ਵੀ ਜਿਹੜੇ ਜਿੱਥੋਂ ਵੀ ਕਿਤੇ ਸਰਕਾਰ ਨੇ ਤਾਂ ਕਰਨੇ ਕੀ ਆ, ਲੀਡਰ ਸਾਹਿਬਾਨ ਵਾਹੇ ਕਰਕੇ ਰਾਜ਼ੀ ਨਹੀਂ। ਉਹ ਕਹਿੰਦੇ ਵੀ ਜਿਹੜੀ ਸਰਕਾਰ ਦੀ ਚੀਜ਼ ਉਹ ਵੀ ਆਪਾਂ ਆਪਣੇ ਨਾਲ ਕਰ ਲਈਏ, ਤਾਂ ਜਿਹੜਾ ਟੈਕਸ ਹੈ ਉਹ ਵੀ ਕਿਸੇ ਨੂੰ ਦੇਣਾ ਨਾ ਪਵੇ। ਅਤੇ ਰਹੀ ਗੱਲ ਇਨਵੈਸਟਮੈਂਟ ਦੀ, ਉਹ ਜਿਹੜਾ ਉਦਯੋਗਪਤੀ ਉਹ ਵੀ ਬਾਹਰ ਕਰ ਰਿਹਾ, NRI ਜਿਹੜਾ ਉਹ ਵੈਸੇ ਪੰਜਾਬ 'ਚ ਨਹੀਂ ਕਰਕੇ ਰਾਜ਼ੀ, ਅਤੇ ਫਿਰ ਪੰਜਾਬ ਨੇ ਤਾਂ ਕਿੱਦਾਂ ਹੋਣਾ। ਸੰਧਾਲੀਆ ਸਾਹਿਬ, ਕਈ ਸ਼ਬਦ ਆਪਾਂ ਆਮ ਹੀ ਵਰਤਦੇ ਹੁੰਦੇ ਹਾਂ, ਝੂਠ, ਕੁਫਰ, ਭਰਮ ਭੁਲੇਖਾ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਹ 3-4 ਸ਼ਬਦ ਜਿਹੜੇ ਆ ਇਹ ਵਰਤੇ ਭਾਵੇਂ ਸਾਡੇ ਲੀਡਰਾਂ ਨੇ ਘੱਟ ਹੋਣ, ਪਰ ਪੰਜਾਬ ਦੇ ਲੋਕਾਂ 'ਤੇ ਵਰਤੇ ਜ਼ਰੂਰ ਆ। ਮੂੰਹੋਂ ਭਾਵੇਂ ਨਾ ਵਰਤੇ ਹੋਣ, ਪਰ ਪ੍ਰੈਕਟੀਕਲੀ ਵਰਤ ਕੇ ਦੇਖ ਲਿਆ। ਤੁਸੀਂ ਕਿਹਾ ਸੀ ਕਿ ਇਨਵੈਸਟਮੈਂਟ ਦੀਆਂ ਗੱਲਾਂ ਹੁੰਦੀਆਂ ਸੀ 15 ਕੁ ਸਾਲ ਪਹਿਲਾਂ। ਮੈਂ ਸੋਚ ਰਿਹਾ ਸੀ ਕਿ 2002 ਤੋਂ ਲੈ ਕੇ ਕੈਪਟਨ ਸਾਹਿਬ ਦਾ ਇੱਕ ਕਾਰਜਕਾਲ, ਬਾਦਲ ਸਾਹਿਬ ਦੇ 2, ਅਤੇ ਉਹਦੇ ਤੋਂ ਬਾਅਦ ਕੈਪਟਨ ਸਾਹਿਬ ਦਾ ਪੌਣਾ ਕਾਰਜਕਾਲ ਹੋਰ, ਉਹਦੇ ਵਿੱਚ ਜਿੰਨੀ ਵਾਰੀ ਇਨਵੈਸਟਮੈਂਟ ਦੇ ਦਾਅਵੇ ਕੀਤੇ ਗਏ ਕਿ ਅਸੀਂ ਆਹ ਸੰਮੇਲਨ ਕਰ ਦਿੱਤਾ, ਜਾਂ ਆਹ NRI ਸੰਗਤ ਦਰਸ਼ਨ ਕਰ ਲਿਆ, ਜਾਂ ਬਾਹਰਲੇ ਸੂਬਿਆਂ ਤੋਂ ਇੰਨੇ ਇਨਵੈਸਟਮੈਂਟ ਕਰਨ ਵਾਲੇ ਆਉਣਗੇ, ਇੱਕ ਸ਼ਬਦ ਅਸੀਂ ਪਿੰਡਾਂ ਵਾਲੇ ਨਵਾਂ ਹੀ ਸੁਣਿਆ ਸੀ, MOU, ਕਿ ਸਾਡੇ ਵਿਚਾਲੇ ਸਾਂਝ ਬਣ ਗਈ ਹੈ, ਸਹਿਮਤੀ ਬਣ ਗਈ ਹੈ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਉਹ ਸਾਈਨ ਹੋ ਗਿਆ, ਅਤੇ ਕੰਪਨੀ ਵਾਲੇ ਕਹਿੰਦੇ ਅਸੀਂ ਇੰਨੇ 1000 ਕਰੋੜ ਰੁਪਈਆ ਤੁਹਾਡੇ ਸੂਬੇ 'ਚ ਲਾਵਾਂਗੇ। ਉਸੇ ਵੇਲੇ ਪਕੌੜੇ ਖਾ ਲੈਣੇ, ਚਟਨੀ ਵਾਲੀ ਲਿਬੜੀ ਪਲੇਟ ਜਿਹੜੀ ਹੈ
ਉਹ ਉੱਥੇ ਰੱਖ ਦੇਣੀ ਆ, ਬੰਦਿਆਂ ਨੇ ਧੋ ਕੇ ਆਪਣੇ ਪੈਸੇ ਲੈ ਕੇ ਚਲੇ ਜਾਣਾ। ਮੈਂ ਸਾਰੀ ਕੈਲਕੂਲੇਸ਼ਨ ਕਰਦਾ ਸੀ ਕਿ ਜੇ ਉਸ ਹਿਸਾਬ ਦੇ ਨਾਲ ਦੇਖੀਏ, ਜਿੰਨੇ ਐਲਾਨ ਹੋਏ ਆ ਹਰ ਇੱਕ ਸੱਤਾਧਾਰੀ ਧਿਰ ਵੱਲੋਂ ਕਿ ਪੰਜਾਬ ਦੇ ਵਿੱਚ ਇੰਨੇ ਉਦਯੋਗ ਲੱਗਣਗੇ, ਉਸ ਹਿਸਾਬ ਦੇ ਨਾਲ ਹਰ ਪੰਜਾਬ ਦੇ 2 ਪਿੰਡਾਂ ਪਿੱਛੇ ਇੱਕ ਫੈਕਟਰੀ ਚਾਹੀਦੀ ਸੀ। ਤੇ ਜੇ ਹਰ 2 ਪਿੰਡਾਂ ਪਿੱਛੇ ਇੱਕ ਫੈਕਟਰੀ, ਮੈਂ ਕਹਿੰਦਾ 10 ਪਿੱਛੇ ਇੱਕ ਲੱਗੀ ਹੁੰਦੀ, ਤਾਂ ਪੰਜਾਬ ਦੇ ਬੱਚਿਆਂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਕੰਮਕਾਰ ਕਰਨ ਲਈ ਜਾਣ ਦੀ ਲੋੜ ਨਹੀਂ ਸੀ ਪੈਣੀ। ਉਹਦੀ ਮੈਂ ਇੱਕ ਉਦਾਹਰਣ ਦੇ ਦਿੰਦਾ। ਪਿੱਛੇ ਕੈਪਟਨ ਸਾਹਿਬ ਭਾਵੇਂ ਮੁੱਖ ਮੰਤਰੀ ਸੀ, ਭਾਵੇਂ ਚੰਨੀ ਸਾਹਿਬ ਹਨ, ਉਹਨਾਂ ਨੇ ਰੁਜ਼ਗਾਰ ਮੇਲੇ ਲਾਏ। ਉਹਨਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਜਿਹੜੀਆਂ ਕੰਪਨੀਆਂ, ਜਿਹੜੀਆਂ ਫੈਕਟਰੀਆਂ ਉੱਥੇ ਭਰਤੀ ਕਰਨ ਦੇ ਲਈ ਆਉਂਦੀਆਂ ਜਾਂ ਲਿਆਈਆਂ ਜਾਂਦੀਆਂ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਬਾਹਰਲੇ ਸੂਬਿਆਂ ਦੀਆਂ। ਯਾਨੀ ਜੇ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਵਧੀਆ ਕੀਤਾ, ਅੱਜ ਮੇਰੇ ਖਿਆਲ 94% ਡਿਵੈਲਪਮੈਂਟ ਕਰਨ ਦਾ ਦਾਅਵਾ OP ਸੋਨੀ ਸਾਹਿਬ ਨੇ ਕਰ ਦਿੱਤਾ, ਉਪ ਮੁੱਖ ਮੰਤਰੀ ਨੇ। ਯਾਨੀ ਉਹ ਕਹਿੰਦੇ ਕੈਪਟਨ ਸਾਹਿਬ ਗਏ, ਉਹਦੇ ਤੋਂ ਬਾਅਦ ਅਸੀਂ 3-4% ਵਧਾ ਦਿੱਤੇ ਆ। ਵੀ ਜੇ ਸਾਰਾ ਕੁਝ ਠੀਕ ਹੋਇਆ, ਫਿਰ ਤਾਂ ਤੁਹਾਡੇ ਪੰਜਾਬ ਦੇ ਵਿੱਚ ਹੀ ਕੰਪਨੀਆਂ ਬਹੁਤ ਚਾਹੀਦੀਆਂ ਸੀ, ਇੰਡਸਟਰੀ ਬਹੁਤ ਚਾਹੀਦੀ ਸੀ। ਤੁਸੀਂ ਰੁਜ਼ਗਾਰ ਮੇਲਾ ਲਾਓ ਤਾਂ ਉੱਥੇ ਟੈਂਟਾਂ ਲਈ ਲੜਨੇ ਚਾਹੀਦੇ ਸੀ ਕਿ ਭਾਈ ਇੱਕ ਟੈਂਟ ਸਾਨੂੰ ਵੀ ਦਿਓ, ਅਸੀਂ ਵੀ ਬੰਦੇ ਭਰਤੀ ਕਰਨੇ, ਤੁਸੀਂ ਥਾਂ ਥੋੜਾ ਰੱਖਿਆ। ਪੰਜਾਬ ਦੀਆਂ ਉੱਥੇ ਕਿੰਨੀਆਂ ਕੁ ਕੰਪਨੀਆਂ ਸੀ ਜਿਹੜੀਆਂ ਆਉਂਦੀਆਂ ਸੀ। ਕਈ ਮੁੰਡੇ ਕੁੜੀਆਂ ਇਹ ਵੀ ਕਹਿੰਦੇ ਸੀ ਕਿ ਬਾਹਰਲੇ ਸੂਬੇ ਦੀ ਕੰਪਨੀ ਨੇ ਸਾਨੂੰ ਆਹ ਦੇਖੋ ਅਪਾਇੰਟਮੈਂਟ ਲੈਟਰ ਦੇ ਦਿੱਤੇ, ਇੰਨੇ ਪੈਸੇ ਟ੍ਰੇਨਿੰਗ ਦੇ ਮੰਗਦੇ ਆ, 10,000 ਰੁਪਈਆ 12,000 ਤਨਖਾਹ ਆ, ਅਸੀਂ ਘਰੋਂ ਵੀ ਬਾਹਰ ਜਾਣਾ, ਦੂਜੇ ਸੂਬੇ 'ਚ ਵੀ ਰਹਿਣਾ, ਥਾਂ ਵੀ ਸਾਨੂੰ ਆਪਣੀ ਰਹਿਣ ਨੂੰ ਲੱਭਣੀ, ਰੁਪਈਆ ਤਾਂ ਇੱਕ ਵੀ ਨਹੀਂ ਬਚਣਾ। ਯਾਨੀ ਜਿਹੜੀ ਇਨਵੈਸਟਮੈਂਟ ਦੀ ਤੁਸੀਂ ਗੱਲ ਕੀਤੀ ਹੈ, ਜੇ ਉਹਨਾਂ ਦਾਅਵਿਆਂ ਦੇ ਉੱਤੇ ਹੀ ਸਾਡੇ ਲੀਡਰ ਖਰੇ ਉਤਰੇ ਆਉਂਦੇ, ਅੱਧੇ ਹੀ ਖਰੇ ਉਤਰੇ ਆਉਂਦੇ, ਤਾਂ ਪੰਜਾਬ ਦੀਆਂ ਸਮੱਸਿਆਵਾਂ ਭੁਰਾ ਛੋਟੀਆਂ ਲੱਗਣੀਆਂ ਸੀ। ਇੱਕ ਹੋਰ ਮਸਲਾ, ਹੁਣ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਚੀਜ਼ ਆਉਣੀ ਚਾਹੀਦੀ ਉਹ ਆ ਨਹੀਂ ਰਹੀ, ਜਿਹੜੀ ਚੀਜ਼ ਨਹੀਂ ਆਉਣੀ ਚਾਹੀਦੀ ਉਹ ਰੋਜ਼ ਆਉਂਦੀ ਹੈ। ਅਜੇ ਆ ਮੇਰਾ ਖਿਆਲ 10 ਦਿਨ ਨਹੀਂ ਹੋਏ ਜਦੋਂ ਕਹਿੰਦੇ ਸੀ ਉਹ ਗੁਜਰਾਤ ਕੋਲੇ ਕਿਸ਼ਤੀ ਫੜ ਲਈ, ਕਿੰਨੀ ਉਹਦੇ ਵਿੱਚ ਹੈਰੋਇਨ ਸੀ ਜੀ, ਉਹ ਕਿੱਥੇ ਆਉਣੀ ਸੀ? ਪੰਜਾਬ। ਆਹ ਹੁਣ ਫਿਰ ਕਹਿੰਦੇ ਵੀ 1 ਅਰਬ ਤੋਂ ਵੱਧ 32-33 ਕਿਲੋ ਤੋਂ ਜ਼ਿਆਦਾ ਉਹ ਫੇਰ ਆ ਪਾਕਿਸਤਾਨ ਵਾਲੇ ਬਾਰਡਰ ਤੋਂ ਫੇਰ ਫੜ ਲਈ। ਮਤਲਬ ਨਸ਼ਾ ਜਿਹੜਾ ਉਹ ਘੁੰਮ ਘੁਮਾ ਕੇ ਪਤਾ ਨਹੀਂ ਕਿਧਰੋਂ ਵੀ ਆਉਣ ਨੂੰ ਰਾਜ਼ੀ ਇੱਥੇ ਪੰਜਾਬ 'ਚ। ਜਿਹੜੀ ਇਨਵੈਸਟਮੈਂਟ ਕਹਿ ਲਓ, ਪੈਸਾ ਕਹਿ ਲਓ, ਜਿਹਦੇ ਨਾਲ ਕੋਈ ਮਾੜੀ ਮੋਟੀ ਤਰੱਕੀ ਹੋਣੀ, ਉਹ ਆ ਕੇ ਰਾਜ਼ੀ ਨਹੀਂ ਜਾਂ ਕੋਈ ਲਿਆ ਕੇ ਰਾਜ਼ੀ ਨਹੀਂ। ਇਹ ਤੁਹਾਡੀ ਗੱਲ ਨਾ ਬੜੀ ਪਤੇ ਦੀ ਹੈ, ਕਿਉਂਕਿ ਵਿਧਾਨ ਸਭਾ ਦੀ ਚੋਣ ਦੇ ਵਿੱਚ ਇਹ ਮੁੱਦੇ ਉੱਠਣੇ ਚਾਹੀਦੇ ਆ। ਲੁਧਿਆਣੇ ਬਲਾਸਟ ਹੋਇਆ, ਪੁਲਿਸ ਕਰਮਚਾਰੀ ਜਿਹੜਾ ਰਹਿ ਚੁੱਕਿਆ ਬੰਦਾ, ਬਰਖਾਸਤ ਹੋ ਚੁੱਕਿਆ ਬੰਦਾ, ਉਹਦੇ ਤੇ ਚਰਚੇ ਚੱਲੇ ਕਿ ਉਹ ਨਸ਼ਾ ਵੇਚਦਾ ਸੀ, ਅੰਦਰ ਰਿਹਾ 2 ਸਾਲ। ਉਹਦੇ ਘਰ ਦੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ, ਕੁਝ ਨਾਲ ਪੱਤਰਕਾਰਾਂ ਨੇ ਗੱਲ ਕੀਤੀ, ਉਹ ਕਹਿੰਦੇ ਜੀ 3-3 4-4 ਕਾਰਾਂ ਤਾਂ ਆ ਕੇ ਖੜ੍ਹਦੀਆਂ ਸੀ, ਇੱਕ ਹੋਰ ਵੀ ਪਰਿਵਾਰ ਦਾ ਮੈਂਬਰ ਇੱਧਰ ਲੱਗਾ। ਰੌਲਾ ਪੈਂਦਾ ਸੀ ਕਿ ਮੈਂ ਇੱਕ ਵਾਰੀ ਰੋਕਿਆ ਤਾਂ ਬੰਦੇ ਲਿਆ ਕੇ ਮੇਰੇ ਲੱਤਾਂ ਤੇ ਸੋਟੀਆਂ ਮਰਵਾਈਆਂ ਗਈਆਂ, ਕਹਿੰਦੇ ਹੁਣ ਬੋਲਣਾ ਹੀ, ਦੇਖ ਲਾ ਬਜ਼ੁਰਗਾ ਜੇ ਇੱਦਾਂ ਕਰਨਾ। ਉਹ ਕਹਿੰਦੇ ਮੇਰੇ ਮੁੰਡੇ ਨੇ ਮੈਨੂੰ ਕਿਹਾ ਛੱਡ ਪਰਾਂ ਤੂੰ, ਆਪਾਂ ਕੀ ਲੈਣਾ ਇਹਨਾਂ ਬੰਦਿਆਂ ਤੋਂ। ਔਨ ਰਿਕਾਰਡ ਹੈ, ਵੀਡੀਓ ਦੇ ਵਿੱਚ ਦੱਸਦਾ, ਬੜੇ ਆਰਾਮ ਦੇ ਨਾਲ ਉਹ ਬੰਦਾ ਦੱਸਦਾ, ਕਹਿੰਦਾ ਮੈਂ ਵੀ ਸਾਰੀ ਉਮਰ ਬੈਂਕ 'ਚ ਨੌਕਰੀ ਕੀਤੀ, ਪਤਾ ਤਾਂ ਸਾਨੂੰ ਵੀ ਹੁੰਦਾ। ਹੁਣ ਜੇ ਪਾਕਿਸਤਾਨ ਵਾਲੇ ਪਾਸਿਓਂ ਵੀ ਆਈ ਜਾਂਦੀ, ਗੁਜਰਾਤ ਵਾਲੇ ਪਾਸਿਓਂ ਵੀ ਆਈ ਜਾਂਦੀ, ਇੰਟਰਨੈਸ਼ਨਲ ਬਾਰਡਰ ਕ੍ਰਾਸ ਕਰਕੇ ਜਿਹੜੀ ਹੈ ਨਸ਼ੇ ਦੀ ਖੇਪ ਆਉਂਦੀ ਹੈ, ਪਰ ਆ ਵੰਡ ਵਰਤਾਅ ਤਾਂ ਜਿਹੜੀ ਆਪਣੇ ਅੰਦਰ ਹੀ ਹੁੰਦੀ ਹੈ ਨਾ, ਇੰਨੀ ਕੁ ਤਾਂ ਰੋਕੀ ਜਾ ਸਕਦੀ ਹੋਣੀ ਹੈ। ਸੰਧਾਲੀਆ ਸਾਹਿਬ, ਇੱਕ ਚਰਚਾ ਜਿਹੜਾ ਉਹ ਲਗਾਤਾਰ ਚੱਲੀ ਜਾਂਦਾ, ਉਹ ਚੱਲੀ ਜਾਂਦਾ ਕਿਸਾਨ ਜਥੇਬੰਦੀਆਂ ਦਾ। ਸਾਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕਿਹਨੇ ਕੀ ਕਰਨਾ। ਪੰਜਾਬ ਦੇ ਲੋਕ ਤਾਂ ਪਿਛਲੇ ਮੈਨੂੰ ਲੱਗਦਾ ਕਿ 30-35 ਸਾਲ ਤੋਂ ਲੱਗਿਆ ਕਿ ਕੋਈ ਮੁਸ਼ਕਲ ਹੱਲ ਹੋ ਜਾਵੇ ਸਾਡੀ। ਕਦੇ ਕਿਸੇ ਨੂੰ ਵੋਟਾਂ ਪਾ, ਕਦੇ ਕਿਸੇ ਨੂੰ ਪਾ, ਕਦੇ ਕਿਸੇ ਦੀ ਰੈਲੀ ਜਾ। ਸਿਆਸੀ ਧਿਰਾਂ ਹੁਣ ਕਹਿੰਦੇ ਆ ਕਿ ਕਿਸਾਨ ਕਿਉਂ ਚੋਣ ਲੜਨ ਲੱਗੇ ਆ, ਪਾਸ ਹੁੰਦੇ ਆ ਫੇਲ। ਹੁਣ ਸਾਨੂੰ ਕੀ ਪਤਾ, ਕਿਉਂਕਿ ਉਹਨਾਂ ਨੇ ਆਪ ਫੈਸਲਾ ਕੀਤਾ। ਅਸੀਂ ਦੱਸ ਰਹੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਕਿ ਦੱਸੋ ਜੀ ਕਿੱਦਾਂ, ਕਿਉਂਕਿ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਤੁਸੀਂ ਤਾਂ ਫੇਲ ਹੋ ਜਾਣਾ ਜੀ, ਕਿ ਔਖਾ ਹੁੰਦਾ ਜੀ। ਉਹ ਕਹਿੰਦੇ ਪਹਿਲੀ ਗੱਲ ਇਹ ਕਿ ਉਹਨਾਂ ਨੂੰ ਇਹ ਪੁੱਛਿਆ ਕਿ ਕਰੋੜਾਂ ਰੁਪਈਆ ਲੱਗਦਾ ਹੈ, ਭਾਵੇਂ 10 ਦੇ ਲੱਖਾਂ ਆ। ਉਹ ਕਹਿੰਦੇ ਪੈਸੇ ਤਾਂ ਹੈ ਨਹੀਂ। ਉਹਨਾਂ ਨੇ ਪੁੱਛਿਆ ਵੀ ਯਾਨੀ 1.5 ਮਹੀਨੇ ਬਾਅਦ ਚੋਣਾਂ ਨੇ, 1.25 ਮਹੀਨੇ ਬਾਅਦ ਕਿਸੇ ਵੇਲੇ ਵੀ ਹੋ ਸਕਦੀਆਂ, ਵੀ ਕਿਵੇਂ ਚਲਾਓਗੇ ਕੰਮ, ਐਡੇ ਧਨਾੜ ਬੰਦਿਆਂ ਦੇ ਨਾਲ ਮੁਕਾਬਲੇ ਨੇ। ਉਹ ਕਹਿੰਦੇ ਪੈਸੇ ਨਹੀਂ ਹੈਗੇ। ਉਹ ਕਹਿੰਦੇ ਫਿਰ, ਉਹ ਕਹਿੰਦੇ ਰੌਲਾ ਇਹ ਆ ਨਾ ਕਿ ਜੇ ਅਸੀਂ ਕਰੋੜ ਜਾਂ 10 ਕਰੋੜ ਲਾ ਕੇ ਜਿੱਤਣਾ ਹੀ, ਫਿਰ 50 ਕਰੋੜ ਇਕੱਠਾ ਕਰਨਾ ਪਊਗਾ। ਇਹਦੇ ਨਾਲ ਚੰਗਾ ਹਾਰ ਜਾਈਏ, ਫਿਰ ਸਾਨੂੰ ਇਕੱਠੇ ਨਾ ਕਰਨਾ ਪਵੇ। ਉਹ ਕਹਿੰਦੇ ਜਿੰਨੀ ਦੇਰ ਇਲੈਕਸ਼ਨ ਸਸਤੀ ਸਾਦੀ ਨਹੀਂ ਹੁੰਦੀ, ਅਸੀਂ ਤਾਂ ਪੈਸੇ ਲਾਉਣੇ ਨਹੀਂ, ਸਿਰਫ ਜਾਇਜ਼ ਖਰਚੇ ਕਰਨੇ ਆ। ਕੁਝ ਪੋਸਟਰ ਵੰਡ ਤੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਜਾਂ ਸਾਡਾ ਕੋਈ ਬੰਦਾ ਖੜਾ ਹੈ, ਕਿ ਪੈਸੇ ਹੈ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਜਾਇਜ਼ ਖਰਚ। ਉਹ ਵੀ ਕਹਿੰਦੇ ਅਸੀਂ ਨਹੀਂ ਕਰਨੇ। ਇਹ ਗੱਲ ਹੁਣੇ ਦੱਸ ਦਿੰਦੇ ਆ ਵੀ ਜੇ ਕੋਈ ਕਹੇ ਉਮੀਦਵਾਰ ਨੇ ਖਰਚਣੇ, ਲੋਕਾਂ ਆਪੇ ਖਰਚਣੇ, ਆਪੋ ਆਪਣਾ ਪਿੰਡ ਸਾਂਭਣਾ ਹੀ। ਦੂਸਰੀ ਗੱਲ, ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਤਾਂ ਰਾਸ਼ਟਰਪਤੀ ਜਿੱਡਾ ਕੱਦ ਸੀ, ਤੁਹਾਨੂੰ ਬਹੁਤ ਸਾਰੇ ਲੋਕ ਸਲਾਹਾਂ ਦਿੰਦੇ ਆ। ਉਹ ਕਹਿੰਦੇ ਇੱਕ ਗੱਲ ਤਾਂ ਪੱਕੀ ਹੈ ਕਿ ਕੱਦ ਤਾਂ ਛੋਟਾ ਹੋ ਸਕਦਾ ਹੈ,
ਪਰ ਜੇ ਇਹਦੇ ਨਾਲ ਘੱਟੋ ਘੱਟ ਪੰਜਾਬ ਦੀ ਵਿਧਾਨ ਸਭਾ ਚੋਣ ਕੁਝ ਚੰਗੇ ਮੁੱਦਿਆਂ ਤੇ ਲੜੀ ਜਾਵੇ ਤਾਂ ਭਾਵੇਂ ਕੱਦ ਮੇਰਾ ਖਤਮ ਹੀ ਕਰ ਦੋ, ਮੈਨੂੰ ਕੱਦ ਛੋਟੇ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਐਤਕੀ ਪੰਜਾਬ ਵਿਧਾਨ ਸਭਾ ਦੀ ਚੋਣ ਆਪਾਂ ਸਾਦੀ ਤੇ ਮੁੱਖ ਮੁੱਦਿਆਂ ਤੇ ਲੜਾਉਣੀ ਆ। ਤੇ ਉਹਨਾਂ ਨੇ 2 ਸਾਲ ਦਾ ਇੱਕ ਟਾਰਗੇਟ ਦਿੱਤਾ। ਉਹ ਕਹਿੰਦੇ ਮੈਂ ਅੱਜ ਤੁਹਾਨੂੰ ਦੱਸ ਦਿੰਦਾ, ਹੋ ਸਕਦਾ ਕਈਆਂ ਨੂੰ ਲੱਗੇ ਕਿ ਭਾਈ ਹੁਣ ਇਲੈਕਸ਼ਨ ਲੜਨ ਲੱਗੇ ਤਾਂ ਹਾਰਦੇ, ਪਰ ਉਹਨਾਂ ਦੇ ਆਪਣੇ ਬੋਲ ਨੇ। ਉਹ ਕਹਿੰਦੇ 2-2.5 ਸਾਲਾਂ ਦੇ ਵਿੱਚ ਪੰਜਾਬ ਖਾਤਮੇ ਵਾਲੇ ਪਾਸੇ ਚਲੇ ਜਾਣਾ। ਇਹਨੂੰ ਪੈਸਿਆਂ ਪੱਖੋਂ ਨਾ ਦੇਖੋ ਕਿ ਕਰਜ਼ਾ ਕਿੰਨਾ ਚੜ ਗਿਆ, ਉਹ ਵੀ ਮੁੱਦਾ ਹੈ, ਪਰ ਉਹ ਕਹਿੰਦੇ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਬੱਚਾ ਬਾਹਰ ਚਲੇ ਗਿਆ ਜਾਂ ਜਾਣ ਨੂੰ ਤਿਆਰ ਬੈਠਾ, ਕਿਉਂਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ। ਮਾਂ-ਬਾਪ ਕਹਿੰਦੇ ਇੱਥੇ ਬੈਠੇ ਆ ਇਕੱਲੇ, ਦਵਾਈ ਦੀ ਵੀ ਉੱਥੋਂ ਚੱਕ ਕੇ ਕਹਿੰਦੇ ਅੰਗੀਠੀ ਤੋਂ ਦਵਾਈ ਵੀ ਦੇਣ ਵਾਲਾ ਕੋਈ ਨਹੀਂ ਉਹਨਾਂ ਨੂੰ। ਨਿਆਣੇ ਉੱਥੇ ਬੈਠੇ ਆ, ਉਹ ਇੱਥੇ ਬੈਠੇ ਆ, ਨਿਆਣਿਆਂ ਦੇ ਬੱਚੇ ਜਿਹੜੇ ਆ ਉਹਨਾਂ ਨੇ ਉਧਰਲੇ ਪਾਸੇ ਰਹਿ ਜਾਣਾ, ਇਧਰਲੇ ਪਾਸੇ ਕੁਛ ਹੋਰ ਹੋ ਜਾਣਾ। ਇਸ ਕਰਕੇ ਉਹ ਕਹਿੰਦੇ ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਸਾਡਾ ਕੋਈ ਜੀ ਨਹੀਂ ਸੀ ਕਰਦਾ ਕਿ ਅਸੀਂ ਇਧਰਲੇ ਪਾਸੇ ਨੂੰ ਆਈਏ, ਪਰ 1.5 ਸਾਲ ਦੇ ਵਿੱਚ ਸਾਨੂੰ ਜੋ ਰਾਜਨੀਤਿਕ ਲੀਡਰਾਂ ਨੇ ਅੱਖਾਂ ਦਿਖਾਈਆਂ, ਜਿਹੜੇ ਵੱਖ-ਵੱਖ ਬਦਲਵੇਂ ਚਿਹਰੇ ਦਿਖਾਏ ਆ, ਸਾਨੂੰ ਮਜਬੂਰਨ ਇਧਰਲੇ ਪਾਸੇ ਆਉਣਾ ਪਿਆ। ਕਹਿੰਦੇ ਹਾਰਨ ਦੇ ਕੀ ਆ, ਪੰਜਾਬ ਹੀ ਹਾਰਿਆ ਪਿਆ, ਅਸੀਂ ਹਾਰ ਜਾਂ ਗੱਲ ਕਿਹੜੀ ਹੈ। ਨਹੀਂ ਇਹ ਗੱਲ ਠੀਕ ਆ। ਦੇਖੋ ਇਹ ਗੱਲ ਚਰਚਾ 'ਚ ਆਉਣੀ ਸੀ, ਹੁਣ ਆ ਗਈ, ਚਲੋ ਆਪਾਂ ਵੀ ਉੱਤੇ ਵਿਚਾਰ ਕਰ ਲੈਂਦੇ ਹਾਂ। ਮੇਰੇ ਖਿਆਲ ਨਾਲ ਜੇ ਜ਼ਿਆਦਾ ਨਹੀਂ ਤੇ 50-50 ਨਾ ਗਈ ਤੇ 60-40 ਦੀ ਰੇਸ਼ੋ ਤੇ ਹੈਗੀ ਆ ਜੀ। ਜੇ 60% ਕਹਿੰਦੇ ਆ ਵੀ ਹਾਂ ਯਾਰ ਠੀਕ ਕੀਤਾ, ਅਗਲਿਆਂ ਦੀ ਮਰਜ਼ੀ ਆ, 40% ਆ ਜੇ ਕਹਿੰਦੇ ਯਾਰ ਕੀ ਲੋੜ ਪਈ ਸੀ, ਆਪਾਂ ਨੂੰ ਦੂਸਰੇ ਪਾਸੇ ਪ੍ਰੈਸ਼ਰ ਪਾ ਕੇ ਰੱਖਣਾ ਚਾਹੀਦਾ ਸੀ। ਹੁਣ ਸਵਾਲ ਇਹ ਆ ਵੀ ਜਿਹੜਾ ਫੈਸਲਾ ਲਿਆ ਉਹ ਗੱਲ ਤੁਹਾਡੀ ਠੀਕ ਹੈ ਵੀ ਉਹਨਾਂ ਨੇ ਲਿਆ, ਉਹਨਾਂ ਦੀ ਮਰਜ਼ੀ ਹੈ ਭਾਈ ਸਾਹਿਬ, ਪਰ ਇੱਕ ਚੱਕਰ ਤਾਂ ਹੈਗਾ ਵੀ ਜੇ ਉਹ ਬੰਦੇ ਇਲੈਕਸ਼ਨ ਲੜਦੇ ਨੇ, ਆਪਾਂ ਕਈ ਵਾਰ ਪਿੰਡਾਂ 'ਚ ਨਹੀਂ ਦੇ ਦਿੰਦੇ ਲੈ ਯਾਰ ਫਲਾਨਾ ਸੋ ਬੰਦਾ ਤਾਂ ਠੀਕ ਸੀ, ਉਹ ਕਹਿੰਦਾ ਮੈਂ ਸਰਪੰਚੀ ਲੜਨੀ ਜਾਂ ਮੈਂ ਪੰਚੀ ਲੜਨੀ, ਉਹ ਜਿੱਤੇ ਉਹ ਹਾਰੇ ਉਹਦਾ ਆਪਣਾ ਫੈਸਲਾ ਹੁੰਦਾ। ਤੇ ਜੇ ਮੰਨ ਲਓ ਜਿੱਤ ਜਾਂਦਾ ਤੇ ਉਦੋਂ ਬਾਅਦ ਉਹ ਕਿਹੜਾ ਵੀ ਮਤਲਬ ਆਖੇ ਵੀ ਮੈਂ ਪਿੰਡ ਦੇ ਵਿੱਚੋਂ ਸਾਰਾ ਕੁਝ ਇਕੱਠਾ ਕਰਕੇ ਖਾ ਗਿਆ, ਜੇ ਉਹ ਚੰਗਾ ਤਾਂ ਉਹਨੇ ਚੰਗੇ ਰਹਿਣਾ। ਤੇ ਜੇ ਕਈ ਵਾਰ ਇੱਦਾਂ ਹੁੰਦਾ ਨਾ ਵੀ ਬੰਦਾ ਜਿਹੜਾ ਉਹ ਹਾਰ ਜਾਂਦਾ, ਠੀਕ ਹੁੰਦਾ, ਬਾਅਦ ਦੇ ਵਿੱਚ ਲੋਕੀ ਪਤਾ ਉਹ ਯਾਰ ਉਹ ਬੰਦਾ ਠੀਕ ਸੀ, ਉਹ ਜਿੱਤਣਾ ਚਾਹੀਦਾ ਯਾਰ, ਉਹ ਫਲਾਨਾ ਨਹੀਂ ਜਿੱਤਣਾ ਚਾਹੀਦਾ। ਹੁਣ ਉਹ ਬੰਦੇ ਪਿੰਡ 'ਚ ਹੀ ਰਹਿਣੇ ਹੁੰਦੇ ਆ। ਪਹਿਲਾਂ ਕੁਛ ਮਾਹੌਲ ਹੋਰ ਹੁੰਦਾ, ਜਦੋਂ ਸਾਰਾ ਕੁਛ ਲੰਘ ਜਾਂਦਾ, ਜਦੋਂ ਪਤਾ ਹੁੰਦਾ ਵੀ ਹੁਣ ਅਗਲੀ ਵਾਰੀ 5 ਸਾਲ ਬਾਅਦ ਆਉਣੀ ਆ, ਉਦੋਂ ਪਛਤਾਉਣ ਨਾਲੋਂ ਚੰਗਾ ਮੇਰੇ ਖਿਆਲ ਨਾਲ ਕਿ ਵੀ ਉਹ ਜਿਹੜੀ ਚਰਚਾ ਇਸ ਵਕਤ ਆਪਣੇ ਸਨਮੁਖ ਆ, ਜ਼ਰੂਰ ਉਹਦੀ ਇੱਕ ਕਾਪੀ ਲਾਈ ਜਾਵੇ। ਜਿੱਦਾਂ ਮੈਂ ਅੱਗੇ ਗੱਲ ਕਰਦਾ ਨਾ ਵੀ ਉਹਦੇ ਵਿਚਾਲਿਆਂ ਲੀਕ ਮਾਰ ਲੈਣੀ, ਇੱਕ ਪਾਸੇ ਲਾਭ ਇੱਕ ਪਾਸੇ ਹਾਨੀਆਂ ਲਿਖ ਲੈਣੀਆਂ ਵੀ ਇਹਦਾ ਆ ਫਾਇਦਾ, ਇਹਦਾ ਆ ਨੁਕਸਾਨ ਆ। ਉਦੋਂ ਬਾਅਦ ਬੰਦਾ ਫਿਰ ਮੈਂ ਨਾ ਵੀ ਪੰਜਾਬ ਲੈਵਲ 'ਤੇ ਵੀ ਸੋਚਣ ਦੀ ਲੋੜ ਨਹੀਂ, ਬੰਦਾ ਆਪਣੇ ਤੌਰ 'ਤੇ ਸੋਚ ਲੇ ਵੀ ਯਾਰ ਮੈਂ ਆ, ਮੇਰਾ ਕੰਮ ਆ, ਕਾਰੋਬਾਰ ਆ, ਮੇਰੇ ਨਿਆਣੇ ਆ ਮੇਰੀਆਂ ਮੁਸ਼ਕਲਾਂ, ਇਹਨਾਂ ਮੁਸ਼ਕਲਾਂ ਦਾ ਹੱਲ ਇੰਨੇ ਚਿਰ 'ਚ ਹੋਇਆ ਕਿ ਨਹੀਂ ਹੋਇਆ। ਜੇ ਮੈਂ ਗਾਂਹ ਸੋਚਦਾ ਵੀ ਇੱਦਾਂ ਹੱਲ ਹੋਊ ਕਿ ਨਹੀਂ ਹੋਊ, ਤੇ ਉਸ ਤੋਂ ਬਾਅਦ ਮੈਨੂੰ ਕਿਹਨੂੰ ਵੋਟ ਪਾਉਣੀ ਚਾਹੀਦੀ, ਉਸ ਪਾਸੇ ਅੱਜ ਮੈਂ ਆਪੇ ਮਸਲਾ ਹੱਲ ਹੋ ਜੂ। ਕੀ ਲੋੜ ਪਈ ਬਹੁਤੇ ਚੱਕਰਾਂ 'ਚ ਪੈਣ ਦੀ, ਫਲਾਣੇ ਨੇ ਇੱਦਾਂ ਕਹਿਤਾ, ਇਹ ਢੀਂਗੜੇ ਨੇ ਉੱਦਾਂ ਕਹਿ ਦੇ, ਉਹ ਤਾਂ ਯਾਰ ਅਗਲੇ ਨੇ ਕਿਹਾ ਨਾ, ਆਪਾਂ ਆਪਣਾ ਦਿਮਾਗ ਵੀ ਵਰਤ ਸਕਦੇ ਕਿ ਨਹੀਂ। ਬਸ ਸੰਧਾਲੀਆ ਸਾਹਿਬ, ਇੱਕ ਨਾ ਅੱਧੀ ਕੁ ਰਾਤੀ ਟੈਲੀਫੋਨ ਆ ਗਿਆ, ਮੈਂ ਉਹਨਾਂ ਨੂੰ ਪੁੱਛਿਆ ਜੀ ਕੌਣ ਬੋਲਦੇ, ਕਹਿੰਦੇ ਜੀ ਮੈਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, 2-4 ਵਾਰੀ ਤੁਹਾਡੇ ਨਾਲ ਗੱਲ ਵੀ ਹੋਈ ਆ। ਹੁਣ ਮੈਂ ਕਿਹਾ ਵੀ ਕਈ ਵਾਰੀ ਨਹੀਂ ਚੇਤਾ ਰਹਿੰਦਾ। ਉਹ ਕਹਿੰਦੇ ਜੀ ਕੀ ਲੱਗਦਾ ਕਿਹਨੂੰ ਲਾਹਾ ਹੋ ਜੂ ਵੀ ਜਾਣੀ ਕਿਸਾਨ ਆਏ ਆ। ਮੈਂ ਕਿਹਾ ਵੀ ਮੈਂ ਤਾਂ ਕੁਛ ਨਹੀਂ ਕਹਿ ਸਕਦਾ ਵੀ ਅਜੇ ਤਾਂ ਉਹਨਾਂ ਨੇ ਦੱਸਿਆ ਹੀ ਕੁਛ ਨਹੀਂ, ਅਜੇ ਤਾਂ ਇਹੀ ਕਿਹਾ ਕਿ ਸਾਡਾ ਲੀਡਰ ਆਇਆ ਤੇ ਅਸੀਂ ਚੋਣ ਲੜਨੀ ਹੈ। ਨਾ ਉਹਨਾਂ ਨੇ ਮੈਨੀਫੈਸਟੋ ਦਿੱਤਾ, ਨਾ ਕੋਈ ਟਾਰਗੇਟ ਦਿੱਤਾ ਕਿ ਅਸੀਂ ਆਹ ਕੰਮ ਇੰਨੇ ਦਿਨਾਂ 'ਚ ਕਰਨੇ ਆ। ਉਹ ਕੁਛ ਦੱਸਣ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਦੇਣਾ, ਅੱਧੇ ਮੁੱਲ 'ਤੇ ਦੇਣਾ, ਦੁੱਗਣੇ ਮੁੱਲ 'ਤੇ ਦੇਣਾ, ਜਾਂ ਵਾਜਬ ਕੀਮਤ ਦੇ ਉੱਤੇ ਦੇਣਾ, ਜਾਂ ਸਾਡਾ ਰੋਡ ਮੈਪ ਆ। ਮੈਂ ਕਿਹਾ ਫਿਰ ਤਾਂ ਆਪਾਂ ਉਹਨਾਂ ਦੀ ਪਿੱਠ ਥਾਪੜੀਏ ਜਾਂ ਆਲੋਚਨਾ ਕਰੀਏ। ਅਜੇ ਤਾਂ ਕੁਛ ਵੀ ਨਹੀਂ ਕਰ ਸਕਦੇ, ਅਜੇ ਤਾਂ ਸਿਰਫ ਉਡੀਕ ਰਹੇ ਹਾਂ। ਉਹਨਾਂ ਨੇ 3-4 ਦਿਨ ਦਾ ਸਮਾਂ ਮੰਗਿਆ ਸੀ ਕਿ ਆਪਣਾ ਅਸੀਂ ਸਾਰਾ ਪਲੇਟਫਾਰਮ ਤੁਹਾਡੇ ਸਾਹਮਣੇ ਰੱਖਾਂਗੇ ਕਿ ਅਸੀਂ ਕੰਮ ਕਿਵੇਂ ਕਰਨਾ ਹੈ। ਠੀਕ ਹੈ, ਜਦੋਂ ਉਹ ਦੱਸ ਦੇਣਗੇ। ਪਰ ਇੱਕ ਗੱਲ ਇਹ ਵੀ ਹੈ ਕਿ ਮੰਨ ਲਓ ਜਿਹੜੇ ਵੀ ਬੰਦਿਆਂ ਨੂੰ, ਕਿਉਂਕਿ ਅੱਜ ਤਾਂ ਉਹ ਮੈਦਾਨ 'ਚ ਹੀ ਆ ਗਏ ਨਾ, ਹੁਣ ਤਾਂ ਵਾਪਸ ਨਹੀਂ ਹੋਣਗੇ, ਜਿਹੜੇ ਵੀ ਬੰਦਿਆਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਗਲਤ ਕੀਤਾ, ਮੰਨ ਲਓ ਕਿਸਾਨ ਬੈਕ ਹੋ ਗਏ, ਮੰਨ ਲਓ ਰੈਲੀਆਂ ਤਾਂ ਚੱਲੀ ਜਾਂਦੀਆਂ ਆ, ਮੁਫਤ ਵੰਡਣ ਦੀ ਖੇਡ ਤਾਂ ਚੱਲੀ ਜਾਂਦੀ ਹੈ, ਜੇ ਉਹ ਬੈਕ ਹੋ ਜਾਂਦੇ ਤਾਂ ਕੀ ਕੋਈ ਨੁਕਸਾਨ ਘਟ ਗਿਆ ਜਿਹੜਾ ਉਹਨਾਂ ਦੇ ਰਾਜਨੀਤੀ ਦੇ ਵਿੱਚ ਆਉਣ ਕਰਕੇ ਹੋ ਗਿਆ ਸੀ। ਹਾਂ, ਸੰਯੁਕਤ ਕਿਸਾਨ ਮੋਰਚਾ ਇਕੱਠਾ ਸੀ, ਉਹਦੇ ਵਿੱਚੋਂ ਕੁਝ ਧਿਰਾਂ ਬਾਹਰ ਆ ਗਈਆਂ ਜਾਂ ਵਿੱਚ ਵੀ ਰਹੀਆਂ, ਉਹਨਾਂ ਨੇ ਰੱਖਣੀਆਂ ਕਿ ਨਹੀਂ ਰੱਖਣੀਆਂ। ਇੱਕ ਪ੍ਰੈਸ਼ਰ ਗਰੁੱਪ ਨੂੰ ਥੋੜ੍ਹਾ ਜਿਹਾ ਧੱਕਾ ਲੱਗਾ, ਹੋ ਸਕਦਾ ਕਿ ਉਹ ਪ੍ਰੈਸ਼ਰ ਗਰੁੱਪ ਦੀ ਜਗ੍ਹਾ ਕੁਝ ਬੰਦੇ ਜਿਹੜੇ ਸਿਆਸਤ ਦੇ ਵਿੱਚ ਚਲੇ ਗਏ ਆ। ਪਰ ਸਵਾਲ ਤਾਂ ਇਹ ਆ ਨਾ ਕਿ ਗੁੱਸਾ ਕਿਹੜੀ ਗੱਲ ਦਾ ਕਿ ਉਹ ਚੋਣ ਲੜਨ ਲੱਗ ਪਏ ਵੀ, ਯਾਨੀ ਗੁੱਸਾ ਕਿਹੜੀ ਗੱਲ ਦਾ, ਉਹਨਾਂ ਨੇ ਕੋਈ ਫਰਾਡ ਕਰਤਾ, ਉਹਨਾਂ ਨੇ ਕੋਈ ਸੰਵਿਧਾਨ ਦੇ ਵਿੱਚ ਤਬਦੀਲੀ ਕਰਕੇ ਇਹ ਕੰਮ ਕਰ ਦਿੱਤਾ, ਜਾਂ ਐਂ ਲੱਗਦਾ ਕਿ ਭਾਈ ਜੇ ਇਹਨਾਂ ਦੇ ਵਿੱਚੋਂ 5-4 ਬੰਦੇ ਵੀ ਜਿੱਤ ਗਏ ਤਾਂ ਇਹਨਾਂ ਤੋਂ ਕੰਮ ਨਹੀਂ ਹੋਣੇ, ਅਫਸਰਸ਼ਾਹੀ ਨੇ ਕੰਮ ਨਹੀਂ ਕਰਨ ਦੇਣੇ। ਸੰਧਾਲੀਆ ਸਾਹਿਬ 117 MLA ਹਰ 25 ਸਾਲੀ ਪੰਜਾਬ 'ਚ ਬਣਦੇ ਆ।
ਕੀ ਪੰਜਾਬ ਦੇ ਪਿੰਡਾਂ ਦੇ ਛੱਪੜ ਸਾਫ਼ ਹੋ ਗਏ? ਸਾਨੂੰ ਜਾਣੀ ਅੱਜ ਤੱਕ ਮੈਂ ਨਹੀਂ ਕਹਿੰਦਾ ਕਿ ਉਹ ਹੋ ਸਕਦਾ ਕਿਸਾਨ ਕੋਈ ਵੀ ਨਾ ਜਿੱਤੇ, ਪਰ ਬਾਕੀ ਲੀਡਰਾਂ ਨੂੰ ਲੀਹ ਦੇ ਉੱਤੇ ਲੈ ਆਉਣ। ਜਾਣੀ ਸਾਡੇ ਸਾਹਮਣੇ ਵੱਡੀਆਂ ਸਮੱਸਿਆਵਾਂ ਨੇ ਕਿ ਆਖਰੀ 4 ਮਹੀਨਿਆਂ ਦੇ ਵਿੱਚ ਹੀ ਗ੍ਰਾਂਟਾਂ ਕਿਉਂ? ਪਹਿਲੇ 4.5 ਸਾਲ ਤੇ 2 ਮਹੀਨੇ ਗ੍ਰਾਂਟਾਂ ਕਿਉਂ ਨਹੀਂ? ਆਖਰੀ 4 ਸਾਲ ਲੰਘਾ ਕੇ ਆਖਰੀ 1 ਸਾਲ ਦੇ ਵਿੱਚ ਹੀ ਤਨਖਾਹ ਕਿਉਂ ਵੱਧਦੀ ਹੈ? ਭੱਤੇ ਕਿਉਂ ਮਿਲਦੇ ਆ? ਜਾਂ ਜਿਹੜੀਆਂ ਸਕੀਮਾਂ ਪਹਿਲਾਂ ਸਮਾਜਿਕ ਭਲਾਈ ਵਿਭਾਗ ਦੀਆਂ ਚੱਲਦੀਆਂ ਉਹਦੇ ਵਿੱਚ ਵਾਧਾ ਕਿਉਂ ਹੁੰਦਾ ਹੈ? ਕੀ ਪਹਿਲੇ 4 ਸਾਲ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਜਾਂ ਪਹਿਲੇ 4 ਸਾਲ ਮਹਿੰਗਾਈ ਨਹੀਂ ਵੱਧਦੀ? ਕਿਉਂ ਆਖਰੀ 4.5 ਸਾਲ ਬਾਅਦ ਹੀ ਅਖਬਾਰ 'ਚ ਪੂਰੇ ਸਫੇ ਦੇ ਇਸ਼ਤਿਹਾਰ ਜਾਂਦੇ ਆ? ਯਾਨੀ ਕਿਹੜੀ ਗੱਲ ਹੈ ਐਸੀ ਕਿ ਜਿਹੜੀ ਤੁਸੀਂ ਦੱਸਣੀ ਬਹੁਤ ਜ਼ਰੂਰੀ ਆ ਕਿ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਲੱਗੀ? ਕੋਈ ਹਿਸਾਬ ਕਿਤਾਬ ਤਾਂ ਲੱਗੇ ਨਾ। ਹੁਣ ਦਵਿੰਦਰ ਸਿੰਘ ਘੁਬਾਇਆ MLA ਨੇ ਕਾਂਗਰਸ ਦੇ, ਉਹ ਸੰਧਾਲੀਆ ਸਾਹਿਬ ਇੱਕ ਪਿੰਡ 'ਚ ਗਏ। ਮੈਨੂੰ ਨਹੀਂ ਪਤਾ ਪਿੰਡ ਵਾਲੇ ਝੂਠ ਬੋਲਦੇ ਕਿ ਸੱਚ ਬੋਲਦੇ ਹੋ, ਮੈਂ ਇੱਕ ਵੰਨਗੀ ਲੈਣ ਲੱਗਿਆ। ਹੁਣ ਘੁਬਾਇਆ ਸਾਹਿਬ ਸਭ ਤੋਂ ਯੰਗ ਨੇ ਮੇਰਾ ਖਿਆਲ ਆ, ਸਭ ਤੋਂ ਮੇਰੇ ਖਿਆਲ ਘੱਟ ਉਮਰ ਦੇ ਜਾਂ ਇੱਕ ਦਾ ਹੋਰ ਹੋਊਗਾ ਕੋਈ ਨਾਲ। ਨਹੀਂ ਉਹੀ ਨੇ ਕੇਸ ਤਾਂ ਉਹਨਾਂ ਦੇ ਚੱਲਦੇ। ਮੈਂ ਕਿਹਾ ਅਗਲੇ ਕਹਿਣਗੇ ਕਿ ਭਾਈ ਉਮਰ ਘਟਾਈ ਜਾਂਦੇ। ਹੁਣ ਸਭ ਤੋਂ ਘੱਟ ਉਮਰ ਦੇ ਨੇ। ਹੁਣ ਟੈਲੀਫੋਨ ਕਰਕੇ ਇੱਕ ਬੀਬੀ ਨੂੰ ਉਹਨਾਂ ਨੇ ਕਿਹਾ ਸੀ ਕਿ ਐਂ ਕਰਦੇ ਆਂਗੇ ਭਾਈ ਤੂੰ। ਹੁਣ ਉਹ ਬੀਬੀ ਬਾਅਦ 'ਚ ਚੁੱਪ ਕਰ ਗਈ। ਚਲੋ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਕਈ ਪਿੰਡਾਂ 'ਚ ਵਿਰੋਧ ਹੋਇਆ, ਹੋਰ ਵੀ ਕਈਆਂ ਦਾ। ਐਤਕੀ ਪਿੰਡ ਵਾਲਿਆਂ ਨੇ ਇੱਕ ਛੋਟੀ ਜਿਹੀ ਗੱਲ ਹੈ, ਵੀਡੀਓ ਸਾਹਮਣੇ ਆਉਂਦੀ ਹੈ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਹੁੰਦੀ। ਚੰਗੀ ਗੱਲ ਸੀ ਕਿ ਉਹ ਪੁੱਛਦੇ ਸੀ ਗੱਲ ਕੀ ਆ। ਕਹਿੰਦੇ ਜੀ ਆ ਜਿਹੜੀਆਂ ਲਾਈਟਾਂ ਉਹ ਕਈਆਂ ਦੇ ਘਰਾਂ 'ਚ ਲੱਗੀਆਂ। ਕਹਿੰਦੇ ਕਿਹਦੇ ਘਰਾਂ 'ਚ ਲੱਗੀਆਂ? ਲੋ ਤੁਹਾਡੇ ਵੀ ਲਵਾ ਦਿੰਦੇ ਆ। ਜਾਣੀ ਵੀ ਸਾਡੇ ਉਹ ਕਹਿੰਦੇ ਸੀ ਇੱਕ ਗਲੀ 'ਚ ਵੀ ਲਾਈਟਾਂ ਨਹੀਂ ਕਿਸੇ ਨੇ ਘਰੇ ਲਵਾ ਲਈਆਂ। ਕਿ ਜਿਹੜੀ ਤੁਸੀਂ ਗ੍ਰਾਂਟ ਵੰਡਦੇ ਹੋ ਉਸ ਗ੍ਰਾਂਟ ਦਾ ਪਤਾ ਸ਼ਤਾ ਲੈਣ ਦੇ ਲਈ ਕਿ ਪਿੰਡ ਵਾਲਿਆਂ ਨੂੰ ਕੋਈ ਲਾਹਾ ਟੋਟਾ ਹੋਏ? ਇਹਦੇ ਤੋਂ ਬਿਨਾਂ ਇੱਕ ਵਾਰੀ ਪਹਿਲਾਂ ਉਹਨਾਂ ਨੂੰ ਪਿੰਡ ਵਾਲੇ ਇੱਕ ਪਿੰਡ ਦੇ ਵਿੱਚ ਲੋਕਾਂ ਨੇ ਸਵਾਲ ਪੁੱਛੇ ਸੀ ਜੀ ਤੁਸੀਂ ਕਦੇ ਆਏ ਨਹੀਂ? ਉਹ ਕਹਿੰਦੇ ਮੈਂ ਤਾਂ ਆਉਣਾ, ਉਹ ਢਾਣੀ 'ਚ ਆਉਣਾ ਹੀ ਇੱਕ ਘਰ ਦੱਸਿਆ। ਕੀ ਆਪਣਾ ਕੋਈ ਬੰਦਾ ਪਾਰਟੀ ਦਾ ਹੋਵੇ ਉਹਦੇ ਘਰੋਂ ਆ ਕੇ ਮੁੜ ਜਾਣਾ? ਹੋਰ ਕੋਈ ਦਫ਼ਤਰ ਕੋਈ ਪਿੰਡ ਦੇ ਵਿੱਚ 6 ਮਹੀਨੇ ਕਿਤੇ ਗੇੜਾ ਕਿ ਭਾਈ ਤੁਹਾਡੀ ਕੋਈ ਸਮੱਸਿਆ ਤਾਂ ਨਹੀਂ? ਲੋਕਾਂ ਨੇ ਗਲੀਆਂ ਨਾਲੀਆਂ ਦਾ ਮੁੱਦਾ ਚੱਕ ਲਿਆ। ਜਾਣੀ 1947 ਤੋਂ ਲੈ ਕੇ 2021 ਹੋ ਗਿਆ, ਅਜੇ ਵੀ ਇੱਕ ਸਰਕਾਰੀ ਲਾਈਟ ਜੇ ਕਿਸੇ ਦੇ ਘਰ ਲੱਗ ਜਾਂਦੀ ਹੈ ਲੋਕ ਉਹਦਾ ਉਲਾਂਭਾ ਦੇ ਰਹੇ ਨੇ। ਗਲੀ ਨਾਲੀ ਨਹੀਂ ਬਣੀ ਅਜੇ ਵੀ ਲੋਕ ਉਹਦਾ ਉਲਾਂਭਾ ਦੇ ਰਹੇ ਨੇ। ਤੇ ਜੇ ਇੱਥੇ ਹੀ ਗੱਲ ਜੇ ਖੜੀ ਹੈ, ਕੋਈ ਨਾ ਕੋਈ ਤਬਦੀਲੀ ਤਾਂ ਚਾਹੀਦੀ ਆ। ਅਸੀਂ ਨਹੀਂ ਕਹਿੰਦੇ ਕਿ ਬੰਦਾ ਤਬਦੀਲ ਹੋ ਜਾਏ, ਉਹ ਯਾਰ ਮੁੱਦੇ ਤਾਂ ਤਬਦੀਲ ਕਰ ਦਿਓ, ਨਹੀਂ ਤਾਂ ਅਸੀਂ ਗਲੀ ਨਾਲੀ 'ਚ ਰੁਲਣਾ ਸਾਰੀ ਉਮਰ ਕੀੜਿਆਂ ਨੂੰ। ਇੱਕ ਨਾ ਮੈਂ ਕੁਦਰਤੀ ਹੋ ਸਕਦਾ ਵੀ ਇਸ ਤੋਂ ਪਹਿਲਾਂ ਗੱਲ ਤੁਹਾਨੂੰ ਠੀਕ ਲੱਗੇ ਨਾ ਲੱਗੇ, ਪਰ ਮੇਰੇ ਦਿਮਾਗ 'ਚ ਬੜੀ ਵਾਰ ਆਈ ਜੀ। ਇਹ ਜਿਹੜਾ ਕਿਸਾਨ ਅੰਦੋਲਨ ਹੋਇਆ, ਜਦੋਂ ਇਹ ਕਾਨੂੰਨ ਆਏ ਉਸ ਤੋਂ ਬਾਅਦ ਹੀ ਰੌਲਾ ਰੱਪਾ ਪਿਆ। ਕਾਨੂੰਨ ਆਉਣ ਤੋਂ ਵੀ ਬਾਅਦ ਜਦੋਂ ਥੋੜ੍ਹਾ ਜਿਹਾ ਉਹਨਾਂ ਨੇ ਜ਼ਿਆਦਾ ਵਿਰੋਧ ਸ਼ੁਰੂ ਕੀਤਾ, ਉਦੋਂ ਲੋਕ ਜਾਣਨ ਲੱਗੇ ਵੀ ਯਾਰ ਆਹ ਫਲਾਣੇ ਬੰਦੇ ਹੈਗੇ। ਹੁਣ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਬੰਦੇ ਇਸ ਵਕਤ ਰਾਜਨੀਤੀ 'ਚ ਆਏ ਨੇ ਉਹ ਧਿਰਾਂ, ਜਾਂ ਜਿਹੜੀਆਂ ਰਾਜਨੀਤੀ 'ਚ ਆਉਂਦੀਆਂ ਨਹੀਂ ਆਉਣੀਆਂ ਉਹ ਧਿਰਾਂ, ਉਹਨਾਂ ਨੂੰ ਪਹਿਲਾਂ ਕਿੰਨੇ ਕੁ ਲੋਕ ਜਾਣਦੇ ਸੀ ਬਈ। ਅਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਬਜ਼ੁਰਗ ਅਜੇ ਸਾਲ ਦਾ, ਕੋਈ 60 ਦਾ, ਕੋਈ 70 ਦਾ, ਕੋਈ 75 ਦਾ, ਕਿ ਇਹਦੇ ਗੋਡੇ ਖੜਨ ਵਾਲੇ ਹੋਏ, ਕੋਈ ਖੁੰਡੇ ਨਾਲ ਤੁਰਦਾ। ਇਹਦਾ ਮਤਲਬ ਵੀ ਉਹ ਬਜ਼ੁਰਗ ਦਹਾਕਿਆਂ ਤੋਂ ਇਸੇ ਪੰਜਾਬ 'ਚ ਸੀਗੇ। ਕਿੰਨੇ ਕੁ ਲੋਕ ਉਹਨਾਂ ਨੂੰ ਜਾਣਦੇ ਸੀ? ਹੁਣ ਉਦੋਂ ਦਾ ਉਹ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ ਆਪਣੇ ਹਿਸਾਬ ਨਾਲ ਚੱਲੀ ਜਾਂਦੇ, ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਅਚਾਨਕ ਉਹਨਾਂ ਨੇ ਕੁਛ ਕੀਤਾ, ਲੋਕ ਉਹਨਾਂ ਦੇ ਨਾਲ ਜੁੜੇ। 1 ਸਾਲ ਦੇ ਵਿੱਚ ਜਿਉਂ ਵੀ ਕੁਛ ਵੀ ਲੰਘਿਆ ਸਾਰਿਆਂ ਦੇ ਸਾਹਮਣੇ, ਆਪਾਂ ਨੂੰ ਉਹਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ। ਮੈਂ ਕੁਦਰਤੀ ਗੱਲ ਕਰਦਾ ਵੀ ਜੇ ਇੰਨੇ ਚਿਰ ਦੇ ਕੋਈ ਬੰਦੇ ਨਜ਼ਰੀ ਨਹੀਂ ਆਏ, ਜੇ ਆ ਗਏ ਉਸ ਤੋਂ ਬਾਅਦ ਠੀਕ ਹੈ, ਕੁਛ ਲੋਕ ਉਹਨਾਂ ਦੇ ਹਮਾਇਤ 'ਚ ਆ ਗਏ, ਕੁਛ ਵਿਰੋਧ 'ਚ ਆ ਗਏ। ਹੋ ਸਕਦਾ ਕਿ ਜਦੋਂ ਕਹਿੰਦੇ ਸੀ ਵੀ ਟਰਾਲੀਆਂ ਤੋਰਨੀਆਂ ਤੇ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੋ, ਉੱਧਰ ਵੀ ਤਾਂ ਚਰਚਾ ਇਹੋ ਚੱਲੀ, ਉਹ ਕੰਬਲੀਆਂ ਗੱਲਾਂ ਕਰਦੇ ਕਿਤੇ 6 ਮਹੀਨੇ ਥੋੜ੍ਹੇ ਉੱਥੇ ਬਹਿਣਾ ਹੁੰਦਾ, 10 ਦਿਨਾਂ 'ਚ ਮੁੜੇ ਲਏ, ਪਰ ਉਹ ਸਾਲ ਚੱਲਿਆ ਕੰਮ ਜੀ। ਹੁਣ ਵੀ ਸਿਆਸਤ ਦੀ ਜੇ ਸ਼ੁਰੂਆਤ ਹੋਈ ਤਾਂ ਅਜੇ ਵੀ ਲੋਕ ਉਹ ਯਾਰ ਇਹ ਕਿਹੜੇ ਕੰਮ 'ਚ ਪੈ ਗਏ, ਦੱਸ ਇਹ ਥੋੜ੍ਹਾ ਕੰਮ ਜੋ ਕੰਮ ਇਹਨਾਂ ਦਾ। ਮੈਂ ਜਸਟ ਇੱਕ ਗੱਲ ਕਰ ਰਿਹਾ ਵੀ ਇੱਕ ਤਬਦੀਲੀ ਹੈ ਜਿਹੜੀ ਇਸ ਤੋਂ ਪਹਿਲਾਂ ਨਹੀਂ ਸੀ ਕਦੀ ਨਜ਼ਰੀ ਪਈ। ਅਚਾਨਕ ਜੇ ਉਹ ਨਜ਼ਰੀ ਪੈ ਰਹੀ ਹੈ ਤਾਂ ਮੇਰੇ ਖਿਆਲ ਨਾਲ ਕੁਛ ਚੀਜ਼ਾਂ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ, ਕਿਉਂਕਿ ਜੇ ਇੱਕ ਚੀਜ਼ 'ਚ ਅਗਲਾ ਬੰਦਾ ਕਾਮਯਾਬ ਹੋ ਗਿਆ, ਦੂਜੀ 'ਚ ਹੁੰਦਾ ਨਹੀਂ ਹੁੰਦਾ, ਜਦੋਂ ਹੋਊ ਨਾ ਹੋਊ ਉਦੋਂ ਬਾਅਦ ਗੱਲ ਕਰ ਲਵਾਂਗੇ ਕੀ ਫਰਕ ਪੈਂਦਾ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਤੁਸੀਂ ਦੇਖੋ ਕਿ ਕਿਸਾਨ ਆਗੂਆਂ ਦੇ ਮਗਰ ਨਾ ਕਈ ਬੰਦੇ ਹੱਥ ਧੋ ਕੇ ਪੈ ਗਿਆ, ਤੇ ਉਹਨਾਂ ਦਾ ਹੱਕ ਬਣਦਾ ਕਿਉਂਕਿ ਹੁਣ ਇਹ ਸਿਆਸਤ 'ਚ ਨੇ। ਅਸੀਂ ਨਹੀਂ ਕਹਿੰਦੇ ਉਹ ਗਲਤ ਕਹਿ ਰਹੇ ਆ, ਨਹੀਂ ਉਹ ਤਾਂ ਆਪ ਛਾਲ ਮਾਰੀ ਉਹਨਾਂ ਨੇ। ਹਾਂ, ਆਪ ਛਾਲ ਮਾਰੀ ਆ ਕਿ ਆਓ ਸਾਨੂੰ ਫੜੋ। ਹੁਣ ਤਾਂ ਉਹ ਖਾੜੇ 'ਚ ਨੇ, ਹੁਣ ਉਹ ਕਬੱਡੀ ਦਾ ਮੈਚ ਆ, ਹੁਣ ਭਾਵੇਂ ਉਹਨਾਂ ਤੇ ਕੋਈ ਮਿੱਟੀ ਪਾਵੇ, ਭਾਵੇਂ ਕੋਈ ਠਿੱਬੀ ਲਾਵੇ, ਜੋ ਮਰਜ਼ੀ ਕਰੇ, ਉਹ ਚੱਲਣਾ। ਤੇ ਉਹ ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਕਿਉਂ ਕਹਿੰਦੇ ਹੋ, ਕਿਉਂਕਿ ਤੁਸੀਂ ਵੀ ਪਹਿਲਾਂ ਸਿਆਸਤਦਾਨਾਂ ਨੂੰ ਕਹਿੰਦੇ, ਹੁਣ ਤੁਸੀਂ ਸਿਆਸਤ 'ਚੋਂ ਤੁਹਾਨੂੰ ਉਹਨਾਂ ਨੇ ਕਹਿਣਾ ਤੇ ਜਵਾਬ ਤੁਹਾਨੂੰ ਦੇਣੇ ਪੈਣੇ ਆ। ਹਰ ਇੱਕ ਚੀਜ਼ ਦਾ ਲੋਕਾਂ ਨੇ ਸਵਾਲ ਪੁੱਛਣਾ ਹੈ ਕਿਸਾਨ ਆਗੂਆਂ ਨੂੰ। ਦੇਖੋ, ਜੇ ਪ੍ਰੈਸ਼ਰ ਗਰੁੱਪ 'ਚ ਰਹਿੰਦੇ ਬਹੁਤ ਚੰਗੇ ਰਹਿੰਦੇ, ਪਰ ਜੇ ਸਿਆਸਤ 'ਚ ਵੀ ਆ ਗਿਆ ਤਾਂ ਦੇਖ ਲੈਨੇ। ਕੋਈ ਬੰਦਾ ਇਹ ਮੰਨਦਾ ਸੀ ਕਿ ਭਾਈ ਆ ਕਾਨੂੰਨ ਵਾਪਸ ਹੋ ਜਾਣੇ ਆ ਜਾਂ ਸਾਲ ਇੱਕ ਅੰਦੋਲਨ ਚੱਲਣਾ, ਪਰ ਅਗਲੇ ਚਲਾ ਗਏ। ਹੁਣ ਸੰਧਾਲੀਆ ਸਾਹਿਬ ਦੇਖੋ, ਵਰਿੰਦਰ ਸਿੰਘ ਢਿੱਲੋਂ
ਰੋਪੜ ਇਲਾਕੇ ਨਾਲ ਸੰਬੰਧ ਰੱਖਦੇ ਆ। ਵਿਧਾਨ ਸਭਾ ਦੀ ਚੋਣ ਪਿਛਲੀ ਵਾਰੀ ਹਾਰ ਗਿਆ ਸੀ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਕੇਜਰੀਵਾਲ ਸਾਹਿਬ ਦੇ ਘਰ ਮੂਹਰੇ ਦਿੱਲੀ ਗਏ। ਉਹ ਵਰਿੰਦਰ ਢਿੱਲੋਂ ਹੋਰੀ ਨਾਲ ਸੀ, ਕਿਉਂਕਿ ਵੜਿੰਗ ਸਾਹਿਬ ਦੇ ਪੈਰ ਤੇ ਥੋੜਾ ਫ੍ਰੈਕਚਰ ਹੋਇਆ ਸੀ, ਤਾਂ ਇਹਨਾਂ ਦੇ ਪੈਰਾਂ ਦੇ ਉੱਤੇ ਉਹ ਪੈਰ ਰੱਖ ਕੇ ਆਸਰਾ ਜਿਹਾ ਲੈ ਕੇ ਬੈਠੇ ਸੀ। ਮੈਂ ਉਹਨਾਂ ਦੀ ਗੱਲ ਕਰਦਾ, ਕਿੱਡੇ ਵੱਡੇ ਲੀਡਰ ਨੇ। ਹੁਣ ਉਹ ਕਹਿੰਦੇ ਜੀ ਦੇਖੋ, ਪਹਿਲਾ ਪ੍ਰਤੀਕਰਮ ਜੇ ਕਾਂਗਰਸ ਵੱਲੋਂ ਆਇਆ, ਕਿਉਂਕਿ ਸਿੱਧੂ ਸਾਹਿਬ ਨੂੰ ਪੁੱਛਿਆ ਸੀ ਤਾਂ ਉਹ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਜੀ ਹੱਕ ਬਣਦਾ ਇਲੈਕਸ਼ਨ ਲੜਨ, ਉਹ ਕੋਈ ਗੱਲ ਨਹੀਂ। ਮੈਂ ਕਹਿੰਦੇ ਕੁਛ ਨਹੀਂ ਕਹਿਣਾ, ਪੱਤਰਕਾਰ 3-4 ਵਾਰੀ ਕਿਹਾ, ਕਹਿੰਦੇ ਮੈਂ ਤੈਨੂੰ ਕਿਹਾ ਮਾੜਾ ਕੁਛ ਵੀ ਨਹੀਂ ਕਹਿਣਾ, ਤਾਂ ਫਿਰ ਗੱਲ ਕਿਹੜੀ ਆ। ਵਰਿੰਦਰ ਢਿੱਲੋਂ ਹੋਰੀ ਕਹਿੰਦੇ ਕਿ ਇਹ ਹੁਣ ਕਿਸਾਨਾਂ ਦੀਆਂ ਸ਼ਹਾਦਤਾਂ ਦਾ ਮੁੱਲ ਵੱਟਣ ਲੱਗੇ ਆ। ਤੁਸੀਂ ਕਹਿੰਦੇ ਦੇਖੋ, ਕਦੇ ਇਹ ਦਿੱਲੀ ਦੇ ਵਿੱਚ ਆਪਣੀ ਸਟੇਜ ਦੇ ਉੱਤੇ ਸਿਆਸਤਦਾਨਾਂ ਨੂੰ ਚੜਾਉਂਦੇ ਨਹੀਂ ਸੀ, ਤੇ ਅੱਜ ਇਹਨਾਂ ਨੇ ਅਰਵਿੰਦ ਕੇਜਰੀਵਾਲ ਆਪਣਾ ਬੌਸ ਬਣਾ ਲਿਆ। ਜੇ ਆਮ ਆਦਮੀ ਪਾਰਟੀ ਦੇ ਨਾਲ ਹੀ ਰਲਣਾ ਸੀ ਇਹਨਾਂ ਨੇ, ਤੇ ਇਹਦਾ ਮਤਲਬ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ। ਵਿਰਸਾ ਸਿੰਘ ਬਲਟੋਆ ਹੋਰਾਂ ਨੇ ਕਿਹਾ ਕਿ ਅਸੀਂ ਫੰਡ ਦਾ ਤੁਹਾਡੇ ਤੋਂ ਹਿਸਾਬ ਕਿਤਾਬ ਲੈਣਾ, ਕਰੋੜਾਂ ਅਰਬਾਂ ਰੁਪਈਆ ਜਿਹੜਾ ਤੁਸੀਂ ਲੋਕਾਂ ਤੋਂ ਇਕੱਠਾ ਕਰ ਲਿਆ, ਤਾਂ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਉਹਨੂੰ ਲਾਉਣਾ। ਹੁਣ ਬਲਟੋਆ ਸਾਹਿਬ ਅਕਾਲੀ ਨੇ, ਵੀਰਿੰਦਰ ਢਿੱਲੋਂ ਹੋਰੀ ਜਿਹੜੇ ਆ ਉਹ ਕਾਂਗਰਸੀ ਨੇ। ਇੱਧਰਲੇ ਪਾਸੇ ਕੱਲ ਆਪਾਂ ਅਨਿਲ ਸਰੀਨੋਰ ਦੀ ਗੱਲ ਕੀਤੀ ਸੀ, ਉਹ ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਵੀ ਕਿਹਾ ਸੀ ਕਿ ਦੇਖਿਆ ਬਿੱਲੀ ਥੱਲਿਓਂ ਬਾਹਰ ਆ ਗਈ। ਇਹਨਾਂ ਦਾ ਤਾਂ ਪਤਾ ਹੀ ਸੀ ਕਿ ਸਿਆਸਤਦਾਨ ਇਹਨਾਂ ਦੇ ਮਗਰ ਨੇ, ਇਹਨਾਂ ਨੇ ਸਿਆਸਤ ਕਰਨੀ ਹੈ। ਸੰਧਾਲੀਆ ਸਾਹਿਬ, ਮੈਨੂੰ ਤਾਂ 2-3 ਚੀਜ਼ਾਂ ਦਾ ਪਤਾ ਹੈ ਕਿ ਸਾਰੀਆਂ ਪਾਰਟੀਆਂ ਵਾਲੇ ਬੰਦੇ ਸਿਆਣੇ ਨੇ ਤੇ ਸਤਿਕਾਰਯੋਗ ਨੇ। ਪੰਜਾਬ ਵਿਸ਼ੇਸ਼ ਆਰਥਿਕ ਪੈਕੇਜ ਚਾਹੁੰਦਾ ਸੀ। ਭਾਜਪਾ ਦੀ ਪੰਜਾਬ 'ਚ ਸਰਕਾਰ ਰਹੀ ਤਾਂ ਕੇਂਦਰ 'ਚ ਵੀ ਸੀਗੀ। ਅਕਾਲੀਆਂ ਦੀ ਪੰਜਾਬ 'ਚ ਸਰਕਾਰ ਸੀ ਤਾਂ ਕੇਂਦਰ 'ਚ ਵੀ ਸੀਗੀ ਭਾਜਪਾ ਨਾਲ ਰਲ ਕੇ। ਕਾਂਗਰਸ ਦੀ ਡਾਕਟਰ ਮਨਮੋਹਨ ਸਿੰਘ ਦੀ ਕੇਂਦਰ ਸਰਕਾਰ ਸੀ ਤਾਂ ਕੈਪਟਨ ਸਾਹਿਬ ਵੀ ਮੁੱਖ ਮੰਤਰੀ ਸੀ ਤਾਂ ਕਾਂਗਰਸ ਵੱਲੋਂ ਹੀ ਨਾ। ਜਾਣੀ ਕਿ ਇਹਨਾਂ ਸਾਰਿਆਂ ਦੇ ਕੋਲੇ ਮੌਕਾ ਸੀ। ਚਾਹੇ ਚੰਡੀਗੜ੍ਹ ਦਾ ਇਸ਼ੂ ਆ, ਚਾਹੇ ਪੰਜਾਬ ਨੂੰ ਪੈਕੇਜ ਦਵਾ ਕੇ ਇੱਥੇ ਇੰਡਸਟਰੀ ਲਾਉਣ ਦਾ ਇਸ਼ੂ ਆ, ਚਾਹੇ ਸਾਡੇ ਸਰਹੱਦੀ ਕਿਸਾਨਾਂ ਦਾ ਇਸ਼ੂ ਆ, ਜਿੰਨੇ ਵੀ ਮੁੱਦੇ ਸੀ। ਅੱਜ ਠੀਕ ਹੈ, ਕਿਸਾਨ ਰਾਜਨੀਤੀ ਦੇ ਵਿੱਚ ਆਏ ਆ, ਉਹਨਾਂ ਦਾ ਵਿਰੋਧ ਕਰਨਾ ਤੁਹਾਡਾ ਹੱਕ ਬਣਦਾ, ਪਰ ਤੁਸੀਂ ਉਹਨਾਂ ਨੂੰ ਮੌਕਾ ਕਿਉਂ ਦਿੱਤਾ ਆਉਣ ਦਾ? ਜਾਣੀ ਪੰਜਾਬ ਦਾ ਕੋਈ ਬੰਦਾ ਇਹ ਕਿਵੇਂ ਕਹਿ ਜਵੇ ਜੀ ਨਹਿਰਾਂ ਦੀ ਸਫਾਈ ਨਹੀਂ ਹੁੰਦੀ? ਪੰਜਾਬ ਦਾ ਕੋਈ ਬੰਦਾ ਇਹ ਕਿਵੇਂ ਕਹਿ ਜਵੇ ਜੀ 4-4 ਮਹੀਨੇ ਸਾਡਾ ਜਿਹੜਾ ਵਾਟਰ ਵਰਕਸ ਆ ਉਹਦਾ ਕਨੈਕਸ਼ਨ ਕੱਟਿਆ ਰਿਹਾ? ਪੰਜਾਬ ਦਾ ਕੋਈ ਬੰਦਾ ਇਹ ਕਿਵੇਂ ਕਹਿ ਜਵੇ ਜੀ ਸਾਨੂੰ ਟ੍ਰੇਨ ਦੇ ਵਿੱਚ ਬੈਠ ਕੇ ਬੀਕਾਨੇਰ ਕੈਂਸਰ ਦੇ ਇਲਾਜ ਲਈ ਜਾਣਾ ਪੈਂਦਾ? ਪੰਜਾਬ ਦੇ ਵਿੱਚ ਕਿਉਂ ਕਹਿਣਾ ਪੈ ਗਿਆ? ਅਸੀਂ ਇਹ ਸਾਰੀਆਂ ਸਿਆਸੀ ਪਾਰਟੀਆਂ ਸਾਹਮਣੇ ਸਵਾਲ ਰੱਖਦੇ ਹਾਂ ਕਿ ਉਹਨਾਂ ਨੂੰ ਕੋਈ ਵਿੱਥ ਲੱਗੀ, ਕੋਈ ਗੈਪ ਲੱਗਾ, ਕੋਈ ਵੈਕਿਊਮ ਕ੍ਰੀਏਟ ਹੋਇਆ, ਉਹਨਾਂ ਨੂੰ ਨਜ਼ਰ ਆਇਆ ਖਲਾ, ਜਿਹਦੇ ਵਿੱਚ ਉਹਨਾਂ ਨੂੰ ਲੱਗਾ ਕਿ ਸ਼ਾਇਦ ਲੋਕਾਂ ਦੀਆਂ ਆਸਾਂ ਪੂਰੀਆਂ ਨਹੀਂ ਹੋ ਰਹੀਆਂ। ਸਰਕਾਰੀ ਸਕੂਲ, ਸਰਕਾਰੀ ਬੱਸਾਂ, ਸਰਕਾਰੀ ਹਸਪਤਾਲ, ਕੱਚੇ ਮੁਲਾਜ਼ਮ, ਬੇਰੁਜ਼ਗਾਰਾਂ ਦੇ ਲਾਠੀਆਂ, ਸਰਕਾਰ ਜਿਹਦੀ ਮਰਜ਼ੀ ਹੋਵੇ। ਪੰਜਾਬ 'ਚ ਇਹ ਕੁਛ ਹੀ ਰਿਹਾ ਨਾ। ਨਸ਼ਾ ਛਡਾਊ ਕੇਂਦਰ ਖੁੱਲ ਗਏ, ਫੈਕਟਰੀਆਂ ਚਲੇ ਗਈਆਂ। ਜਾਣੀ ਇੱਕ ਜੇ ਪੰਜਾਬ ਦੀ ਮੋਟੀ ਤਸਵੀਰ ਦੇਖਣੀ ਹੋਵੇ ਕਿ ਆਹ ਪਹਿਲਾਂ ਫੈਕਟਰੀਆਂ ਸੀ, ਫੈਕਟਰੀਆਂ ਇੱਧਰ ਨੂੰ ਕਿਤੇ ਹੋਰ ਚਲੇ ਗਈਆਂ, ਨਸ਼ਾ ਛਡਾਊ ਕੇਂਦਰ ਪੰਜਾਬ 'ਚ ਆ ਗਏ। ਜਾਣੀ ਦ੍ਰਿਸ਼ ਇਦਾਂ ਹੋ ਗਿਆ। ਹੁਣ ਆਹ ਚੀਜ਼ ਜਿਹੜੀ ਉੱਧਰਲੇ ਪਾਸੇ ਨੂੰ ਚਲੇਗੀ, ਅਗਲਿਆਂ ਨੇ ਦੇਖ ਲਈ, ਅਗਲੇ ਆ ਗਏ। ਇੱਕ ਗੱਲ ਹੋਰ ਨੋਟ ਕਰਨ ਵਾਲੀ ਆ, ਉਧਰ ਨਹੀਂ ਕੋਈ ਆ ਰਿਹਾ। ਜਿਹੜਾ ਵੀ ਬੰਦਾ ਸਿਆਸਤ ਦੀ ਗੱਲ ਕਰਦਾ ਉਹ ਕਹਿੰਦਾ ਯਾਰ ਸਿਆਸਤ 'ਚ ਮੈਂ ਆ ਰਿਹਾ, ਮੈਂ ਲੋਕਾਂ ਦੀ ਸੇਵਾ ਕਰਨੀ। ਲੀਡਰ ਇਹੋ ਕਹਿੰਦੇ ਆ। ਜੇ ਸੇਵਾ ਵਾਲਾ ਹੀ ਕੰਮ ਹੈ ਤੇ ਉਹ ਕਹਿੰਦੇ ਅਸੀਂ ਵੀ ਸੇਵਾ ਕਰਨੀ, ਫਿਰ ਕਰਨ ਦਿਓ, ਹਰਜ ਕੀ ਆ? ਸੋਚਣ ਵਾਲੀ ਗੱਲ ਹੈ ਨਾ। ਜੇ ਅਗਲਾ ਬੰਦਾ ਸਿਆਸਤ 'ਚ ਆਉਂਦਾ ਤੇ ਆਪਾਂ ਕਹਿੰਦੇ ਉਹ ਤੇਰਾ ਭਲਾ ਜੇ ਸਿਆਸਤ 'ਚ ਆ ਗਈ, ਇਹਦਾ ਮਤਲਬ ਸਿਆਸਤਦਾਨ ਨੂੰ ਲੱਗਦਾ ਹੋਊਗਾ ਵੀ ਇਹਦੇ 'ਚ ਕੁਛ ਨਾ ਕੁਛ ਗੱਫੇ ਹੈਗੇ, ਤੇ ਤਾਂ ਹੀ ਆਉਂਦੇ ਵੀ ਯਾਰ ਅਸੀਂ ਛਕਦੇ ਹਾਂ ਤੇ ਇਹ ਛਕਣਗੇ ਜੀ, ਜਾਂ ਤਾਂ ਇੱਦਾਂ ਮੰਨ ਲਈਏ। ਤੇ ਜੇ ਆਪਾਂ ਇਹਨੂੰ ਇੱਦਾਂ ਮੰਨਦੇ ਹਾਂ ਸਿਆਸਤ ਨੂੰ ਵੀ ਯਾਰ ਮੈਂ ਵੀ ਸੇਵਾ ਕਰ ਰਿਹਾ ਤੇ 4 ਬੰਦੇ ਹੋਰ ਸੇਵਾ ਕਰ ਰਹੇ, ਚਲੋ ਯਾਰ ਕੋਈ ਭਲਾ ਹੀ ਹੋਊਗਾ, ਕਿਉਂਕਿ ਸੇਵਾ ਦੇ ਵਿੱਚ ਤੇ ਕੋਈ ਅਗਲਾ ਬੰਦਾ ਆਉਂਦਾ ਨਹੀਂ ਵੀ ਯਾਰ ਮੈਂ ਕਰਨ ਡਿਆ ਤੂੰ ਕਿਉਂ ਕਰਦਾ ਆਣਗੇ ਜੀ। ਹੁਣ ਜੇ ਸਿਆਸਤ ਸੇਵਾ ਹੈ ਮੰਨੀ ਜਾਵੇ ਤੇ ਫਿਰ ਅਗਲੇ ਆ ਗਏ ਸੇਵਾ ਕਰਨ, ਹਰਜ ਕੋਈ ਨਹੀਂ। ਤੇ ਜੇ ਉਹਦੇ ਤੇ ਇਤਰਾਜ਼ ਆ ਵੀ ਇਹ ਸਿਆਸਤ ਕਿਉਂ ਕਰਦਾ, ਤੇ ਫਿਰ ਇਹ ਪਹਿਲੇ ਸਿਆਸਤਦਾਨਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਵੀ ਹਾਂ ਭਾਈ ਸਾਹਿਬ ਵਿੱਚ ਗੱਫੇ ਹੈਗੇ ਤੇ ਅਸੀਂ ਇਕੱਲਿਆਂ ਖਾਣੇ। ਇੱਕ ਪਾਸੇ ਹੋਣਾ ਪੈਣਾ, ਜਾਂ ਉਹਨੂੰ ਸੇਵਾ ਮੰਨ ਲਓ ਜਾਂ ਗੱਫੇ ਮੰਨ ਲਓ। ਇਹ ਗੱਲ ਤੁਹਾਡੀ ਠੀਕ ਹੈ ਤਾਂ ਵੈਸੇ ਹੋ ਸਕਦਾ ਕਿ ਉਹ ਜਿੱਦਾਂ ਮਾਝੇ ਦਾ ਮਾਲਵੇ ਤਾਂ ਦੁਆਬੇ ਦੇ ਵਿੱਚ ਕਈ ਸ਼ਬਦ ਕਿਤੇ ਗੱਫਿਆਂ ਨੂੰ ਸੇਵਾ ਤਾਂ ਨਹੀਂ ਕਹਿੰਦੇ ਰਾਜਨੀਤਿਕ ਭਾਸ਼ਾ ਦੇ ਵਿੱਚ। ਹੁਣ ਸੰਧਾਲੀਆ ਸਾਹਿਬ ਤੁਸੀਂ ਇੱਕ ਹੋਰ ਦੇਖੋ, ਮੈਨੂੰ ਐਂ ਲੱਗਦਾ ਸੀ ਕਿ ਪ੍ਰੈਸ਼ਰ ਗਰੁੱਪ ਰਹਿੰਦਾ ਤਾਂ ਚੰਗਾ ਸੀ। ਮੇਰਾ ਨਿੱਜੀ ਤੌਰ ਦੇ ਉੱਤੇ ਮੰਨਣਾ ਸੀ ਕਿ ਇੱਕ ਦਬਾਓ ਸਮੂਹ ਦੇ ਰੂਪ ਦੇ ਵਿੱਚ ਕੰਮ ਕਰਦੇ ਤਾਂ ਬਹੁਤ ਵਧੀਆ ਸੀ, ਪਰ ਆ ਗਿਆ ਸਿਆਸਤ ਦੇ ਵਿੱਚ ਕੋਈ ਗੱਲ ਨਹੀਂ, ਖੇਡਣ ਦਿਓ। ਤੁਸੀਂ ਇਹ ਦੇਖੋ ਕਿ ਬਹੁਤ ਵੱਡੇ ਇਲਜ਼ਾਮ ਲੱਗਣੇ ਕਿ MLA ਬਣਨਾ ਚਾਹੁੰਦੇ ਆ। ਇਹਨਾਂ ਦੇ ਵਿੱਚੋਂ ਕਈਆਂ ਨੂੰ ਤਾਂ ਰਾਜ ਸਭਾ ਦੇ ਮੈਂਬਰ ਬਣਾਉਣ ਲਈ ਕਈ ਤਰ੍ਹਾਂ ਤਿਆਰ ਸੀ। ਜੇ ਇਹ 1-1, 2-2 ਕਰਕੇ ਵੱਖ-ਵੱਖ ਪਾਰਟੀਆਂ 'ਚ ਜਾਂਦੇ, ਉਹ ਕਿਤੇ ਇਹਨਾਂ ਨੂੰ ਟਿਕਟਾਂ ਨਾ ਦਿੰਦੇ। ਜਾਣੀ 5, 7, 10 ਬੰਦੇ ਸਿਆਸੀ ਪਾਰਟੀਆਂ ਨੇ ਅੱਡੀਆਂ ਚੁੱਕ ਐਡਜਸਟ ਕਰ ਲੈਣੇ ਸੀ ਜੇ ਇਕੱਲੇ ਉਧਰਲੇ ਪਾਸੇ ਤੁਰਨਾ ਹੁੰਦਾ। ਦੂਸਰੀ ਗੱਲ ਕਿ ਬਹੁਤ ਵੱਡੇ ਇਲਜ਼ਾਮ ਲੱਗਦੇ ਜੀ ਆ 2 ਬੰਦੇ ਤਾਂ ਆਪਸ ਦੇ ਵਿੱਚ ਖਿਲਾਫ ਬੋਲਦੇ ਆ। ਡੱਲੇਵਾਲ ਸਾਹਿਬ ਤਾਂ ਰਾਜੇਵਾਲ ਸਾਹਿਬ ਬੋਲੇ ਸੀ, ਹੁਣ ਹੋਰ ਵੀ ਕਈ ਬੰਦੇ ਬੋਲੇ, ਵਿੱਚ ਵੀ ਹੋ ਗਿਆ। ਮੈਂ ਕਹਿੰਦਾ ਕਿ ਮੋਰਚਾ ਸਾਲ ਚੱਲਿਆ, ਇਹਨਾਂ 'ਚੋਂ ਕਿੰਨੇ ਕੁ ਬੰਦੇ ਟੁੱਟ ਗਏ, ਕਿਤੇ ਸਸਪੈਂਡ ਹੁੰਦੇ ਸੀ, ਵਾਪਸ ਆ ਜਾਂਦੇ ਸੀ। ਜੇ ਅੱਜ ਇਹ 2 ਬੰਦੇ ਲੜੇ ਆ, ਕੱਲ੍ਹ ਨੂੰ 4, 6, 7 ਵੀ ਲੜ ਸਕਦੇ ਆ, ਕਿਉਂਕਿ ਅੱਜ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ 26 ਜਥੇਬੰਦੀਆਂ ਇਕੱਠੀਆਂ ਨੇ
22 ਅਸੀਂ ਪਹਿਲਾਂ ਸੀ, 3 ਹੋਰ ਆ ਗਈਆਂ ਤੇ ਇੱਕ ਤਿਆਰ ਹੈ, ਅਸੀਂ 26 ਹੋ ਜਾਣਾ 32 34 ਚੋਂ ਲਾ ਲਓ। ਹੁਣ ਸੰਧਾਲੀਆ ਸਾਹਿਬ ਜੇ ਮੰਨ ਲਓ ਕਿ 2 ਕਿਸਾਨ ਲੀਡਰ ਲੜ ਪਏ, ਇਹਨੂੰ ਇੱਕ ਐਡੀ ਵੱਡੀ ਘਟਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਉਹ ਇੱਕ ਦੂਜੇ ਦੇ ਖਿਲਾਫ ਬੋਲੇ। ਕੀ ਅਕਾਲੀ ਦਲ ਦੇ ਵਿੱਚੋਂ ਟੌੜਾ ਸਾਹਿਬ ਬਾਹਰ ਨਹੀਂ ਸੀ ਗਏ, ਬਰਨਾਲਾ ਪਰਿਵਾਰ ਬਾਹਰ ਨਹੀਂ ਸੀ ਗਿਆ, ਢੀਂਡਸਾ ਸਾਹਿਬ ਬਾਹਰ ਨਹੀਂ ਸੀ ਗਏ, ਉਧਰਲੇ ਪਾਸੇ ਬ੍ਰਹਮਪੁਰਾ ਸਾਹਿਬ ਬਾਹਰ ਨਹੀਂ ਸੀ ਗਏ, ਕੀ ਨਹੀਂ ਸੀ ਹੋਇਆ? ਭਾਜਪਾ ਦੇ ਵਿੱਚੋਂ ਕੀ ਜੋਸ਼ੀ ਸਾਹਿਬ ਬਾਹਰ ਨਹੀਂ ਗਏ, ਰਾਜਕੁਮਾਰ ਗੁਪਤਾ ਸੁਜਾਨਪੁਰ ਵਾਲੇ ਬਾਹਰ ਨਹੀਂ ਗਏ, ਇਧਰਲੇ ਪਾਸੇ ਲੁਧਿਆਣਿਓਂ ਵੀ ਇੱਕ ਬੰਦੇ ਨੂੰ ਟਿਕਟ ਦਿੱਤੀ ਹੈ, ਕੀ ਉਹ ਭਾਜਪਾ ਛੱਡ ਕੇ ਉਧਰ ਨਹੀਂ ਗਏ? ਕਾਂਗਰਸ ਪਾਰਟੀ ਦੇ ਵਿੱਚ ਕੀ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਸਾਹਿਬ ਦੀ ਬੋਲੀ ਵੱਖੋ ਵੱਖਰੀ ਨਹੀਂ, ਜਾਂ ਕੈਪਟਨ ਸਾਹਿਬ ਉਹ ਛੱਡ ਕੇ ਬਾਹਰ ਨਹੀਂ ਗਏ, ਜਾਂ ਬਸਪਾ ਦੇ ਵਿੱਚ ਕਦੇ 2 ਫਾੜ ਨਹੀਂ ਹੋਏ? ਜਾਂ ਤਾਂ ਕਹੋ ਨਾ ਕਿ ਭਾਈ 2 ਬੰਦੇ ਆਪਸ ਵਿੱਚ ਲੜ ਪਏ, ਮਿੱਟੀ ਹੋ ਗਿਆ ਕੰਮ। ਗੱਲ ਹੀ ਕਰਦਾ ਮੈਂ। ਇਹ ਗੱਲ ਸਹੀ ਹੈ। ਦੇਖੋ ਇਹ ਸਾਰੀਆਂ ਗੱਲਾਂ ਅਸੀਂ ਇਸ ਕਰਕੇ ਤੁਹਾਡੇ ਸਨਮੁਖ ਰੱਖ ਰਹੇ ਹਾਂ ਕਿਉਂਕਿ ਸਾਰਾ ਕੁਝ ਸਾਰਿਆਂ ਨੇ ਸੁਣਨਾ। ਆਪਾਂ ਨੂੰ ਇਹ ਵੀ ਹਰੇਕ ਐਂਗਲ ਵਿਚਾਰਿਆ ਜਾਵੇ। ਇੱਕ ਐਂਗਲ ਹੋਰ ਵਿਚਾਰੀਏ, ਕੋਈ ਕਲਾਕਾਰ ਭਾਈ ਠੀਕ ਹੈ, ਅਗਲੇ ਦਾ ਕੰਮ ਚੱਲਦਾ, ਇਸ ਤੋਂ ਪਹਿਲਾਂ ਵੀ ਪੋਲੀਟੀਕਲ ਪਾਰਟੀਆਂ 'ਚ ਆਉਂਦੇ ਰਹੇ, ਹੁਣ ਵੀ ਆ ਰਹੇ ਨੇ, ਗਾਂਹ ਵੀ ਆਉਣਗੇ। ਕੋਈ ਕਲਾਕਾਰ ਕਿਸੇ ਰਾਜਨੀਤਿਕ ਪਾਰਟੀ ਚਲੇ ਜੇ, ਕਦੀ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਕੋਈ ਕਹਿੰਦਾ ਲੈ ਇਹ ਤੇ ਗਾਉਣ ਹੀ ਤਾਂ ਲੱਗਾ ਹੈ ਵੀ ਇਹਨੇ ਰਾਜਨੀਤੀ ਜਾਣਾ, ਇੱਦਾਂ ਥੋੜ੍ਹਾ ਹੁੰਦਾ, ਕੋਈ ਕਹਿੰਦਾ ਹੀ ਨਹੀਂ। ਹੁਣ ਦੂਜੀ ਗੱਲ ਇਹ ਆ ਕਿ ਵੀ ਆਪਾਂ ਇਹ ਵੀ ਦੇਖਿਆ ਇਸ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਧਾਰਮਿਕ ਡੇਰੇ, ਉਹ ਚਾਹੇ ਸਿੱਧੇ ਕਹਿ ਲਓ ਚਾਹੇ ਅਸਿੱਧੇ ਕਹਿ ਲਓ, ਜਿਨ੍ਹਾਂ ਦਾ ਕੰਮ ਹੈ ਰੱਬ ਨਾਲ ਜੋੜਨਾ, ਜਿਨ੍ਹਾਂ ਦਾ ਕੰਮ ਹੈ ਸਾਰਿਆਂ ਨੂੰ ਬਰਾਬਰ ਰੱਖਣਾ, ਜਿਨ੍ਹਾਂ ਦਾ ਕੰਮ ਹੈ ਵੀ ਯਾਰ ਆਪਾਂ ਪਾਪ ਤੋਂ ਦੂਰ ਰਹਿਣਾ, ਪੁੰਨ ਵਾਲੇ ਪਾਸੇ ਜਾਣਾ, ਚੰਗੇ ਕੰਮ ਕਰਨੇ, ਉਹ ਵੀ ਧਿਰ ਬਣਦੇ ਨੇ। ਜਦੋਂ ਆਪਾਂ ਕਿਸੇ ਨੂੰ ਕਹਿੰਦੇ ਵੀ ਫਲਾਣੇ ਦਾ ਖਿਆਲ ਰੱਖੋ, ਇਹਦਾ ਮਤਲਬ ਧਿਰ ਬਣ ਗਏ। ਉਹਨਾਂ ਨੂੰ ਹੀ ਆਪਾਂ ਕਬੂਲ ਕਰ ਲਿਆ ਵੀ ਯਾਰ ਇਹ ਤਾਂ ਇੱਦਾਂ ਹੀ ਆ। ਹੁਣ ਮੈਂ ਇਸ ਗੱਲ ਨੂੰ ਥੋੜ੍ਹਾ ਜਿਹਾ ਹੈਰਾਨ ਆ ਵੀ ਇੱਕ ਪਾਸੇ ਆਪਾਂ ਇੱਕ ਸਿਆਸਤ ਦੇਖੀ, ਉਹਦੇ ਕਈ ਰੰਗ ਦੇਖ ਲਏ, ਦੂਜੇ ਪਾਸੇ ਇੱਕ ਅੰਦੋਲਨ ਦੇਖਿਆ। ਉਸ ਅੰਦੋਲਨ ਦਾ ਆਪਾਂ ਨੂੰ ABCD ਕਰਕੇ ਕਈ ਤਰ੍ਹਾਂ ਦੇ ਫਾਇਦੇ, ਉਹ ਚਾਹੇ ਸਮਾਜਿਕ ਤੌਰ 'ਤੇ ਹੋ ਗਏ, ਚਾਹੇ ਉਹ ਖੇਤੀਬਾੜੀ ਦੇ ਤੌਰ 'ਤੇ ਹੋ ਗਏ, ਉਹ ਨਜ਼ਰ ਆ ਗਏ। ਅਤੇ ਹੁਣ ਜੇ ਜਮਾਂ ਇਲੈਕਸ਼ਨਾਂ ਮੂੰਹ 'ਤੇ ਨੇ ਅਤੇ 2-3 ਮਹੀਨਿਆਂ ਦੀ ਸਾਰੀ ਖੇਡ ਹੈ, ਇਹ ਵੀ ਵੇਖ ਲੈਨੇ ਕੀ ਫਰਕ ਪੈ ਜਾਣਾ। ਨਹੀਂ ਤੇ ਮਾਰਚ ਦੇ ਵਿੱਚ ਪੰਜਾਬ ਦੇ ਉੱਥੇ ਦਾ ਉੱਥੇ ਰਹਿਣਾ, ਕਿਹੜਾ ਚੱਕ ਕੇ ਲੈ ਚੱਲਿਆ। ਨਹੀਂ ਗੱਲ ਤਾਂ ਠੀਕ ਹੈ। ਆਹੋ ਸੰਧਾਲੀਆ ਸਾਹਿਬ, ਮੈਨੂੰ ਇਹ ਲੱਗਦਾ ਕਿ ਪਤਾ ਨਹੀਂ ਇਹਨਾਂ ਦੇ ਕੁਛ ਪੱਲੇ ਪੈਣਾ ਕਿ ਨਹੀਂ ਪੈਣਾ, ਹਾਰਨਾ ਜਿੱਤਣਾ, ਕਿਉਂਕਿ ਅਸੀਂ ਤਾਂ ਹੁਣ ਇਹਨਾਂ ਦਾ ਪਲੇਟਫਾਰਮ ਉਡੀਕਦੇ ਹਾਂ ਕਿ 5-7 ਸਫ਼ੇ ਸਾਨੂੰ ਲਿਖ ਕੇ ਦੇਣ ਕਿ ਅਸੀਂ ਐਂ ਕੰਮ ਕਰਾਂਗੇ, ਉਹ 'ਚੋਂ ਸਵਾਲ ਕੱਢ ਕੇ ਇਹਨਾਂ ਨੂੰ ਕਰੀਏ ਕਿ ਭਾਈ ਕਿੱਦਾਂ ਕਰੋਗੇ, ਦੱਸੋ ਪੈਸੇ ਕਿੱਥੋਂ ਆਉਣਗੇ, ਕਿਵੇਂ। ਹੁਣ ਅੱਜ ਤੁਸੀਂ ਦੇਖੋ ਵੜਿੰਗ ਸਾਹਿਬ ਨੇ ਕੋਸ਼ਿਸ਼ ਕੀਤੀ ਜੀ, ਬੱਸਾਂ ਚੱਲਦੀਆਂ ਐ ਕਰਦੀਆਂ, ਅਦਾਲਤਾਂ ਢਹਿ ਢੇਰੀ ਹੋ ਗਏ ਨੇ, ਕੁਛ ਨਹੀਂ ਕਰ ਸਕੇ। 13-14-15 ਚਿੱਠੀਆਂ ਲਿਖੀਆਂ, ਕੇਜਰੀਵਾਲ ਸਾਹਿਬ ਨਹੀਂ ਜਵਾਬ ਦਿੱਤਾ ਵੀ ਅਗਲੇ ਨੇ। ਇੱਦਾਂ ਹੀ ਜੇ ਕੱਲ੍ਹ ਨੂੰ ਕਿਸਾਨ ਲੀਡਰ ਮੰਨ ਲਓ ਚੋਣ ਜਿੱਤ ਕੇ ਕਹਿਣਗੇ ਜੀ ਅਸੀਂ ਤਾਂ ਕੀਤਾ ਹੋਇਆ ਨਹੀਂ, ਇੱਦਾਂ ਤਾਂ ਸਾਰੇ ਹੀ ਕਰਦੇ ਆ, ਹੁੰਦਾ ਨਹੀਂ, ਇੱਦਾਂ ਤਾਂ ਅਦਾਲਤਾਂ ਦੇ ਵਿੱਚੋਂ ਕਈ ਕੇਸ ਰਿਹਾ, ਹੁੰਦਾ ਨਹੀਂ, ਇੱਦਾਂ ਨਹੀਂ ਕਿਸੇ ਨੇ ਸੁਣਨਾ। ਬਾਕੀ ਮੈਨੂੰ ਐਂ ਲੱਗਦਾ ਸੀ ਕਿ ਹੋ ਸਕਦਾ ਇਹਨਾਂ ਦਾ ਸਿਆਸਤ ਦੇ ਵਿੱਚ ਆਉਣਾ ਨਜਾਇਜ਼ ਹੋਵੇ, ਪਰ ਦੂਜੇ ਪਾਸੇ ਕਈ ਚੀਜ਼ਾਂ ਬਹੁਤ ਛੇਤੀ ਅਸੈਪਟ ਹੋ ਜਾਂਦੀਆਂ, ਬਹੁਤ ਛੇਤੀ ਅਸੈਪਟ ਹੋ ਜਾਂਦੀਆਂ, ਪਰ ਉਹੀ ਬੰਦੇ ਇਹਨਾਂ ਨੂੰ ਬਹੁਤ ਉਛਾਲ ਰਿਹਾ। ਤੁਸੀਂ ਦੇਖੋ ਸਿਕੰਦਰ ਸਿੰਘ ਮਲੂਕਾ ਰਾਜਨੀਤੀ ਕਰਦੇ ਸੀ, ਉਹਨਾਂ ਦੇ ਬੇਟਾ ਸਾਹਿਬ ਜਿਹੜੇ ਆ ਉਹ ਛੋਟੇ ਮਲੂਕਾ ਸਾਹਿਬ, ਗੁਰਪ੍ਰੀਤ ਸਿੰਘ ਹੋਰੀ, ਉਹ ਰਾਜਨੀਤੀ ਦੇ ਵਿੱਚ ਆਰਾਮ ਨਾਲ ਆ ਗਏ। ਇਸੇ ਤਰੀਕੇ ਬ੍ਰਹਮ ਮਹਿੰਦਰਾ ਸਾਹਿਬ ਦੇ ਬੇਟੇ ਮੋਹਿਤ ਮਹਿੰਦਰਾ ਹੋਰੀ ਤਿਆਰ ਨੇ, ਆਰਾਮ ਨਾਲ ਐਡਜਸਟ ਹੋ ਜਾਣੇ ਆ। ਲਾਲ ਸਿੰਘ ਹੋਰਾਂ ਦੇ ਬੇਟੇ ਰਜਿੰਦਰ ਸਿੰਘ ਹੋਰੀ, ਉਹ ਆਰਾਮ ਨਾਲ ਰਾਜਨੀਤੀ ਦੇ ਵਿੱਚ ਆਏ, MLA ਬਣ ਕੇ ਐਡਜਸਟ ਹੋ ਗਏ। ਚੌਧਰੀ ਜਗਜੀਤ ਸਿੰਘ ਹੋਰੀ ਦੁਨੀਆ ਦੇ ਵਿੱਚ ਨਹੀਂ ਹੈਗੇ, ਉਹਨਾਂ ਦਾ ਬੇਟਾ ਕਰਤਾਰਪੁਰ ਤੋਂ MLA ਹੈ, ਚੌਧਰੀ ਸੁਰਿੰਦਰ ਸਿੰਘ ਐਡਜਸਟ ਹੋ ਗਏ। ਇਸੇ ਤਰੀਕੇ ਚੌਧਰੀ ਸੰਤੋਖ ਸਿੰਘ ਹੋਰੀ MP ਹੈ, ਉਹਨਾਂ ਦਾ ਬੇਟਾ ਚੌਧਰੀ ਬਿਕਰਮਜੀਤ ਸਿੰਘ, ਉਹ ਇਲੈਕਸ਼ਨ ਇੱਕ ਵਾਰੀ ਲੜ ਚੁੱਕੇ ਆ, ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ, ਐਡਜਸਟ ਹੋ ਗਏ। ਇਸੇ ਤਰੀਕੇ ਮੈਂ ਥੋੜੇ ਨਾਂ ਲਏ ਆ, ਬਹੁਤ ਸਾਰੀਆਂ ਰਾਜਨੀਤਿਕ ਧਿਰਾਂ ਦੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ 5-7 ਦਰਜਨ ਲੀਡਰ ਇਦਾਂ ਦੇ ਨੇ। ਢੀਂਡਸਾ ਸਾਹਿਬ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ, ਉਹ ਐਡਜਸਟ ਹੈ। ਭੁੰਦਰ ਸਾਹਿਬ ਦਾ ਬੇਟਾ ਐਡਜਸਟ ਹੈ। ਸੇਵਾ ਸਿੰਘ ਸੇਖਵਾਂ ਸਾਹਿਬ ਦਾ ਬੇਟਾ ਜਗਰੂਪ ਸਿੰਘ ਸੇਖਵਾਂ ਕੈਂਡੀਡੇਟ ਹੈ। ਜਾਨੀ ਕਿੰਨੇ ਬੰਦੇ ਆ। ਵੱਡੇ ਬਾਦਲ ਸਾਹਿਬ ਦਾ ਬੇਟਾ, ਮੈਂ ਉਹ ਛੱਡ ਗਿਆ ਸੀ, ਵੱਡੇ ਟੱਬਰ ਅਨਿੰਦਰ ਟਿੱਕੂ ਸਾਰੇ ਛੱਡ ਗਿਆ ਸੀ ਬੰਦੇ। ਚੱਕਰ ਪਤਾ ਕੀ ਆ, ਮਤਲਬ ਇਹ ਹੋ ਗਿਆ ਵੀ ਆਪਾਂ ਜਿਵੇਂ ਦੀ ਸਿਆਸਤ ਇਸ ਵਕਤ ਦੇਖਦੇ ਪਏ ਆ, ਉਹਦੇ ਵਿੱਚ ਸਾਰੇ ਰੰਗ ਦੇਖ ਲਏ, ਕੋਈ ਰੰਗ ਨਹੀਂ ਬਚਿਆ। ਉਹਦੇ 'ਚ ਸਿਰਫ ਇਹ ਇੱਕ ਰੰਗ ਆ, ਐਂਡ ਇਹਨੂੰ ਆਪਾਂ ਇਹ ਜ਼ਰੂਰ ਇੱਦਾਂ ਦੇਖਿਆ ਜਾਵੇ ਵੀ ਯਾਰ ਜਿਹੜਾ ਬੰਦਾ ਇੱਥੇ ਜਿਵੇਂ ਦਾ ਇਤਰਾਜ਼ ਕਰ ਰਿਹਾ, ਉਹ ਲੀਕ ਮਾਰ ਕੇ ਜ਼ਰੂਰ ਦੇਖਣਾ ਵੀ ਇਹ ਇਤਰਾਜ਼ ਠੀਕ ਹੈ ਕਿ ਜਾਂ ਇਹ ਧੱਕੇ ਵਾਲਾ ਇਤਰਾਜ਼ ਹੈ, ਇਹਦੇ 'ਚ ਲਾਭ ਹੈਗਾ ਕਿ ਇਹਦੇ 'ਚ ਹਾਨੀ ਹੈ। ਉਹ ਲਾਭ ਹਾਨੀ ਵਾਲਾ ਪੇਜ ਜਿੱਦਣ ਬਣ ਗਿਆ, ਇਲੈਕਸ਼ਨਾਂ ਤੱਕ ਬਣ ਜਾਣਾ, ਜੇ ਆਪਾਂ ਇਮਾਨਦਾਰੀ ਨਾਲ ਬਣਾਵਾਂਗੇ, ਬੜੀ ਗੱਲ ਕਲੀਅਰ ਹੋ ਜਾਣੀ ਆ ਵੀ ਇਹਨਾਂ ਦਾ ਆਉਣਾ ਜਾਇਜ਼ ਸੀ ਕਿ ਨਜਾਇਜ਼ ਸੀ, ਵੋਟ ਪਾਉਣੀ ਚਾਹੀਦੀ ਹੈ ਕਿ ਨਹੀਂ ਪਾਉਣੀ ਚਾਹੀਦੀ, ਗੱਲ ਖਤਮ। ਗੱਲ ਇੱਥੇ ਹੀ ਆ। ਬਾਕੀ ਸੰਧਾਲੀਆ ਸਾਹਿਬ, ਅਸੀਂ ਤਾਂ ਇੱਕੋ ਹੀ ਬੇਨਤੀ ਕਰਦੇ ਹਾਂ, ਨਾ ਤੁਹਾਨੂੰ ਬਲਬੀਰ ਸਿੰਘ ਰਾਜੇਵਾਲ ਨੇ ਕੁਛ ਦੇਣਾ ਹੈ, ਨਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੁਛ ਦੇਣਾ ਹੈ, ਨਾ ਤੁਹਾਨੂੰ ਨਵਜੋਤ ਸਿੰਘ ਸਿੱਧੂ ਚੰਨੀ ਸਾਹਿਬ ਤੇ ਜਾਖੜ ਸਾਹਿਬ ਨੇ ਕੁਛ ਦੇਣਾ ਹੈ, ਨਾ ਅਸ਼ਵਨੀ ਸ਼ਰਮਾ ਸਾਹਿਬ ਨੇ ਕੁਛ ਦੇਣਾ ਹੈ, ਨਾ ਜਸਵੀਰ ਸਿੰਘ ਗੜੀ ਨੇ ਦੇਣਾ, ਤੇ ਨਾ ਸਿਮਰਜੀਤ ਸਿੰਘ ਬੈਂਸ ਨੇ। ਕੋਈ ਰਹਿ ਤਾਂ ਨਹੀਂ ਗਿਆ,
ਢੀਂਡਸਾ ਸਾਹਿਬ ਭਗਵੰਤ, ਉਹ ਕੇਜਰੀਵਾਲ ਸਾਹਿਬ ਭਗਵੰਤ ਮਾਨ ਮਾਫ ਕਰਨਾ, ਢੀਂਡਸਾ ਸਾਹਿਬ ਵੀ ਛੱਡ ਚੱਲੇ ਸੀ, ਗੱਠਜੋੜ ਵੀ ਹੁੰਦਾ ਛੁੱਟ ਗਿਆ ਸੀ ਉਹਨਾਂ ਦਾ। ਬੈਂਸ ਭਰਾਵਾਂ ਦੀ ਗੱਲ ਵੀ ਕਰ ਲਓ, ਉਹਨਾਂ ਦੀ ਪਾਰਟੀ ਵੱਖਰੀ, ਨਹੀਂ ਉਹ ਤਰਾਜ ਕਰ ਦਿੰਦੇ ਯਾਰ ਸਾਨੂੰ ਸਾਦੇ ਨਹੀਂ ਤਾਂ ਫਿਰ ਸੱਦ ਲੈਨੇ ਆ ਜਾਣ। ਨਹੀਂ ਉਹ ਵਿਧਾਨ ਸਭਾ ਜਦੋਂ ਕੈਪਟਨ ਸਾਹਿਬ ਸਾਦੇ ਹੁੰਦੇ। ਹੁਣ ਮੈਂ ਗੱਲ ਕਰ ਰਿਹਾ ਸੀ ਕਿ ਇਹਨਾਂ ਸਾਰਿਆਂ ਤੋਂ ਕੋਈ ਆਸ ਨਹੀਂ ਰੱਖਣੀ, ਮੈਂ ਰਾਜੇਵਾਲ ਸਾਹਿਬ ਦਾ ਨਾਂ ਸਭ ਤੋਂ ਪਹਿਲਾਂ ਲਿਆ। ਆਸ ਤੁਸੀਂ ਆਪਣੇ ਆਪ ਤੋਂ ਰੱਖਣੀ ਆ ਪੰਜਾਬੀਓ। ਜੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਚੋਣ ਮੁੱਦਿਆਂ ਤੇ ਲੜੀ, ਜੇ ਤੁਸੀਂ ਰਾਜੇਵਾਲ ਸਾਹਿਬ ਨੂੰ ਵੋਟਾਂ ਪਾਈਆਂ, ਕੈਪਟਨ ਸਾਹਿਬ ਨੂੰ, ਬਾਦਲ ਸਾਹਿਬ ਨੂੰ, ਭਗਵੰਤ ਮਾਨ ਨੂੰ, ਨਵਜੋਤ ਸਿੰਘ ਸਿੱਧੂ ਨੂੰ, ਤੁਹਾਡੇ ਪੱਲੇ ਕੱਖ ਨਹੀਂ ਪੈਣਾ। ਉਹ ਬੰਦੇ ਕਹਿੰਦੇ ਕੀ ਆ ਕਿ ਪੰਜਾਬ ਦੇ ਮੁੱਦਿਆਂ ਦਾ ਹੱਲ ਕੀ ਹੈ? ਕੋਈ ਕਹਿ ਦੂ ਤੁਹਾਨੂੰ ਨੌਕਰੀਆਂ ਦੇ ਦੇਵਾਂਗੇ, ਨੌਕਰੀਆਂ ਉਹ ਦੇ ਦੇਣਗੇ, ਤਨਖਾਹ ਖਜ਼ਾਨੇ 'ਚ ਜਾਣੀ ਹੈ, ਖਜ਼ਾਨੇ 'ਚ ਪੈਸੇ ਕਿੱਦਾਂ ਆਉਣੇ ਆ ਪਹਿਲਾਂ ਪੁੱਛਣਾ। ਕੋਈ ਬੰਦਾ ਆਖੂ ਜੀ ਅਸੀਂ ਤੁਹਾਨੂੰ ਸਾਫ਼ ਪਾਣੀ ਦੇ ਦੇਵਾਂਗੇ, ਸਾਫ਼ ਪਾਣੀ ਦੇ ਲਈ ਪੈਸੇ ਕਿੰਨੇ ਲੱਗਣੇ ਆ, ਪੈਸੇ ਕਿੱਥੋਂ ਆਉਣੇ ਆ ਪਹਿਲਾਂ ਪੁੱਛੋ। ਨਸ਼ਾ ਬੰਦ ਕਰ ਦੇਵਾਂਗੇ, ਕਿਵੇਂ ਕਰੋਗੇ? ਭ੍ਰਿਸ਼ਟਾਚਾਰ ਕਿਵੇਂ ਬੰਦ ਕਰੋਗੇ? ਰੇਤਾ ਵਾਲਾ ਮਸਲਾ ਕਿਵੇਂ ਹੱਲ ਕਰੋਗੇ? ਸਿੱਖਿਆ ਤੇ ਸਿਹਤ ਦੇ ਮੁੱਦੇ ਤੋਂ ਜੇ ਪੰਜਾਬੀ ਇਸ ਵਿਧਾਨ ਸਭਾ ਚੋਣ 'ਚ ਲਾਂਭੇ ਰਹਿ ਗਏ, ਤੁਸੀਂ ਇਹਨਾਂ 10 ਬੰਦਿਆਂ ਦੇ ਵਿੱਚੋਂ ਜਿਹਨੂੰ ਮਰਜ਼ੀ ਜਿਤਾ ਲਓ, ਤੁਹਾਡੇ ਪੱਲੇ ਕੱਖ ਨਹੀਂ ਪੈਣਾ। ਜੇ ਤੁਸੀਂ ਮੁੱਦਿਆਂ ਤੇ ਚੋਣ ਲੜੀ, ਬੰਦਾ ਜਿਹੜਾ ਮਰਜ਼ੀ ਆ ਜਾਵੇ, ਤੁਹਾਡੇ ਮੁੱਦੇ ਕਾਇਮ ਰਹਿਣਗੇ, ਮੁੱਦਿਆਂ ਤੋਂ ਪਰੇ ਨਾ ਹੋਇਓ। ਇੱਕ ਚੀਜ਼ ਹੋਰ ਜੀ, ਇੱਕ ਨਾ ਦੇਖੋ, ਹਾਜਮੇ ਦੀ ਗੱਲ ਕੁਦਰਤੀ ਮੇਰੇ ਦਿਮਾਗ 'ਚ ਆਇਆ ਵੀ 4.5 ਸਾਲ ਪੌਣੇ 5 ਸਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੀਗੇ ਕੈਪਟਨ ਅਮਰਿੰਦਰ ਸਿੰਘ ਹੋਰੀ ਜੀ। ਅਚਾਨਕ ਉਹ ਕਿਸੇ ਹੋਰ ਪਾਰਟੀ ਬਣਾ ਲੈਂਦੇ ਆ ਜਾਂ ਕਿਸੇ ਹੋਰ ਪਾਸੇ ਚਲੇ ਜਾਂਦੇ। ਮੈਂ ਨਾ ਐਸੀ ਹਾਜਮੇ ਵਾਲੀ ਗੋਲੀ ਖਾਧੀ ਪੰਜਾਬ ਵਾਲਿਆਂ ਨੂੰ, ਨਾਲ ਭੱਜ ਗਿਆ ਕੰਮ ਹੈ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਕੀਤਾ। ਹੁਣ ਹੋ ਸਕਦਾ 15-20 ਦਿਨੀ ਤੱਕ ਜਦੋਂ ਉਹ ਦੁਬਾਰਾ ਆਉਣਗੇ, ਈਵਨ ਹੁਣ ਤਾਂ 3 ਜਨਵਰੀ ਨੂੰ ਕਹਿੰਦੇ ਵੀ ਮੋਦੀ ਸਾਹਿਬ ਆ ਰਹੇ ਨੇ ਪੰਜਾਬ 'ਚ, ਚਰਚਾ ਚਲੋ ਅੱਜ ਕੱਲ੍ਹ ਕਲੀਅਰ ਹੋ ਜੂਗੀ ਗੱਲ ਵੀ ਹੁਸ਼ਿਆਰਪੁਰ ਆਉਂਦੇ ਨੇ, ਫਿਰੋਜ਼ਪੁਰ ਆਉਂਦੇ ਨੇ, ਕਿੱਥੇ ਆਉਂਦੇ ਨੇ। ਹੁਣ ਉਹ ਆਰਥਿਕ ਪੈਕੇਜ ਵੀ ਦੇਣਗੇ, ਉਸ ਸਟੇਜ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਹੋਣਗੇ, ਹੋਰ ਸਿਰਸਾ ਸਾਹਿਬ ਵੀ ਹੋਣਗੇ, ਕਈ ਲੀਡਰ ਇਹੋ ਜਿਹੇ ਹੋਣਗੇ ਜਿਹੜੇ ਅਲੱਗ-ਅਲੱਗ ਪਾਰਟੀਆਂ 'ਚ ਹੋਣਗੇ, ਸਾਹਮਣੇ ਬਹਿ ਕੇ ਨਾਅਰੇ ਵੀ ਲੱਗਣਗੇ, ਅਖਬਾਰਾਂ 'ਚ ਫੋਟੋਆਂ ਵੀ ਆਉਣਗੀਆਂ, ਆਪਾਂ ਵੀ ਮੀਡੀਆ 'ਚ ਬਹਿ ਕੇ ਇੱਥੇ ਚਰਚਾ ਕਰਾਂਗੇ। ਉਹ ਸਾਰਾ ਕੁਝ ਹਾਜਮੇ ਵਾਲੀ ਗੋਲੀ ਨਾਲ ਪਚ ਜਾਣਾ ਹੈ ਨਾ। ਮਤਲਬ ਜੇ ਸਾਰਾ ਕੁਝ ਆਲਰੇਡੀ ਪਚ ਰਿਹਾ, ਤੇ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਆਪਾਂ ਨੂੰ ਕਿਸੇ ਦੀ ਗੱਲ ਸੁਣ ਕੇ ਪ੍ਰਭਾਵਿਤ ਹੋਣ ਨਾਲੋਂ ਈਵਨ ਸਾਡੀ ਗੱਲ ਵੀ ਨਹੀਂ ਸੁਣਨ ਦੀ ਲੋੜ ਹੈਗੀ। ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਸਾਡੀ ਗੱਲਬਾਤ ਦੇ ਵਿੱਚੋਂ ਤੁਸੀਂ ਸਿਰਫ ਇਹ ਗੱਲ ਕਰਨੀ ਹੈ ਵੀ ਨਾ ਸਾਨੂੰ ਸੁਣਨਾ ਨਾ ਕਿਸੇ ਨੂੰ ਸੁਣਨਾ ਜੀ, ਸਿਰਫ ਇਹ ਕਾਪੀ ਲਾਉਣੀ, ਲੀਕ ਮਾਰਨੀ, ਲਾਭਾ ਨਹੀਂ ਲਿਖਣੀ ਵੀ ਕਿਹਦੇ 'ਚ ਕੀ ਹੋ ਰਿਹਾ, ਦੂਰ ਖੜ੍ਹ ਕੇ ਦੇਖਣਾ, ਫਿਰ ਆਪਾਂ ਨੂੰ ਤਸਵੀਰ ਨਜ਼ਰ ਆਉਂਦੀ। ਜੇ ਆਪਾਂ ਲੜਾਈ ਦੇ ਵਿੱਚ ਕੁੱਦ ਗਏ, ਉੱਥੇ ਭੀੜ ਭੜੱਕੇ ਮੇਲੇ 'ਚ ਨਹੀਂ ਪਤਾ ਲੱਗਦਾ ਵੀ ਧੱਕਾ ਕਿੰਨੇ ਮਾਰਿਆ ਤੇ ਕੌਣ ਮਾਰਦਾ ਹੀ। ਥੋੜਾ ਜਿਹਾ ਬੰਦਾ ਖੜ ਕੇ ਪਿੱਛੋਂ ਦੇਖੇ ਨਾ, ਫਿਰ ਪਤਾ ਓਹ ਇਹ ਧੱਕੇ ਵਾਲਾ ਕੰਮ ਤਾਂ ਇੱਧਰੋਂ ਚੱਲਣ ਡਿਆ, ਉੱਧਰੋਂ ਤੇ ਕੰਮ ਸਾਰਾ ਖਾਲੀ ਹੈ, ਦੂਰ ਖੜ ਕੇ ਵੇਖਣ ਦੀ ਲੋੜ ਆ। ਜ਼ਰੂਰੀ ਹੈ। ਦੇਖੋ ਪੰਨੂ ਸਾਹਿਬ ਹੁੰਦੇ ਤਾਂ ਉਹਨਾਂ ਨੇ ਬਹੁਤ ਗੰਭੀਰ ਗੱਲਾਂ ਕਰਨੀਆਂ ਸੀ, ਪਰ ਅਸੀਂ ਇੱਕ ਜ਼ਰੂਰ ਤੁਹਾਨੂੰ ਕਹਿੰਦੇ ਹਾਂ ਕਿ ਹਰ ਵਾਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ 2-3 ਮਹੀਨੇ ਪਹਿਲਾਂ ਪੰਜਾਬ 'ਚ ਸ਼ਰਾਬ ਦੀ ਖਪਤ ਵੱਧ ਜਾਂਦੀ ਹੈ, ਜਿਹੜੀ ਸਰਕਾਰੀ ਵਿਕਦੀ ਹੈ। ਮੈਂ ਫੇਰ ਗੱਲ ਕਹਿਣਾ ਕਿ ਜਿਹੜੀ ਕਾਗਜ਼ਾਂ 'ਚ ਵਿਕਦੀ ਹੈ, ਔਨ ਰਿਕਾਰਡ ਵਿਕਦੀ ਹੈ, ਆਫ ਦੀ ਰਿਕਾਰਡ ਤਾਂ ਪਤਾ ਨਹੀਂ ਕਿੰਨੀ ਕੁ ਵਿਕਦੀ ਹੋਣੀ ਹੈ। ਜੇ ਪੰਜਾਬ ਦੇ ਵਿੱਚ ਇਲੈਕਸ਼ਨ 'ਚ ਸ਼ਰਾਬ ਦੀ ਖਪਤ ਹੀ ਵਧਣੀ ਹੈ, ਅਸੀਂ ਕਿੱਥੋਂ ਆਸ ਕਰ ਲਾਂਗੇ ਕਿ ਭਾਈ ਕੱਲ੍ਹ ਨੂੰ ਡਿਵੈਲਪਮੈਂਟ ਹੋਏਗੀ, ਵਿਕਾਸ ਹੋਏਗਾ? ਜਾਂ ਤਾਂ ਤੁਸੀਂ 2 ਮਹੀਨੇ ਬੋਤਲ ਵਾਲਾ ਰੰਗਦਾਰ ਪਾਣੀ ਅੰਦਰ ਸਿੱਟਣਾ ਹੀ, ਜਾਂ ਆਪਦੇ ਨਿਆਣੇ ਨੂੰ ਚੰਗੀ ਸਿੱਖਿਆ ਤੇ ਚੰਗੀ ਸਿਹਤ ਦੇਣੀ ਹੈ। ਇਹ ਗੱਲ ਬੜੀ ਕਲੀਅਰ ਹੈ। ਜੇ ਤਾਂ ਹੁਣ ਕੋਈ ਮੰਨੇ ਨਾ ਮੰਨੇ, ਕਿਉਂਕਿ ਔਨ ਰਿਕਾਰਡ ਇਹ ਕੁਝ ਨਹੀਂ ਹੁੰਦਾ। ਸੰਧਾਲੀਆ ਸਾਹਿਬ, ਸਾਰਾ ਕੁਝ ਤੁਹਾਨੂੰ ਤਾਂ ਵੱਧ ਪਤਾ, ਲੀਡਰ ਬੰਦੇ ਹੋ। ਹੁਣ ਇਹ ਮੇਰੀ ਗੱਲ ਪਾ ਦਿਓ ਸਾਰਾ। ਨਹੀਂ ਸਾਰਾ ਕੁਝ ਕਿਆ ਪਿੰਡ ਕਿੰਨਾ ਹੀ, ਉੱਥੇ ਕਿੰਨੀਆਂ ਪੇਟੀਆਂ ਲੱਗਣੀਆਂ, ਸਾਰੇ ਨਹੀਂ ਕਰਦੇ ਕਿ ਉੱਥੇ ਕਿਹੜਾ ਸੌਦਾ ਚਾਹੀਦਾ, ਕੈਸ਼ ਕਿੰਨਾ ਚਾਹੀਦਾ, ਆਹ ਕਿੰਨਾ ਹੁੰਦਾ ਕਿ ਨਹੀਂ ਸਾਰਾ ਕੁਝ। ਤੇ ਜੇ ਅਗਲੇ ਤੁਹਾਡੇ ਪਿੰਡ ਨੂੰ ਪੇਟੀਆਂ 'ਚ ਤੋਲਦੇ ਆ ਤਾਂ ਫਿਰ ਪੇਟੀਆਂ 'ਚ ਹੀ ਤੋਲਿਓ, ਫਿਰ ਤੁਹਾਨੂੰ ਪੇਟੀ ਬੰਦ ਕਰ ਦਿੰਦੇ ਹੋ ਜਿੱਥੇ ਬੇਬੇ ਦੀ ਉਹ ਦਰੀ ਪਈ ਆ। ਮੈਂ ਕਿਹਾ ਉਹ ਪੂਰਾ 5 ਸਾਲ ਕਰਦੇ ਨੇ। ਮੈਂ ਫਿਰ ਉਹੀ ਗੱਲ ਵਾਰ-ਵਾਰ ਕਹਿਣਾ ਨਾ, ਜਿਹੜੀ ਚੀਜ਼ ਦੇ ਉੱਪਰ ਉਹ ਆਪਣੀ ਸ਼ਰਤਾਂ 'ਚ ਲਾਵਾਂਗੇ ਆਪਾਂ, ਚਲੋ ਨਵੇਂ ਸਾਲ 'ਚ ਲਾਉਂਦੇ ਆ ਜੀ। ਉਹ ਇਹ ਆ ਕਿ ਵੀ ਅਗਲਾ ਕਹਿੰਦਾ ਵੀ 5 ਸਾਲ ਐਨ ਇਹਨਾਂ ਨੂੰ ਕੁਛ ਨਹੀਂ ਉਹ ਪੁੱਛਣਾ, ਬਸ ਉੱਨ ਆਉਣ ਦੇਣੀ ਹੈ। ਜਦੋਂ ਪਤਾ ਵੀ ਹੁਣ ਮੁੰਨਣ ਦਾ ਟਾਈਮ ਆ ਗਿਆ, ਥੋੜ੍ਹੇ ਪੱਠੇ ਪਾ ਲੈਣੇ ਆ, ਉਸ ਤੋਂ ਬਾਅਦ ਵਾਰੀ ਲੈਣ ਸਿਰ ਲਿਆ ਕੇ ਮੁੰਨਣ ਤੋਂ ਬਾਅਦ ਦੁਬਾਰਾ ਦੂਜੇ ਤਵੇਲੇ 'ਚ ਬੰਦ ਕਰ ਦੇਣੀ, ਉਦੋਂ ਫਿਰ ਵੇਖਾਂਗੇ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ, ਲਾਵਾਂਗੇ, ਨਵਾਂ ਸਾਲ ਚੜ੍ਹ ਲੈਣ ਦਿਓ, ਅੱਜ ਰੱਖ ਮੈਨੀਫੈਸਟੋ ਆ ਲੈਣ ਦਿਓ, ਚੋਣ ਜ਼ਾਬਤਾ ਲੱਗ ਜੀ। ਹਾਂ, ਚੋਣ ਜ਼ਾਬਤਾ ਬਾਅਦ 'ਚ ਹੋਰ ਕੋਈ ਐਲਾਨ ਨਹੀਂ ਹੋਣਾ, ਸ਼ਰਤ ਦਾ ਐਲਾਨ ਕਰਾਂਗੇ। ਹਾਂ, ਫਿਰ ਸ਼ਰਤ ਦਾ ਐਲਾਨ ਚੋਣ ਜ਼ਾਬਤੇ। ਬਾਕੀ ਸੰਧਾਲੀਆ ਸਾਹਿਬ, ਇੰਨੀ ਗੱਲ ਜ਼ਰੂਰ ਹੈ ਕਿ ਅਸੀਂ ਨਹੀਂ ਕਹਿੰਦੇ ਕਿ ਇਹਨਾਂ ਨੇ ਜਿੱਤਣਾ, ਕਿ ਇਹਨਾਂ ਨੇ ਹਾਰਨਾ। ਹਰ ਇੱਕ ਬੰਦੇ ਨੂੰ ਹੱਕ ਹੈ। ਅੱਗੇ 2 ਹੁੰਦੀਆਂ ਸੀ, ਫਿਰ 3 ਹੋ ਗਈਆਂ, ਅੱਜ 7 ਹੋ ਜਾਣਗੀਆਂ, ਕਿਹੜੀ ਗੱਲ ਹੈ, ਆਉਣ ਦਿਓ ਬਸ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜ਼ਾਬਤੇ ਦੇ ਵਿੱਚ ਰਹਿ ਕੇ ਸਾਰੇ ਜਣੇ ਗੱਲਾਂ ਕਰਨ। ਬਾਕੀ ਇੱਕ ਹੋਰ ਪਤਾ ਲੱਗਾ ਸੀ ਕਿ ਐਤਕੀ ਕੰਮ ਦੂਜੇ ਪਾਸੇ ਨੂੰ ਚਲੇ ਜਾਣਾ ਹੈ। ਕਿਹੜੇ ਪਾਸੇ ਨੂੰ ਭਾਜੀ? ਜਲੰਧਰ ਦੇ ਵਿੱਚ ਉਹਨਾਂ ਨੇ ਸਰਦਾਰ ਸਾਹਿਬ ਵੱਡੇ ਭਾਜੀ ਦਫ਼ਤਰ ਖੋਲ੍ਹ ਦਿੱਤਾ ਹੀ, ਆ ਕੇ ਆਪਸ ਦੇ ਵਿੱਚ ਹੀ ਨਾ ਭਿੜੀ ਜਾਣ। 2-3 ਕੋਠੀਆਂ ਕਿਰਾਏ ਤੇ ਲਈਆਂ ਭਾਰਤੀ ਜਨਤਾ ਪਾਰਟੀ ਵਾਲੇ ਨੇ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ 24 ਤਰੀਕ ਨੂੰ ਚੰਡੀਗੜ੍ਹ ਵੋਟਾਂ ਪੈਣੀਆਂ ਨਿਗਮ ਦੀਆਂ, 25 ਤਰੀਕ ਨੂੰ ਅਗਲਿਆਂ ਨੇ ਟਰੱਕਾਂ 'ਚ ਸਮਾਨ ਢੋ ਲੈਣਾ। ਜਲੰਧਰ ਦੇ ਵਿੱਚ ਭਾਜਪਾ ਨੇ ਆਪਣਾ ਦਫ਼ਤਰ ਖੋਲ੍ਹਤਾ। ਕੇਂਦਰ ਸਰਕਾਰ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ
ਖੁਦ ਆਏ, ਪ੍ਰੈਸ ਕਾਨਫਰੰਸ ਕੀਤੀ, ਰੀਬਨ ਕੱਟਿਆ, ਨਾਰੀਅਲ ਤੋੜਿਆ ਉੱਥੇ, ਤੇ ਸਾਰਾ ਕੁਝ ਕਰਕੇ ਤਾਂ ਕਹਿੰਦੇ ਭਾਈ ਹੁਣ 24 ਘੰਟੇ ਜਿੱਦਾਂ ਭਾਜਪਾ ਦਾ ਕੌਮੀ ਦਫ਼ਤਰ ਵਰਕਿੰਗ ਕਰਦਾ ਉਦਾਂ ਹੀ ਕੰਮ ਚੱਲੂਗਾ। ਨਾਲ ਹੀ ਇੱਕ ਦਫ਼ਤਰ ਜਿਹੜਾ IT ਵਿੰਗ ਦਾ ਖੋਲ੍ਹ ਦਿੱਤਾ। ਹਿਮਾਚਲ ਦੇ, ਹਰਿਆਣੇ ਦੇ ਬਹੁਤ ਸਾਰੇ ਲੀਡਰ ਆਏ ਸੀ ਤੇ ਬਹੁਤ ਸਾਰੇ ਉਹ ਸੱਜਣ ਉੱਥੇ ਦੇਖੇ ਗਏ ਜਿਹੜੇ ਕਦੇ ਵੀ ਰਾਜਨੀਤੀ 'ਚ ਸਰਗਰਮੀ ਤੌਰ 'ਤੇ ਨਹੀਂ ਦੇਖੇ ਜਾਂਦੇ। ਉਹਨਾਂ ਦੇ ਚਿਹਰੇ ਤੋਂ ਲੱਗਦਾ IT ਦੇ ਪ੍ਰੋਫੈਸ਼ਨਲ ਨੇ ਉਹ ਬੰਦੇ। ਭਾਈ ਅਗਲਿਆਂ ਨੇ ਹੁਣ ਮਾਝੇ ਤੇ ਦੁਆਬੇ ਤੇ ਧਿਆਨ ਕੇਂਦਰਿਤ ਕਰ ਲਿਆ ਤੇ ਬਾਕੀ 3 ਤਰੀਕ ਦੀ ਗੱਲ ਤੁਸੀਂ ਦੱਸ ਦਿਓ। ਨਹੀਂ 3 ਤਰੀਕ ਨੂੰ ਤੇ ਮੋਦੀ ਸਾਹਿਬ ਹੁਣ ਇੱਕ ਅਜੇ ਦੇਖੋ ਪੱਕ ਠੱਕ ਉਹਨਾਂ ਨੇ ਕਰਨੀ ਹੈ। ਜੋ ਚਰਚਾ ਆਪਾਂ ਉਹਦੀ ਗੱਲ ਕਰਦੇ ਹਾਂ, ਪਹਿਲਾਂ 25-26 ਦੀ ਚਰਚਾ ਸੀ, ਹੁਣ 3 ਜਨਵਰੀ ਦੀ ਚਰਚਾ। ਐਂਡ ਆਸ ਇਹ ਕੀਤੀ ਜਾ ਰਹੀ ਹੈ ਵੀ ਮੋਦੀ ਸਾਹਿਬ ਜੇ ਆਏ ਹੁਸ਼ਿਆਰਪੁਰ ਜ਼ਿਲ੍ਹੇ 'ਚ ਆ ਜਾਣ, ਫਿਰੋਜ਼ਪੁਰ ਆ ਜਾਣ, 2 ਥਾਵਾਂ ਦੀ ਚਰਚਾ, ਕੋਈ ਅਗਲੇ ਬੰਦੇ ਤੀਜੀ ਥਾਵੇਂ ਜਾ ਸਕਦੇ, ਕੋਈ ਪੱਕੀ ਗੱਲ ਥੋੜ੍ਹਾ। ਕੋਈ ਵੱਡਾ ਆਰਥਿਕ ਪੈਕੇਜ ਦਿੱਤਾ ਜਾ ਸਕਦਾ, ਕੋਈ ਬਹੁਤ ਵੱਡੀ ਮੰਗ ਜਿਹੜੀ ਪੰਜਾਬ ਦੀ ਹੋਵੇ ਉਹ ਮੰਨੀ ਜਾ ਸਕਦੀ ਹੈ, ਕੋਈ ਇਹੋ ਜਿਹਾ ਰੋਡ ਮੈਪ ਅਗਲੇ ਦੇ ਸਕਦੇ ਜਿਹੜਾ ਬੜੀ ਜਿਹੀ ਤੋਂ ਚਰਚਾ ਸੀਗਾ। ਐਂਡ ਇਹ ਤਾਂ ਇਹ ਹੋ ਗਿਆ ਵੀ ਰੋਡ ਮੈਪ ਅਗਲਾ ਕਹਿੰਦਾ ਮੈਨੂੰ ਕੁਰਸੀ ਦਿਓ ਮੈਂ ਫੇਰ ਦਊਂ। ਅਗਲਿਆਂ ਕੋਲੇ ਹੈਗੀ ਆ ਜੀ, ਅਗਲਿਆਂ ਕੋਲੇ ਐਸਾ ਹਰਾ ਪੈਨ ਆ ਜੇ ਤੇ ਐ ਹੁਣ ਝਰੀਟ ਮਾਰਨਾ ਤਾਂ ਸਵੇਰ ਤੋਂ ਕੰਮ ਸ਼ੁਰੂ, ਉਹ ਵਾਲਾ ਕੰਮ ਹੀ ਕਰ ਸਕਦੇ। ਉਹ ਹੁਣ ਉਦਯੋਗਾਂ ਦੇ ਹਿਸਾਬ ਨਾਲ ਹੋ ਜੇ, ਹੁਣ ਉਹ ਖੇਤੀਬਾੜੀ ਦੇ ਹਿਸਾਬ ਨਾਲ ਹੋ ਜੇ, ਉਹ ਹੁਣ ਕਰਜ਼ੇ ਦੇ ਹਿਸਾਬ ਨਾਲ ਹੋ ਜੇ, ਪੰਜਾਬ ਦੇ ਹਿਸਾਬ ਨਾਲ, ਜਾਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਉਹਨਾਂ ਸਾਰਿਆਂ ਚੀਜ਼ਾਂ ਦਾ ਕਰਕੇ ਹੋ ਜਾਵੇ। ਪਰ ਜੇ ਉਹ ਹੁੰਦਾ ਤਾਂ ਮਤਲਬ ਇਹ ਹੋ ਗਿਆ ਵੀ ਚੜ੍ਹਦਾ ਸਾਲ 2022 ਵਾਲਾ ਜਨਵਰੀ ਦਾ ਪਹਿਲਾ ਹਫ਼ਤਾ ਤੱਤਾ ਵੀਰ ਸਿਆਸੀ ਤੌਰ ਤੇ ਬਿਲਕੁਲ ਤੱਤਾ ਜੀ। ਪ੍ਰਧਾਨ ਮੰਤਰੀ ਸਾਹਿਬ ਆਉਣਗੇ, ਪਹਿਲਾਂ 26 ਤੇ 27 ਦੀ ਚਰਚਾ ਸੀ, ਫਿਰ ਹੁਣ ਹਫ਼ਤਾ ਕੁ ਅੱਗੇ ਕੰਮ ਪੈ ਗਿਆ। ਇਹਦਾ ਮਤਲਬ ਕੋਡ ਆਫ ਕੰਡਕਟ ਆ ਜੇ ਅੱਗੇ ਥੋੜ੍ਹਾ ਖਿਸਕ ਸਕਦਾ ਹੀ ਜਾਂ ਖਿਸਕੂਗਾ। ਇਹ ਕੋਈ ਗਲਤ ਨਹੀਂ ਹੈ ਜੇ ਖਿਸਕ ਵੀ ਜਾਂਦਾ ਹੈ। ਮੈਨੂੰ ਐਂ ਲੱਗਦਾ ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕ ਕਹਿੰਦੇ ਜੀ ਪੰਜਾਬ ਦਾ ਕਰਜ਼ਾ ਮਾਫ ਕਰ ਜਾਣਾ ਸੂਬੇ ਦਾ। ਮੈਨੂੰ ਲੱਗਦਾ ਕਿ ਸ਼ਾਇਦ ਉਹ ਨਾ ਹੋਵੇ, ਕਿਉਂਕਿ ਬਹੁਤ ਸਾਰੇ ਹੋਰ ਸੂਬਿਆਂ ਦਾ ਕਰਜ਼ਾ ਵੀ ਹੈਗਾ ਕੇਂਦਰ ਨੂੰ ਦੇਣ ਵਾਲੇ ਆ। ਜੇ ਇੱਕ ਦਾ ਕੀਤਾ ਬਾਕੀ ਸਾਰਿਆਂ ਕਹਿਣਾ ਸਾਡਾ ਵੀ ਕਰੋ। ਇੰਨੀ ਪੂੰਜੀ ਸ਼ਾਇਦ ਉਹ ਖਰਚਣ ਨਾ। ਚੰਡੀਗੜ੍ਹ ਵਾਲੀ ਤਾਂ ਚਰਚਾ ਬਹੁਤ ਦੇਰ ਦੀ ਚੱਲਦੀ ਸੀ, ਹੁਣ ਕੁਝ ਸਿੱਖ ਕੈਦੀਆਂ ਦੀ ਰਿਹਾਈ ਦੀ ਚਰਚਾ ਚੱਲਦੀ ਹੈ, ਕਿਉਂਕਿ ਇਹਦੇ 'ਚ ਕਿਹੜਾ ਪੈਸੇ ਲੱਗਣੇ ਆ, ਇਹਦੇ 'ਚ ਕਿਸੇ ਨੂੰ ਕਿੰਨਾ ਕੁ ਇਤਰਾਜ਼ ਕਿਤੇ ਹੋ ਸਕਦਾ ਤੇ ਭਾਵਨਾਵਾਂ ਦੇ ਨਾਲ ਜੁੜਿਆ ਮੁੱਦਾ। ਅਸੀਂ ਨਹੀਂ ਕਹਿੰਦੇ ਕਿ ਕੀ ਕਰਨਾ ਹੈ, ਪਰ ਇੱਦਾਂ ਦੇ 2-3 ਅਨਾਊਂਸਮੈਂਟਸ ਉਹ ਕਰ ਸਕਦੇ ਨੇ ਆ ਕੇ। ਹਾਂ, ਆਰਥਿਕ ਪੈਕੇਜ ਹੋ ਸਕਦਾ, ਬਿਲਕੁਲ ਕੁਝ ਛੋਟਾ ਹੋ ਸਕਦੀਆਂ। ਮੈਨੂੰ ਸਰਹੱਦੀ ਕਿਸਾਨਾਂ ਵਾਲੇ ਪਾਸੇ ਵੀ ਲੱਗਦਾ ਕਿ ਕੁਝ ਨਾ ਕੁਝ ਆਖ ਸਕਦੇ ਆ। ਪਰ ਜਿੱਦਾਂ ਉਹ ਗੁਜਰਾਤ ਦੇ ਵਿੱਚ ਜਿਹੜਾ ਸਮਾਗਮ ਹੋਇਆ, ਧਾਰਮਿਕ ਸਿੱਖਾਂ ਦਾ ਸਮਾਗਮ, ਆਨਲਾਈਨ ਉਹਨੂੰ ਸੰਬੋਧਨ ਕੀਤਾ, ਉੱਥੇ ਹਾਜ਼ਰੀ ਲਵਾਈ, ਕਈ ਕੁਛ ਲਗਾਤਾਰ ਹੋ ਰਿਹਾ, ਇਸ਼ਤਿਹਾਰ ਲਗਾਤਾਰ ਚੱਲ ਰਿਹਾ। ਦਫ਼ਤਰ ਅਗਲਿਆਂ ਜਲੰਧਰ ਖੋਲ੍ਹਤਾ, ਹੁਸ਼ਿਆਰਪੁਰ 'ਚ ਉਹਨਾਂ ਨੇ ਇਕੱਠ ਕੀਤਾ। ਤਾਂ ਸੰਧਾਲੀਆ ਸਾਹਿਬ ਮਾਝਾ ਦੁਆਬੇ 'ਚ ਜਿਹੜੀਆਂ ਸੀਟਾਂ ਉਹਨਾਂ ਦੀਆਂ ਹੈਗੀਆਂ ਉਹਨਾਂ ਨੇ ਪੱਕੀਆਂ ਕਰਨੀਆਂ। ਜੇ ਫਿਰੋਜ਼ਪੁਰ 'ਚ ਇਕੱਠ ਕੀਤਾ ਤਾਂ ਫਿਰ ਆਪਾਂ ਮੰਨ ਕੇ ਚੱਲਦੇ ਹਾਂ ਕਿ ਭਾਈ ਰਾਣਾ ਸੋਢੀ ਹੋਰਾਂ ਨੂੰ ਕਮਾਂਡ ਜਿਹੜੀ ਉਹ ਦਿੱਤੀ ਜਾਊਗੀ ਕਿ ਭਾਈ ਇਕੱਠ ਬਾਵਾ ਕਰੋ, ਮਾਲਵੇ ਦੇ ਵਿੱਚ ਪੈਰ ਤਾਂ ਲਾਈਏ। ਨਹੀਂ, ਇਹ ਤਾਂ ਹੁਣ ਪੂਰੀ ਤਿਆਰੀ ਹੈ ਉਹਨਾਂ ਦੀ। ਚਲੋ ਅਗਲੇ ਕਰਨ ਭਾਈ ਸਾਹਿਬ, ਹਰੇਕ ਨੂੰ ਕਰਨ ਦਾ ਹੱਕ ਆ। ਇਹੋ ਕੰਮ ਤੇ ਸਿੱਧੂ ਸਾਹਿਬ ਕਰਦੇ ਫਿਰਦੇ। ਉਹ ਮਾਝੇ ਗਏ ਸੀ ਬਟਾਲੇ ਜੀ, ਹੁਣ ਬਟਾਲੇ ਉਹ ਪਹੁੰਚੇ ਤੇ ਬਟਾਲੇ ਦੇ ਵਿੱਚ ਚੱਕਰ ਉਹ ਵੀ ਜਿਹੜੀ ਧਿਰਬੰਦੀ ਆਪਾਂ ਅੱਗੇ ਗੱਲ ਕਰਦੇ, ਕੱਲ੍ਹ ਇਹ ਗੱਲ ਕਰਦੇ ਸੀ ਵੀ ਜਿਸ ਹਿਸਾਬ ਨਾਲ ਜਿੰਨੀਆਂ ਧਿਰਾਂ ਉਨੇ ਬੰਦੇ ਤੇ ਅਗਲਾ ਕਹਿੰਦਾ ਵੀ ਅੱਛਾ ਫਲਾਨਿਆਂ ਰੱਖਿਆ ਇਕੱਠ ਚੰਗਾ, ਫਿਰ ਆਪਾਂ ਨਹੀਂ ਜਾਂਦੇ। ਉਹ ਕਹਿੰਦੇ ਜੀ ਨਹੀਂ ਉਹ ਫਲਾਨਿਆਂ ਵੀ ਰੱਖਿਆ। ਨਹੀਂ ਚਲੋ ਉਹਨਾਂ ਰੱਖਿਆ, ਸਾਡੇ ਵਾਲੇ ਲੀਡਰ ਦਾ ਫੋਨ ਨਹੀਂ ਆਇਆ, ਇਸ ਕਰਕੇ ਅਸੀਂ ਨਹੀਂ ਜਾਣਾ। ਹੁਣ ਸੁਣ 'ਚ ਇਹ ਹੈ ਵੀ ਸ਼ਾਇਦ ਜੇ ਮੈਂ ਗਲਤ ਨਹੀਂ ਤੇ ਸੇਖੜੀ ਸਾਹਿਬ ਨੂੰ ਫਿਰ ਉੱਦਾਂ ਹੀ ਜਿੱਦਾਂ ਸਿੱਧੂ ਸਾਹਿਬ ਖੜਾ ਕਰਕੇ ਲਾਗੇ ਥਾਪੜਾ ਦਿੰਦੇ ਹੁੰਦੇ ਉੱਦਾਂ ਥਾਪੜਾ ਦੇ ਆਏ ਆ। ਪਰ ਬਟਾਲੇ ਤੋਂ ਉਹਦੇ ਦਾਅਵੇਦਾਰ ਗਈ ਨਹੀਂ। ਸੰਧਾਲੀਆ ਸਾਹਿਬ, ਜਿਹੜੀ ਉਹਨਾਂ ਨੇ ਉੱਥੇ ਸ਼ਬਦਾਵਲੀ ਵਰਤੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਕਹਿੰਦੇ ਪੈਰਾਸ਼ੂਟ ਨਹੀਂ ਮੈਂ ਉਤਰਨ ਦਿੰਦਾ ਇੱਥੇ ਕੋਈ। ਸੇਖੜੀ ਸਾਹਿਬ, ਚਿੰਤਾ ਕੋਈ ਨਹੀਂ ਕਰਨੀ। ਹੁਣ ਤੁਸੀਂ ਦੇਖੋ ਕਿ ਉੱਥੇ 2 ਬਾਜਵੇ ਸਰਗਰਮੀ ਕਰਦੇ ਸੀ। ਇੱਕ ਤਾਂ ਕਹਿ ਗਿਆ ਸੀ ਕਿ ਭਾਈ ਮੈਂ ਤਾਂ ਆਪਦੇ ਹੀ ਲੜਨਾ ਹੈ, ਫਤਿਹਗੜ੍ਹ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਦੀ ਗੱਲ ਕਰਦਾ, ਕੈਬਨਿਟ ਮਿਨਿਸਟਰ ਨੇ। ਦੂਸਰੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਜਦੋਂ ਕੈਪਟਨ ਸਾਹਿਬ ਦੇ ਨਾਲ ਯਾਰੀ ਪਈ ਸੀ ਹਫ਼ਤੇ ਕੁ ਦੀ, ਉਦੋਂ ਚੌਪਰ ਉਹਨਾਂ ਦੇ ਵੀ ਉੱਪਰ ਉੱਡਦੇ, ਕਹਿੰਦਾ ਚੌਪਰ ਨਹੀਂ ਨਜ਼ਰ ਆਉਂਦਾ ਕਿਹਦਾ ਉੱਡਦਾ ਹੀ। ਉਹਨਾਂ ਨੇ ਵੀ ਸਰਗਰਮੀ ਕੀਤੀ ਸੀ। ਚਲੋ ਜਦੋਂ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੀਆਂ ਕਹਾਣੀਆਂ ਬਦਲ ਗਈਆਂ, ਫਿਰ ਉਹ ਕਹਿੰਦੇ ਕਾਦੀਆਂ ਦੇ ਵਿੱਚ ਭਾਜੀ ਨੂੰ ਹੀ, ਛੋਟੇ ਭਾਜੀ ਨੂੰ ਹੀ ਮਨਾ ਲੈਂਦੇ ਆ, ਪਰ ਉਹ ਗੱਲ ਜੇ ਬਣਦੀ ਨਹੀਂ। ਹੁਣ ਪ੍ਰਤਾਪ ਸਿੰਘ ਬਾਜਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਚਰਚਾ ਚੱਲਦੀ ਸੀ ਤੇ ਉੱਥੇ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਕਿ ਭਾਈ ਅਸ਼ਵਨੀ ਸੇਖੜੀ ਘਬਰਾਉਣਾ ਨਹੀਂ ਹੈ, ਇਕੱਠ ਵੱਡਾ ਹੀ ਤੇ ਖਲੋਤੇ ਆ, ਪੈਰਾਸ਼ੂਟ ਨਹੀਂ ਮੈਂ ਉਤਰਨ ਦਿੰਦਾ, ਤਗੜੇ ਹੋ ਕੰਮ ਕਰੋ, ਜਿੱਦਾਂ ਨਵਤੇਜ ਸਿੰਘ ਚੀਮਾ ਹੋਰੀ ਵਾਰੀ ਕਿਹਾ। ਐਤਕੀ ਪਰ ਪੈਂਟ ਵਾਲਾ ਜ਼ਿਕਰ ਨਹੀਂ ਉਹਨਾਂ ਨੇ ਕੀਤਾ, ਇਹ ਚੰਗੀ ਗੱਲ ਹੋਈ ਹੈ। ਦੂਸਰੇ ਪਾਸੇ ਉਹਨਾਂ ਨੇ ਇੱਕ ਬਿਆਨ ਉੱਥੇ ਹੋਰ ਦਿੱਤਾ, ਕਿਉਂਕਿ ਮਾਝੇ ਦੀ ਧਰਤੀ ਆ, ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਨਾ ਕਰਨ ਦਾ ਗੱਲ ਨਹੀਂ ਬਣਦੀ। ਉਹ ਕਹਿੰਦੇ ਬਿਕਰਮ ਸਿੰਘ ਮਜੀਠੀਆ ਸਾਹਿਬ ਦਮ ਹੈ ਤਾਂ ਸਾਹਮਣੇ ਆਓ, ਹੁਣ ਭੱਜੇ ਕਿਉਂ ਫਿਰਦੇ ਆ। ਉੱਥੇ ਉਹਨਾਂ ਨੇ ਪਟਾ ਸ਼ਬਦ ਵਰਤ ਲਿਆ। ਆਪਾਂ ਕਈ ਵਾਰੀ ਕਹਿੰਦੇ ਹੁੰਦੇ ਕਿ ਲੀਡਰਾਂ ਨੂੰ ਥੋੜ੍ਹਾ ਜਿਹਾ ਸੰਕੋਚ ਕਰਨਾ ਚਾਹੀਦਾ, ਤੇ ਇਹ ਨਹੀਂ ਕਿ ਉਹਨਾਂ ਨੇ ਇਕੱਲਾ ਅਕਾਲੀ ਦਲ ਨੂੰ ਚੁਣੌਤੀ ਦਿੱਤੀ। ਉਹ ਕਹਿੰਦੇ ਜੀ ਦਮ ਆ ਤਾਂ ਸਾਹਮਣੇ ਆਓ, ਭੱਜੇ ਕਿਉਂ ਫਿਰਦੇ, ਪਹਿਲਾਂ ਪਟਾਂ ਤੇ ਥਾਪੀਆਂ ਬਹੁਤ ਮਾਰਦੇ ਸੀ। ਉਹ ਕਹਿੰਦੇ ਜੇ DGP ਨਾ ਬਦਲਦਾ, ਪਹਿਲਾਂ ਇਹਨਾਂ ਦਾ ਬੰਦਾ ਸੀ, ਤਾਂ ਸਿੱਧੂ ਐਵੇਂ ਨਹੀਂ ਸੀ ਸਟੈਂਡ ਲੈਂਦਾ, ਸਿੱਧੂ ਐਵੇਂ ਨਹੀਂ ਸੀ ਅਸਤੀਫੇ ਦਿੰਦਾ,
ਸਿੱਧੂ ਤਾਂ ਅਸਤੀਫਾ ਦਿੰਦਾ, ਨਹੀਂ ਤਾਂ ਕੰਮ ਨਹੀਂ ਸੀ ਹੋਣਾ। ਇੱਕ ਗੱਲ ਹੋਰ ਕਹਿ ਗਏ, ਉਹ ਕਹਿੰਦੇ ਕੱਲੀ FIR ਨਾਲ ਕੱਖ ਨਹੀਂ ਬਣਨਾ, ਆਪਣੀ ਸਰਕਾਰ ਤੇ ਸਿੱਧੇ ਹੋ ਗਏ। ਬੇਅਦਬੀ ਵਾਲੇ ਮਸਲੇ 'ਚ ਕਹਿੰਦੇ 6 ਸਾਲ ਹੋ ਗਏ FIR ਹੋਈ ਨੂੰ, ਹੋਇਆ ਕੀ? ਬੰਦਾ ਫੜੋ, ਬੰਦੇ ਦੇ ਨਾਲ ਦੇ ਬੰਦੇ ਫੜੋ, ਗੱਲ ਫੇਰ ਬਣਦੀ ਆ। ਮੈਂ ਤੁਹਾਨੂੰ ਆਖ ਦੇਣਾ, ਮੈਂ FIR ਨਾਲ ਸੰਤੁਸ਼ਟ ਨਹੀਂ। ਆਪਣੇ ਤੌਰ ਤੇ ਉਹ ਤੇ ਲੱਗੇ ਜਾਂਦੇ ਆ, ਪਰ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ DGP ਸਾਹਿਬ ਤੇ ਕਹਿੰਦੇ ਆ ਵੀ ਸਾਡੀ ਕਾਰਵਾਈ ਚੱਲਦੀ ਹੈ ਜੀ। ਚੰਨੀ ਸਾਹਿਬ ਵੀ ਕਹਿੰਦੇ ਆ ਵੀ ਤੁਸੀਂ ਚਿੰਤਾ ਨਾ ਕਰੋ, ਅਸੀਂ ਲੱਗੇ ਹੋਏ ਹਾਂ। ਗ੍ਰਹਿ ਮੰਤਰੀ ਸਾਹਿਬ ਦਾ ਬਿਆਨ ਵੀ ਵਿੱਚ ਇਹੋ ਆ ਜਾਂਦਾ, ਉਹ ਕਹਿੰਦੇ ਵੀ ਸਾਡੀ ਪੂਰੀ ਤਿਆਰੀ ਆ, ਬਸ ਕਿਸੇ ਵੇਲੇ ਵੀ ਤੁਸੀਂ ਦੇਖੋਗੇ ਕਾਰਵਾਈ ਕਿੱਦਾਂ ਹੁੰਦੀ। ਨਾਲੇ ਇਹ ਵੀ ਕਿਹਾ ਵੀ ਮੈਂ ਨਹੀਂ ਕਰ ਰਿਹਾ, ਪਰਮੇਸ਼ਰ ਕਰਵਾ ਰਿਹਾ। ਹੁਣ ਦੇਖੋ ਇਹ ਸਾਰਾ ਕੁਝ ਜਿੱਦਾਂ ਚੱਲਦਾ ਪਿਆ, ਇਹਦੇ ਵਿੱਚ ਇੱਕ ਚੀਜ਼ ਜਿਹੜੀ ਨੋਟ ਕਰਨ ਵਾਲੀ ਉਹ ਇਹ ਆ ਵੀ ਮਜੀਠੀਆ ਸਾਹਿਬ ਆਪ ਤਾਂ ਬਾਹਰ ਸਾਹਮਣੇ ਆ ਨਹੀਂ ਰਹੇ, ਪਰ ਉਹਨਾਂ ਦੇ ਆਸੇ-ਪਾਸੇ ਦੇ ਬੰਦੇ ਜਿਹੜੇ ਨੇ ਉਹ ਜ਼ਰੂਰ ਇਹ ਬਿਆਨ ਦੇ ਰਹੇ ਆ ਵੀ ਇਹ ਜਿਵੇਂ ਦੀ ਭਾਜੀ ਪਾਈ ਹੈ, ਚਿੰਤਾ ਨਾ ਕਰੋ, ਇਹ ਇਕੱਲੀ ਮੋੜਾਂਗੇ। ਹੁਣ ਮੈਂ ਇਹ ਸੋਚਦਾ ਸੀ ਵੀ ਭਾਜੀ ਪਈ ਆ ਤੇ ਭਾਜੀ ਮੋੜਾਂਗੇ, ਇਹ ਬਿਆਨ ਵੀ ਪੰਜਾਬ ਦੇ ਲੋਕ ਸੁਣਦੇ ਆ। ਉਹਨਾਂ ਦੀ ਠੀਕ ਹੈ ਨਿੱਜੀ ਲੜਾਈ ਆ, ਜੋ ਵੀ ਆਪਸ ਚੱਲੀ ਜਾਵੇ, ਮੈਂ ਉਹਦੇ 'ਚ ਨਹੀਂ ਪੈਂਦਾ, ਪਰ ਉਹ ਵੀ ਤਾਂ ਸੁਣਦੇ ਆ ਨਾ ਪੰਜਾਬ ਦੇ ਲੋਕ। ਐਂਡ ਫਿਰ ਉਹ ਉਹਨਾਂ ਹਲਕਿਆਂ ਦੇ ਵੋਟਰ ਵੀ ਹੋਣਗੇ ਜਿਹੜੇ ਕਹਿੰਦੇ ਯਾਰ ਅੱਛਾ ਉਹ ਫਿਰ ਸਾਡੇ ਵਾਲਿਆਂ ਨੇ ਭਾਜੀ ਪਾਤੀ ਆ, ਉਹ ਕਹਿੰਦਾ ਸਾਡੇ ਵਾਲੇ ਦੇ ਸਿਰ ਭਾਜੀ ਪੈ ਗਈ ਆ। ਯਾਰ ਉਹਨਾਂ ਦੀ ਆਪਸੀ ਲੜਾਈ ਹੋ ਸਕਦੀ, ਕੁਛ ਹੋਵੇ ਕੁਛ ਨਾ ਹੋਵੇ, ਉਹਨਾਂ ਲੋਕਾਂ ਦਾ ਕੋਈ ਭਲਾ ਉਹਦੇ 'ਚ ਹੈਗਾ ਕਿ ਨਹੀਂ ਹੈਗਾ, ਸਵਾਲ ਤੇ ਹੈ। ਸਵਾਲ ਇਹੀ ਹੈ। ਤੁਸੀਂ ਦੇਖੋ ਇੱਕ ਧਿਰ ਜਿਹੜੀ ਕਹਿੰਦੀ ਭਾਜੀ ਪਾਤੀ, ਉਹਨਾਂ ਨੂੰ ਪੁੱਛੋ ਤੁਹਾਡੇ ਵਾਰੀ ਤੁਹਾਡੇ ਪਿੰਡ 'ਚ ਵਿਕਦਾ ਤਾਂ ਨਹੀਂ ਸੀ, ਹਿਸਾਬ ਲਾ ਲਓ। ਜਿਹੜੇ ਹੁਣ ਵਾਲੇ ਕਹਿੰਦੇ ਕਰਤੀ FIR, ਤੁਸੀਂ ਦੇਖ ਲਓ ਇਹਨਾਂ ਦੇ 4.5 ਸਾਲ 'ਚ ਕਿਤੇ ਵਿਕਿਆ ਤਾਂ ਨਹੀਂ, ਰੌਲਾ ਤੇ ਇਸੇ ਕਰਕੇ ਆਪਾਂ ਫਿਰ ਉਸੇ ਗੱਲ ਤੇ ਆ ਜਾਈਏ ਵੀ ਉੱਪਰ ਜੋ ਮਰਜ਼ੀ ਹੁੰਦਾ ਰਹੇ, ਆਪਾਂ ਨੂੰ ਆਪਣੀ ਕਾਪੀ ਲਾਉਣੀ ਪੈਣੀ ਆ ਵੀ ਯਾਰ ਗਰਾਊਂਡ ਰਿਐਲਿਟੀ ਕੀ ਕਹਿੰਦੀ ਹੈ, ਐਂਡ ਉਸ ਗਰਾਊਂਡ ਰਿਐਲਿਟੀ ਦੇ ਹਿਸਾਬ ਦੇ ਨਾਲ ਆਪਾਂ ਨੂੰ ਮੇਰੇ ਖਿਆਲ ਆਪਣਾ ਫੈਸਲਾ ਲੈਣਾ ਪੈਣਾ, ਫਿਰ ਪੰਜਾਬ ਦਾ ਭਲਾ ਹੋ ਸਕਦਾ। ਤੇ ਜੇ ਆਪਾਂ ਇਹੋ ਵੇਖੋ ਲੈ ਸਾਡੇ ਵਾਲੇ ਨੇ ਵੱਟ ਕੱਢ ਤੇ ਗੁਰੂਆ ਕਿਤੇ ਸਪੀਚ ਕੀਤੀ ਉਹਨੇ, ਉਹ ਸਪੀਚ ਤੇ ਅਗਲਾ ਬੰਦਾ 2 ਦਿਨ ਸ਼ੀਸ਼ੇ ਦੇ ਸਾਹਮਣੇ ਖਲੋ ਗਿਆ ਤਿਆਰੀ ਕਰਕੇ ਫਿਰ ਆਉਂਦਾ ਵੀ ਭਾਈ ਸਾਹਿਬ ਮੈਂ ਆਹ ਬੋਲੂੰਗਾ, ਜਾਂ 3-4 ਬੰਦੇ ਰੱਖੇ ਹੁੰਦੇ ਵੀ ਤੂੰ ਲਿਖ ਕੇ ਦੇ ਮੈਨੂੰ ਚੰਗੀ ਜਿਹੀ ਚੀਜ਼। ਹੁਣ ਉਹਨਾਂ ਨੇ ਤੇ ਸਪੀਚ ਦੇਤੀ, ਤੁਸੀਂ ਤਾੜੀ ਮਾਰਤੀ ਤੇ ਉਹਦੋਂ ਬਾਅਦ ਕੋਈ ਮਤਲਬ ਮਿਲ ਗਿਆ ਸੌਦਾ ਤੇ ਛਕ ਲਿਆ। ਜੇ ਤੇ ਆਪਾਂ ਉੱਥੋਂ ਤੱਕ ਹੀ ਰਹਿਣਾ, ਫਿਰ ਪੰਜਾਬ ਦਾ ਉਹ ਕੁਛ ਰਹਿਣਾ। ਦੇਖੋ ਆਪਾਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ, ਸੁਖਬੀਰ ਸਿੰਘ ਬਾਦਲ ਸਾਹਿਬ, ਸਿੱਧੂ ਸਾਹਿਬ, ਚੰਨੀ ਸਾਹਿਬ, ਜਿੰਨੇ ਵੀ ਬੰਦੇ ਨੇ, ਭਗਵੰਤ ਮਾਨ ਹੋਰੀ, ਕਿ ਤੁਸੀਂ ਡਿਵੈਲਪਮੈਂਟ ਲਈ ਬੋਲੋ, ਤੁਸੀਂ ਇੱਕ ਦੂਜੇ ਨੂੰ ਮੰਦਾ ਚੰਗਾ ਨਾ ਆਖੋ। ਤੇ ਅਸੀਂ ਪਿੰਡਾਂ ਦੇ ਲੀਡਰਾਂ ਨੂੰ ਬੇਨਤੀ ਕਰਦੇ ਹਾਂ, ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨਾਂ ਨੂੰ, ਜਿਹੜੇ ਤੁਸੀਂ ਪਿੰਡਾਂ 'ਚ ਆਮ ਲੋਕ ਹੋ, ਜੇ ਤਾਂ ਇੱਦਾਂ ਲੀਡਰ ਇੱਕ ਦੂਜੇ ਨੂੰ ਚੁਣੌਤੀਆਂ ਦਿੰਦੇ ਆ, ਪੱਟਾਂ ਤੇ ਥਾਪੀਆਂ ਮਾਰਦੇ ਆ, ਜੇ ਤਾਂ ਤੁਹਾਡਾ ਧੀ ਪੁੱਤ ਜਾਂ ਤੁਹਾਡਾ ਰਿਸ਼ਤੇਦਾਰ ਜਾਂ ਤੁਹਾਡਾ ਪਿੰਡ ਦਾ ਬੰਦਾ ਜਿਹੜਾ ਟੈਂਕੀ ਤੇ ਬੈਠਾ ਇਹਨਾਂ ਗੱਲਾਂ ਨਾਲ ਉਤਰ ਜਾਊ, ਫਿਰ ਤੁਸੀਂ ਪੱਟਾਂ ਥਾਪੀਆਂ ਬਰਾਬਰ ਮਾਰੋ। ਜੇ ਤੁਹਾਡਾ ਆਲੂ, ਮਟਰ, ਗੰਢਾ, ਦਾਲਾਂ, ਤੇਲ ਜਿਹੜਾ ਤੁਸੀਂ ਖੇਤਾਂ 'ਚੋਂ ਚੀਜ਼ਾਂ ਪੈਦਾ ਕਰਕੇ ਬਣਾਉਂਦੇ ਹੋ, ਜੇ ਤਾਂ ਇਹਨਾਂ ਦੇ ਇੱਕ ਦੂਜੇ ਨਾਲ ਆਹ ਗੱਲਾਂ ਕਰਨ ਦੇ ਨਾਲ ਉਹਦਾ ਤੁਹਾਨੂੰ ਠੀਕ ਵਾਜਬ ਭਾਅ ਮਿਲਦਾ, ਤੁਸੀਂ ਦੋਨਾਂ ਪੱਟਾਂ ਦੇ ਬਰਾਬਰ ਥਾਪੀਆਂ ਮਾਰੋ। ਜੇ ਔਖੇ ਹੋ ਤਾਂ ਬੰਦਾ ਰੱਖ ਲਓ ਥਾਪੀ ਮਾਰਨੋਂ, ਆਪਣੇ ਨੀਲ ਪਾ ਲਓ ਮਾਰਨਾ। ਜੇ ਤੁਹਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਲੀਡਰਾਂ ਦੇ ਇਹਨਾਂ ਬਿਆਨਾਂ ਦੇ ਨਾਲ 5 ਅਧਿਆਪਕ ਪੂਰੇ ਹੁੰਦੇ ਆ, ਲੈਬੋਰਟਰੀ ਲਾਇਬ੍ਰੇਰੀ ਆਉਂਦੀ ਹੈ, ਜੇ ਹਸਪਤਾਲ ਦੇ ਵਿੱਚ ਡਾਕਟਰ ਪੂਰੇ ਹੁੰਦੇ ਆ, ਤੇ ਮੈਂ ਕਹਿੰਦਾ ਬੰਦੇ 2 ਰੱਖ ਲਓ, 24 ਘੰਟੇ ਕੰਮ ਚੱਲੇ, ਤੁਸੀਂ ਭਾਵੇਂ ਸੁੱਤੇ ਹੋਵੋ, ਪਰ ਜੇ ਹਾਪੀਆਂ ਮਾਰੀ ਜਾਓ। ਪਰ ਜੇ ਪੰਜਾਬ ਦਾ ਕੋਈ ਵੀ ਮਸਲਾ ਇਹਨਾਂ ਬਿਆਨਾਂ ਦੇ ਨਾਲ ਹੱਲ ਨਹੀਂ ਹੁੰਦਾ, ਤਾਂ ਆਪਣੇ ਲੀਡਰਾਂ ਕੋਲ ਯਾਰ ਚਾਹੀਦੇ ਬਿਆਨ ਦਿਆ ਕਰੋ, ਇਹ ਬਹੁਤ ਜ਼ਰੂਰੀ ਹੈ। ਇਹਦੀ ਇੱਕ ਗੱਲ ਹੋਰ ਬੇਨਤੀ ਕਰੀਏ, ਮੋਸਟਲੀ ਜਿੰਨੇ ਵੀ ਆਪਣੇ ਬੰਦੇ ਨਾਲ ਤੁਰੇ ਹੁੰਦੇ, ਅਗਲਾ ਬੰਦਾ ਕਹਿੰਦਾ ਹੁਣ ਮੈਂ ਵਿਹਲਾ ਹੋ ਗਿਆ, ਕਹਿੰਦਾ ਗੁੱਡੀ ਬਾਹਰ ਘਲਾਤੀ ਹੈ, ਕਾਕਾ ਵਿਆਹ ਤਾਂ ਉਹ ਵੀ ਚਲੇ ਜਾਣਾ, ਸੈੱਟ ਆ ਹੁਣ ਕੰਮ, ਹਾਂ, ਜਾਂ ਮੁੰਡਾ ਚਲ ਗਿਆ, ਕੁੜੀ ਵੀ ਚਲ ਗਈ ਆ। ਹੁਣ ਕਹਿੰਦਾ ਨਾਲ ਦੀ ਨੂੰ ਮੈਂ ਆਖਿਆ ਵੀ ਤੂੰ ਵੀ ਹੁਣ ਨਿਆਣਿਆਂ ਕੋਲ ਰਿਹਾ ਕਰ, ਕਹਿੰਦਾ ਵੀ ਤੁਸੀਂ ਨਹੀਂ ਜਾਣਾ, ਨਹੀਂ ਮੈਂ ਹੁਣ ਚਿੱਟਾ ਕੁੜਤਾ ਪਜਾਮਾ ਸਵਾ ਕੇ ਲੀਡਰ ਦੇ ਨਾਲ ਰਹਿਣਾ ਹੀ। ਕੋਈ ਇਤਰਾਜ਼ ਨਹੀਂ ਜੀ, ਹੋਣਾ ਚਾਹੀਦਾ, ਜਿਹਦੇ ਬੰਦੇ ਦਾ ਕੰਮ ਸੈੱਟ ਹੈ ਉਹ ਰਵੇ। ਪਰ ਸਵਾਲ ਸਿਰਫ ਇੰਨਾ ਵੀ ਜੇ ਆਪਾਂ ਉਹ ਸਾਰਾ ਕੁਝ ਸੈੱਟ ਕਰ ਲਿਆ ਤੇ ਹੋਰ ਬੰਦੇ ਵੀ ਤੇ ਆਸ-ਪਾਸ ਵਸਦੇ ਆ ਯਾਰ, ਉਹਨਾਂ ਦਾ ਜੀਵਨ ਉੱਥੇ ਹੀ ਸੈੱਟ ਕਰ ਲਈ ਆਪਾਂ। ਨਹੀਂ, ਉਹਨਾਂ ਦਾ ਔਖਾ ਤਾਂ ਕੀਤਾ ਆ। ਤੁਸੀਂ ਦੇਖੋ ਕਿ ਐਤਕੀ ਵੈਸੇ ਮੈਨੂੰ ਆਸ ਹੈ, ਮੈਂ ਫਿਰ ਕਹਿੰਦਾ, ਜਿਹੜੇ ਸੀਨੀਅਰ ਜੂਨੀਅਰ ਮੀਤ ਪ੍ਰਧਾਨ ਪਿੰਡਾਂ ਦੇ ਲੀਡਰਾਂ ਹੀ ਤੁਹਾਡੀ ਬਹੁਤ ਰਿਸਪੈਕਟ ਕਰਦੇ, ਇੱਜ਼ਤ ਕਰਦੇ, ਤੁਸੀਂ ਸਿਆਸੀ ਪਾਰਟੀਆਂ ਨਾਲ ਜੁੜੇ ਰਹੋ, ਪਰ ਉਹਨਾਂ ਦੇ ਨਾਲ ਐਦਾਂ ਨਾ ਜੁੜੋ ਵੀ ਉਹ ਤੁਹਾਨੂੰ ਜਿੱਥੋਂ ਮਰਜ਼ੀ ਲਾ ਕੇ ਤੇ ਜਿੱਥੇ ਮਰਜ਼ੀ ਜੋੜ ਦੇਣ। ਤੁਸੀਂ ਪੰਜਾਬ ਦੇ ਮੁੱਦੇ ਨਾਲ ਲੈ ਕੇ ਜੁੜੋ, ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਲੀਡਰ ਡਿਵੈਲਪਮੈਂਟ ਦੀ ਜਗ੍ਹਾ ਦੇ ਉੱਤੇ ਇਕੱਲਾ ਚਿੱਕੜ ਦਾ ਟੋਕਰਾ ਚੱਕੀ ਫਿਰਦਾ, ਉਹਨੂੰ ਕਹੋ ਭਾਈ ਸਾਹਿਬ 1 ਮਿੰਟ ਟੋਕਰਾ ਲਾ ਕੇ ਤੇ ਆਹ ਡਿਵੈਲਪਮੈਂਟ ਵਾਲਾ ਟੋਕਰਾ ਜਿਹੜਾ ਆਪਣੇ ਸਿਰ ਤੇ ਰੱਖੋ, ਪਾਲਿਸੀ ਦੱਸੋ। ਥੋੜੀ ਜਿਹੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, 13 ਉਮੀਦਵਾਰ ਹੋਰ ਐਲਾਨ ਦਿੱਤੇ ਆ ਤੇ ਕੁੱਲ ਉਮੀਦਵਾਰਾਂ ਦੀ ਗਿਣਤੀ ਹੋ ਗਈ 73। ਹੁਣ 73 ਉਮੀਦਵਾਰ ਜਿਹੜੇ ਆ ਗਏ ਤੇ ਉਹਦੇ ਵਿੱਚੋਂ ਰੋਪੜ ਵਾਲੀ ਸੀਟ ਦਾ ਪੰਗਾ ਪੈ ਗਿਆ। ਤੁਸੀਂ ਦੇਖੋ ਕਿ ਇੱਕ MLA ਦੀ ਟਿਕਟ ਕੱਟ ਦਿੱਤੀ, ਤੇ ਇਹ ਵੀ ਯਾਦ ਹੋਏਗਾ ਕਿ ਉਹ ਪਹਿਲਾਂ ਇੱਕ ਵਾਰੀ ਕਾਂਗਰਸ ਵਿੱਚ ਘੁੰਮ ਕੇ ਆਏ ਆ ਵਾਪਸ। ਅਮਰਜੀਤ ਸਿੰਘ ਸੰਧੂਆ ਰੋਪੜ ਤੋਂ MLA ਨੇ ਆਮ ਆਦਮੀ ਪਾਰਟੀ ਦੇ, ਤੇ ਆਮ ਆਦਮੀ ਪਾਰਟੀ ਨੂੰ ਉੱਥੋਂ ਟਿਕਟ ਕਿਹਨੂੰ ਦਿੱਤੀ ਹੈ? ਉੱਥੋਂ ਟਿਕਟ ਦਿੱਤੀ ਹੈ RTI ਯਾਨੀ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਐਕਟਿਵਿਸਟ ਨੇ ਦਿਨੇਸ਼ ਚੱਡਾ। ਪਿਛਲੀ ਵਾਰੀ ਵੀ ਦਾਅਵੇਦਾਰ ਸੀ ਟਿਕਟ ਦੇ, ਨਹੀਂ ਮਿਲੀ। ਇਹਦੇ ਬਾਵਜੂਦ ਵੀ ਪਾਰਟੀ 'ਚ ਹੀ ਰਹੇ, ਲਗਾਤਾਰ ਕੰਮ ਕਰਦੇ ਰਹੇ,
ਚੁਣੌਤੀਆਂ ਦਿੰਦੇ ਰਹੇ, ਅੰਕੜੇ ਲਿਆ ਕੇ ਸਾਹਮਣੇ ਰੱਖਦੇ ਰਹੇ। ਯਾਨੀ ਹੁਣ MLA ਦੀ ਟਿਕਟ ਕੱਟ ਕੇ ਉਹਨਾਂ ਨੂੰ ਦੇਤੀ ਆ। ਸੰਧੂਆ ਸਾਹਿਬ ਵੀ ਥੋੜ੍ਹਾ ਜਿਹਾ ਬੋਲੇ ਆ, ਪਰ ਇਹਦੇ ਨਾਲ ਇੱਕ ਗੱਲ ਤਾਂ ਕਲੀਅਰ ਹੋ ਰਹੀ ਹੈ ਕਿਤੇ ਨਾ ਕਿਤੇ ਕਿ ਭਾਈ ਤੁਸੀਂ ਕਿਸੇ ਵੀ ਪਾਰਟੀ ਦੇ ਵਿੱਚ ਹੋਵੋ, ਪੱਤਾ ਪੁੱਤਾ ਤੁਹਾਡਾ ਕੱਟਿਆ ਜਾ ਸਕਦਾ। 16-17 ਕਾਂਗਰਸ ਵਾਲੇ ਵੀ ਕਹਿੰਦੇ ਥੋੜ੍ਹੇ ਜਿਹਾ ਖਤਰੇ ਵਾਲੇ ਘੁੱਗੂ ਦੇ ਨੇੜੇ ਤੇੜੇ ਘੁੰਮ ਰਹੇ ਆ। ਇਹਦੇ ਤੋਂ ਇਲਾਵਾ ਟਾਂਡੇ ਤੋਂ ਜਸਵੀਰ ਸਿੰਘ ਰਾਜਾ ਗਿੱਲ ਪਿਛਲੀ ਵਾਰੀ ਵੀ ਕੈਂਡੀਡੇਟ ਸੀ, ਫਿਰ ਉਮੀਦਵਾਰ ਬਣਾਤੇ। ਸੰਗਰੂਰ ਤੋਂ ਨਰਿੰਦਰ ਕੌਰ ਭਰਾਜ, ਉਹ ਵੀ ਪੁਰਾਣੀ ਬੀਬੀ ਇਹਨਾਂ ਦੇ ਨਾਲ ਜੁੜੀ ਹੋਈ ਹੈ ਤੇ ਲਗਾਤਾਰ ਸਰਗਰਮ ਰਹੀ, ਉਮੀਦਵਾਰ ਉਹ ਨੇ। ਕਰਮਵੀਰ ਸਿੰਘ ਘੁੰਮਣ ਹੋਰਾਂ ਨੂੰ ਦਸੂਹੇ ਤੋਂ ਟਿਕਟ ਦੇਤੀ ਹੈ। ਇਸੇ ਤਰੀਕੇ ਰਣਜੀਤ ਸਿੰਘ ਰਾਣਾ ਹੋਰੀ ਪਿਛਲੀ ਵਾਰੀ ਮੇਰੇ ਖਿਆਲ ਕਾਂਗਰਸ ਦੇ ਕੈਂਡੀਡੇਟ ਸੀ ਭੁਲੱਥ ਤੋਂ, ਮੈਂ ਸ਼ਾਇਦ ਪੱਕਾ ਨਹੀਂ ਦੱਸ ਸਕਦਾ, ਤੇ ਐਤਕੀ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਉਹ ਚੋਣ ਲੜਨਗੇ। ਲਗਾਤਾਰ ਹੁਣ 73 ਹੋ ਗਏ ਭਾਈ, ਜੇ ਗੱਠਜੋੜ ਹੋਣਾ ਸੀਟਾਂ ਥੋੜ੍ਹੀਆਂ ਵੱਜਦੀਆਂ। ਹਾਂਜੀ ਉਹ ਤਾਂ ਗੱਲ ਹੈਗੀ ਆ। ਬਾਕੀ ਮੈਂ ਉਹ ਰਾਣਾ ਹੋਣ ਵਾਲੀ ਗੱਲ ਤਾਂ ਇੱਦਾਂ ਕਹੀ ਵੀ ਉੱਥੇ ਨਾ ਉਸ ਹਲਕੇ 'ਚ ਐਤਕੀ ਇਸ ਚੀਜ਼ ਦਾ ਬੜਾ ਚੱਕਰ ਪੈਣਾ ਵੀ ਇਹ ਬਹੁਤ ਸਤਿ ਸ੍ਰੀ ਅਕਾਲ ਬੁਲਾ ਕੇ ਗਿਆ, ਇਹ ਫਿਰ ਕਾਂਗਰਸ ਨਹੀਂ ਮਾਤਾ ਹੁਣ ਇਹ ਆਮ ਆਦਮੀ ਪਾਰਟੀ ਵਾਲਾ ਹੀ ਕਾਂਗਰਸ ਉਹ ਤਾਂ ਖੈਰਾ ਨਹੀਂ ਸੀ, ਨਹੀਂ ਉਹ ਹੁਣ ਕਾਂਗਰਸ ਵਾਲੇ ਪਾਸੇ ਉਹ ਬਲਾਥ ਹਲਕੇ 'ਚ ਤਾਂ ਚਲੋ ਸਾਰਾ ਕੁਝ ਹੋਣਾ। ਅੱਛਾ ਹੁਣ ਆਪਾਂ ਇਹ ਗੱਲਾਂ ਕਰਦੇ ਚੰਨੀ ਸਾਹਿਬ ਦੀ ਗੱਲ ਜ਼ਰੂਰ ਕਰ ਲਈਏ। ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਦੀਆਂ ਫੋਟੋਆਂ ਤਸਵੀਰਾਂ ਨਜ਼ਰ ਆਈਆਂ ਨੇ ਲੋਕਾਂ ਨੂੰ ਲੰਗਰ ਛਕਾਉਂਦਿਆਂ ਦੀਆਂ, ਕਹਿੰਦੇ ਸੇਵਾ ਭਾਵਨਾ ਬਹੁਤ ਹੱਥ 'ਚ ਬਾਲਟੀ ਤੇ ਸੇਵਾ ਕਰਦੇ ਨਜ਼ਰ ਆਏ। 4 ਤਸਵੀਰਾਂ ਨੇ, ਤੁਸੀਂ ਸਿਰਫ ਇੱਕ ਮੈਂ ਦੇਖਿਆ ਲੀਡਰ ਜਿਹੜੇ ਬੰਦੇ ਨਾ ਹੁੰਦੇ, ਮੈਂ ਬਾਕੀਆਂ ਦੇ ਬਾਅਦ ਹੰਸਰਾਜ ਹੰਸੋਣ ਵਾਲੀ 'ਚ ਬਾਅਦ 'ਚ ਆਉਣੇ, ਪਹਿਲਾਂ ਇੰਨੀ ਕੁ ਗੱਲ ਕਰ ਲਈ। ਭਾਜੀ ਉਹਨਾਂ ਨੇ ਫੁੱਟਬਾਲ ਵੀ ਖੇਡਿਆ, ਉਹਨਾਂ ਨੇ ਕ੍ਰਿਕਟ ਵੀ ਖੇਡੀ, ਉਹਨਾਂ ਚੱਲਦੇ ਲੰਗਰ ਤੋਂ ਪਹਿਲਾਂ ਕੰਮ ਚੱਲਣਾ ਨਾ, ਕੀ ਕਰਦੇ। ਚਲੋ ਠੀਕ ਹੈ। ਫਤਿਹਗੜ੍ਹ ਸਾਹਿਬ ਦੀ ਧਰਤੀ ਪਾਵਨ ਪਵਿੱਤਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ, ਤੇ ਵੈਸੇ ਤਾਂ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਕੋਈ ਰਾਜਨੀਤੀ ਹੋਣੀ ਨਹੀਂ ਚਾਹੀਦੀ, ਪਰ ਸਾਰਾ ਪੰਜਾਬ ਇਸ ਵੇਲੇ ਰਾਜਨੀਤੀ ਦੇ ਭਾਰ ਥੱਲੇ ਆਇਆ ਪਿਆ। ਉੱਥੇ ਉਹ ਮੱਥਾ ਟੇਕਣ ਵੀ ਗਏ, ਸੁਖਬੀਰ ਸਿੰਘ ਬਾਦਲ ਹੋਰੀ ਵੀ ਨਤਮਸਤਕ ਹੋਏ, ਹੋਰ ਵੀ ਕਈ ਸਿਆਸੀ ਪਾਰਟੀਆਂ ਦੇ ਲੀਡਰ ਨਤਮਸਤਕ ਹੋਏ। ਤੇ ਉੱਥੇ ਫਿਰ ਚੰਨੀ ਸਾਹਿਬ ਨੇ ਕਹਿ ਦਿੱਤਾ, ਕਹਿੰਦੇ ਪ੍ਰਕਿਰਿਆ ਸ਼ੁਰੂ ਕਰਤੀ ਹੈ, ਸਿੱਖ ਕੈਦੀ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਰਿਹਾਈ ਕਰਾਂਗੇ। ਪ੍ਰੋਸੈਸ ਥੋੜ੍ਹਾ ਜਿਹਾ ਹੁੰਦਾ ਪਰ ਅਸੀਂ ਸਟਾਰਟ ਕਰਤਾ। ਨਹੀਂ ਇਹ ਉਹਨਾਂ ਨੇ ਉੱਥੇ ਦੇ ਹਿਸਾਬ ਨਾਲ ਬਿਆਨ ਦੇ ਲਿਆ। ਨਾਲੇ ਚਲੋ ਲੰਗਰ ਛਕਾਇਆ, ਪਰ ਮੈਂ ਥੋੜ੍ਹੀ ਜਿਹੀ ਫੋਟੋ ਦੇਖਦਾ ਸੀਗਾ ਵੀ ਲੰਗਰ ਜਿਸ ਬੰਦੇ ਨੂੰ ਵਰਤਾਇਆ ਜਾ ਰਿਹਾ ਉਹ ਘੱਟ ਨਜ਼ਰ ਆਉਂਦਾ ਸੀ, ਤੇ ਜਿਹੜੇ ਬੰਦੇ ਨਾਲ ਸਿਕਿਉਰਿਟੀ ਵਾਲੇ ਉਹ ਜ਼ਿਆਦਾ ਨਜ਼ਰ ਆਉਂਦੇ ਸੀ, ਤੇ ਜਾਂ ਫੋਟੋਆਂ ਖਿੱਚਣ ਵਾਲੇ ਉਹ ਜ਼ਿਆਦਾ ਨਜ਼ਰ ਆਉਂਦੇ ਸੀ। ਮੈਂ ਵੈਸੇ ਕੁਦਰਤੀ ਸੋਚਦਾ ਵੀ ਹੁਣ ਜਿਹੜਾ ਬੰਦਾ ਉੱਪਰ ਜੋ ਮਰਜ਼ੀ ਹੋ ਗਿਆ ਉਹ ਕੋਈ ਬੰਦਾ ਸਾਹਮਣੇ ਆਇਆ ਤਾਂ ਹੈ ਨਹੀਂ, ਜਿਹੜੇ ਬੰਦੇ ਨੇ ਉੱਥੇ ਉਹ ਜੋ ਵੀ ਦਾਲ ਫੁਲਕਾ ਛਕਿਆ ਹੋਊਗਾ ਉੱਥੇ ਬਹਿ ਕੇ, ਉਹ ਬੰਦੇ ਦੀ ਤੁਸੀਂ ਵਿਅਥਾ ਖੁਦ ਉੱਥੇ ਬੈਠ ਕੇ ਸੋਚੋਗੇ। ਆਪਾਂ ਉੱਥੇ ਬੈਠੇ ਹਾਂ, ਪਿੱਛੋਂ ਵੀ ਧੱਕਾ ਵੱਜਣ ਡਿਆ ਸੀ ਤੇ ਅਗਲਾ ਬੰਦਾ ਵਰਤਾ ਕੇ ਚੱਲ ਗਿਆ, ਤੇ 5-4 ਦਗੜ ਹੋਰ ਬੰਦੇ ਨਾਲ ਤੁਰੇ ਫਿਰਦੇ ਆ, ਤੇ ਉਹ ਵਿਚਾਰਾ ਨਾਲ ਇਹ ਸੋਚਦਾ ਹੋਊਗਾ ਵੀ ਮੇਰੇ ਦਾਲ ਜਿਹੜੀ ਮੇਰੇ ਉੱਤੇ ਨਾ ਪੈ ਜੇ, ਤੇ ਜਾਂ ਮੇਰੇ ਨਾਲ ਬਣ ਕੀ ਰਿਹਾ। ਮੈਨੂੰ ਕੋਈ ਇਤਰਾਜ਼ ਨਹੀਂ, ਬੰਦਾ ਸੇਵਾ ਕਰੇ, ਚੀਜ਼ ਸਦਕੇ ਕਰੇ, ਪਰ ਇੰਨਾ ਜ਼ਰੂਰ ਵੇਖ ਲੈ ਵੀ ਜੇ ਆਪਾਂ ਯਾਰ ਇਹ ਸਾਰਾ ਕੁਛ ਕਰਦੇ ਹਾਂ VIP ਪੁਣਾ ਨਹੀਂ ਛੱਡਣਾ, ਤੇ ਫਿਰ ਲੋੜ ਕੀ ਹੈ। ਹਾਂ ਨਹੀਂ ਚਲੋ ਸੰਧਾਲੀਆ ਸਾਹਿਬ ਤੁਸੀਂ ਵੱਡੇ ਬੰਦੇ ਨੇ, ਮੈਂ ਤਾਂ ਬੇਨਤੀ ਕੀਤੀ, ਕਿਉਂਕਿ ਹੱਥ ਜੋੜੋ ਨਾ ਜੜਾਉਣਗੇ ਅਗਲੇ ਕਿਤੇ ਜਿੱਦਾਂ ਤੁਸੀਂ ਬੇਨਤੀ ਕਰਦੇ ਆ ਨਾ। ਨਹੀਂ ਮੈਂ ਦੇਖੋ ਜਿਹੜੀ ਚੀਜ਼ ਦਾ ਇਤਰਾਜ਼ ਆ ਭਾਈ, ਚਲੋ ਇਤਰਾਜ਼ ਦੇਖੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਇਸੇ ਕਰਕੇ ਸ਼ਬਦ ਬੋਲਿਆ ਸੀ ਕਿ ਰਾਜਨੀਤੀ ਜਿਹੜੀ ਕੁਛ ਥਾਵਾਂ ਤੇ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਜੇ ਕੋਈ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ, ਮੈਨੂੰ ਨਹੀਂ ਲੱਗਦਾ ਕਿ ਉਹ ਉਹ ਪੰਜਾਬ ਦੇ ਲੋਕਾਂ ਲਈ ਥੋੜ੍ਹੀ ਜਾਂਦਾ ਹੈ। ਜੇ ਕੋਈ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਗਿਆ, ਪੰਜਾਬ ਦੇ ਲੋਕਾਂ ਲਈ ਥੋੜ੍ਹੀ ਗਏ, ਤੁਸੀਂ ਆਪ ਗਏ ਹੋ, ਆਪਣੇ ਲਈ ਗਏ ਹੋ। ਤੇ ਜੇ ਉਹ ਵੀ ਦਿਖਾਇਆ ਜਾਂਦਾ ਫਿਰ ਤਾਂ ਔਖਾ ਹੀ, ਬਸ ਆਹੀ ਗੱਲ ਹੈ ਨਾ, ਫਿਰ ਤਾਂ ਔਖਾ ਹੀ। ਉਹ ਕੋਈ ਵੀ ਪਾਰਟੀ ਦਾ ਕੋਈ ਵੀ ਬੰਦਾ ਹੋਵੇ। ਬਾਕੀ ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ ਡੇਰਾ ਮੁਰਾਦ ਸ਼ਾਹ ਨਕੋਦਰ ਮਸ਼ਹੂਰ ਬੜਾ ਹੈ। ਉੱਥੇ ਫਿਰ ਪਹਿਲਾਂ ਕਹਿੰਦੇ ਸੀ ਰੱਦ ਹੋ ਗਿਆ, ਮੌਸਮ ਖਰਾਬ, ਸ਼ਾਇਦ ਹੈਲੀਕਾਪਟਰ ਨੇ, ਤਾਂ ਫਿਰ ਦੇਰ ਰਾਤ ਆ ਵੀ ਗਏ। ਉੱਥੇ ਜਾ ਕੇ ਫਿਰ ਕਹਿੰਦੇ ਕਵਾਲੀਆਂ ਤੇ ਮੰਤਰ ਮੁਗਤ ਵੀ ਹੋਏ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਆਉਂਦੀਆਂ ਨੇ ਨਾ, ਕਵਾਲੀ ਸੁਣਨੀ ਵੀ ਕਿਸੇ ਨੂੰ ਆਉਂਦੀ ਹੁੰਦੀ ਹੈ। ਉਹਦੇ ਤੋਂ ਬਾਅਦ ਫਿਰ ਹੰਸਰਾਜ ਹੰਸੋਰੀ ਜਿਹੜੇ ਕਿਉਂਕਿ ਪ੍ਰਬੰਧਕਾਂ ਦੀ ਟੀਮ 'ਚੋਂ ਨੇ, ਉਹਨਾਂ ਦੇ ਨਾਲ ਫਿਰ ਉਹਨਾਂ ਨੇ ਸਨਮਾਨਿਤ ਵੀ ਕੀਤਾ। ਕਹਿੰਦੇ ਬੰਦ ਕਮਰਾ ਮੀਟਿੰਗ ਹੋਈ ਹੈ, ਤੇ ਹੰਸਰਾਜ ਹੰਸੋਰਾ ਨੇ ਕਿਹਾ ਮੈਂਬਰ ਪਾਰਲੀਮੈਂਟ ਨੇ, ਉਹ ਕਹਿੰਦੇ ਇੱਥੇ ਅਸੀਂ ਕੋਈ ਸਿਆਸੀ ਗੱਲ ਨਹੀਂ ਕਰਦੇ ਹੁੰਦੇ। ਹਾਂਜੀ ਚਲੋ ਉਹਨਾਂ ਨੇ ਕਿਹਾ ਮੰਨਣੀ ਪੈਣੀ, ਹੁਣ ਕੀ ਕਰ ਸਕਦੇ, ਉਹ ਕਿਹੜਾ ਬੰਦੇ ਸਿਆਸੀ ਨਹੀਂ ਆ। ਚਲੋ ਮਤਲਬ ਕੁੱਲ ਮਿਲਾ ਕੇ ਇਹ ਹੋ ਗਿਆ ਵੀ ਜਿਵੇਂ ਹੁਣ ਪੰਜਾਬ ਦੀਆਂ ਇਲੈਕਸ਼ਨਾਂ ਨੇੜੇ ਆਉਂਦੀਆਂ ਨੇ, ਤਿਵੇਂ ਬਹੁਤ ਸਾਰਾ ਕੁਝ ਵਾਪਰ ਰਿਹਾ। ਇਹ ਸਾਰੇ ਕੁਝ ਨੂੰ ਮੇਰਾ ਖਿਆਲ ਹੈ ਵੀ 1-2 ਥਾਵਾਂ ਤੋਂ ਸੁਣ ਕੇ ਵੇਖ ਕੇ ਭਾਵੁਕ ਨਹੀਂ ਹੋਣਾ ਚਾਹੀਦਾ, ਸਿਰਫ ਉਹਦਾ ਐਨਾਲਿਸਿਸ ਕਰਨ ਦੀ ਲੋੜ ਹੈ। ਕਿਉਂਕਿ ਜੇ ਪਿਛਲੇ ਆਪਾਂ ਸਾਲ ਇੱਕ ਦੀ ਗੱਲ ਕਰੀਏ ਤਾਂ ਇੱਕ ਸਾਲ 'ਚ ਪੰਜਾਬੀਆਂ ਨੇ ਬਹੁਤ ਐਨਾਲਿਸਿਸ ਕੀਤਾ ਵੀ ਆਹ ਸਹੀ ਆ, ਗਲਤ ਆ, ਇੱਦਾਂ ਆ। ਉਹ ਐਨਾਲਿਸਿਸ ਸਿਰਫ 2-3 ਮਹੀਨੇ ਹੋਰ ਕਰਨ ਦੀ ਲੋੜ ਹੈ, ਬਹੁਤ ਕੁਝ ਕਲੀਅਰ ਹੋ ਜਾਊਗਾ ਮੇਰੇ ਖਿਆਲ। ਨਹੀਂ ਇੱਦਾਂ ਹੀ ਆ ਜੀ, ਆਪਾਂ ਤਾਂ ਕਹਿੰਦੇ ਆ ਕਿ ਸਾਰੇ ਬੰਦੇ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਆ ਰੱਜ ਜਮ ਲੜੋ, ਪਰ ਖਰਚ ਨਾ ਕਰਿਓ ਐਤਕੀ, ਖਰਚ ਨਾ ਕਰਿਓ, ਨਸ਼ਾ ਨਾ ਵੰਡੋ ਬੇ, ਇੱਕ ਦੂਜੇ ਨੂੰ ਹੁੱਜਾ ਨਾ ਮਾਰੋ,
ਮੁੱਦੇ ਮੋਟੇ ਨੇ। ਪੰਜਾਬ ਦੇ ਲੋਕ ਮੁੱਦਿਆਂ ਦੇ ਨਾਲ ਜੁੜੇ ਰਹੋ, ਪਾਰਟੀਆਂ ਦਾ ਨਹੀਂ। ਅਸੀਂ ਕਿਸੇ ਦੀ ਗਰੰਟੀ ਨਹੀਂ ਲੈਂਦੇ ਕੌਣ ਕਿੱਧਰ ਨੂੰ, ਇਹਨਾਂ ਚੋਂ ਕਿਸਾਨਾਂ ਚੋਂ ਇੱਕ ਦੋ ਇੱਧਰ ਉੱਧਰ ਚੱਲ ਜਾਣਾ ਹੀ ਕਹਿ ਸਕਦੇ ਹਾਂ। ਕੋਈ ਸਿਆਸੀ ਪਾਰਟੀ ਦਾ ਬੰਦਾ ਇੱਧਰ ਉੱਧਰ ਚੱਲ ਜਾਏ। ਹੁਣ ਤੁਸੀਂ ਦੇਖੋ ਕਿ ਬੇਟੀ ਵੀ ਬਣੀ ਮਨਜਿੰਦਰ ਸਿੰਘ ਸਿਰਸਾ ਸਾਹਿਬ, ਅਮਿਤ ਸ਼ਾਹ ਸਾਹਿਬ ਉਹਨਾਂ ਦੇ ਘਰੇ ਗਿਆ, ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ, ਵੈਸੇ ਹੀ ਸਮਾਜਿਕ ਤੌਰ ਦੇ ਉੱਤੇ ਗਏ। ਯਾਨੀ ਕੁਝ ਵੀ ਹੋ ਸਕਦਾ ਕਿਸੇ ਵੇਲੇ, ਤੇ ਜਦੋਂ ਕੁਝ ਵੀ ਕਿਸੇ ਵੇਲੇ ਵੀ ਹੋ ਸਕਦਾ ਤੇ ਉਸ ਵੇਲੇ ਫਿਰ ਭਾਈ ਧਿਆਨ ਰੱਖਣਾ ਚਾਹੀਦਾ। ਸਿਹਤ, ਸਿੱਖਿਆ, ਰੁਜ਼ਗਾਰ, ਪਾਣੀ, ਤੁਹਾਡੀਆਂ ਫਸਲਾਂ, ਤੁਹਾਡੀ ਖੇਤੀ, ਜੇ ਇੱਧਰਲੇ ਪਾਸੇ ਨੂੰ ਧਿਆਨ ਰੱਖਾਂਗੇ, ਰਿਸ਼ਵਤਖੋਰੀ ਤੋਂ ਮੁਕਤੀ, ਮੁੱਦੇ ਆਹੀ ਨੇ। ਇਹਦੇ ਤੋਂ ਬਿਨਾਂ ਇਹ ਨਾ ਦੇਖਿਓ ਕਿ ਜਿੰਨੇ ਵੱਧ ਪੱਟਾਂ ਤੇ ਥਾਪੀਆਂ ਮਾਰ ਨੀਲ ਪਾ ਲਿਆ ਕਿ ਵੋਟਾਂ ਉਹਨੂੰ ਪਾਉਣੀਆਂ, ਜਾਂ ਕਿਹਦੇ ਨਾਲ ਕਿੰਨੀਆਂ ਕਾਰਾਂ ਆਉਂਦੀਆਂ, ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਕਾਰ ਦੇ ਵਿੱਚ ਝੂਟਾ ਇਲੈਕਸ਼ਨ ਤੋਂ ਬਾਅਦ ਨਹੀਂ ਮਿਲਣਾ। ਉਹ ਉਹਨਾਂ ਦੀਆਂ ਨੇ, ਉਹਨਾਂ ਦੀਆਂ ਰਹਿਣੀਆਂ। ਇੱਕ ਆਪਾਂ ਜ਼ਰੂਰ ਗੱਲ ਕਲੀਅਰ ਕਰ ਦਈਏ, ਕੱਲ੍ਹ ਦਾ ਬਹੁਤ ਰੌਲਾ ਪਿਆ ਸੀ ਇਸ ਚੀਜ਼ ਦਾ, ਆਪਾਂ ਕੱਲ੍ਹ ਗੱਲ ਕਰਨੀ ਸੀ, ਕੀਤੀ ਨਹੀਂ ਕਿਉਂਕਿ ਉਹ ਕਲੈਰੀਫਾਈ ਨਹੀਂ ਸੀ ਹੋਈ। ਖੇਤੀ ਮੰਤਰੀ ਨੇ ਤੋਮਰ ਸਾਹਿਬ, ਉਹਨਾਂ ਨੇ ਇੱਕ ਦਿਨ ਪਹਿਲਾਂ ਬਿਆਨ ਦਿੱਤਾ ਕਿ ਵੀ ਹਾਂਜੀ ਅਸੀਂ ਦੇਖੋ ਜੀ 17 ਸਾਲਾਂ 'ਚ ਕੁਛ ਨਹੀਂ ਹੋਇਆ ਸੀ, ਸਾਡੀ ਸਰਕਾਰ ਨੇ ਨਵੇਂ ਕਾਨੂੰਨ ਲਿਆਂਦੇ ਐਂਡ ਉਹਨਾਂ ਕਾਨੂੰਨਾਂ ਨੂੰ ਕਿਉਂਕਿ ਕੁਝ ਲੋਕਾਂ ਨੂੰ ਨਹੀਂ ਸੀ ਠੀਕ ਲੱਗਦੇ, ਇਸ ਕਰਕੇ ਅਸੀਂ ਵਾਪਸ ਲੈ ਲਏ, ਪਰ ਅਸੀਂ ਪਿੱਛੇ ਨਹੀਂ ਹਟੇ, ਅਸੀਂ ਫਿਰ ਅੱਗੇ ਆਵਾਂਗੇ ਕਿਉਂਕਿ ਖੇਤੀ ਦੇ ਵਿੱਚ ਨਿੱਜੀ ਨਿਵੇਸ਼ ਦੀ ਲੋੜ ਹੈ। ਇੰਨੀ ਕੁ ਗੱਲ ਦਾ ਹਿਸਾਬ ਇਹੀ ਕੱਢਿਆ ਗਿਆ। ਵੈਸੇ ਤਾਂ ਬਣਦਾ ਵੀ ਇਹੀ ਸੀਗਾ ਵੀ ਦੁਬਾਰਾ ਕਾਨੂੰਨ ਲਿਆਉਣ ਦੀ ਗੱਲ ਹੈ, ਕਿਉਂਕਿ ਬੜੇ ਬੰਦਿਆਂ ਦੇ ਬਿਆਨ ਆਏ ਸੀਗੇ। ਹੁਣ ਇਸੇ ਚੀਜ਼ ਦੇ ਉੱਪਰ ਜਦੋਂ ਰੌਲਾ ਰੱਪਾ ਪਿਆ ਤੇ ਤੋਮਰ ਸਾਹਿਬ ਨੂੰ ਫੇਰ ਪੁੱਛ ਲਿਆ ਅਗਲੀ ਥਾਂ ਦੇ ਪੱਤਰਕਾਰਾਂ ਨੇ ਵੀ ਮਹਾਰਾਜ ਤੋਮਰ ਸਾਹਿਬ ਇਹਦਾ ਮਤਲਬ ਫਿਰ ਤਿਆਰੀ ਹੈ ਜੀ ਦੁਬਾਰਾ ਲਿਆਉਣ ਦੀ? ਕਹਿੰਦਾ ਨੋ ਨੋ ਨੋ, ਇਹ ਮੇਰੇ ਬਿਆਨ ਨੂੰ ਬਿਲਕੁਲ ਗਲਤ ਮਤਲਬ ਨਿਕਾਲਾ ਗਿਆ ਹੈ, ਐਸਾ ਕੁਛ ਨਹੀਂ ਹੈ। ਮਤਲਬ ਉਹਨਾਂ ਨੇ ਕਲੀਅਰ ਕਰਤਾ ਵੀ ਅਸੀਂ ਦੁਬਾਰਾ ਇਹੋ ਜਿਹੇ ਜਿਹੜੇ ਕਾਨੂੰਨ ਨੇ ਉਹ ਨਹੀਂ ਲਿਆ ਰਹੇ। ਉਹ ਜਿਹੜਾ ਬਿਆਨ ਸੀਗਾ ਉਹਨੂੰ ਤੋੜ ਮਰੋੜ ਕੇ, ਜਿਵੇਂ ਆਮ ਤੌਰ 'ਤੇ ਲੀਡਰ ਕਹਿੰਦੇ ਹੁੰਦੇ, ਉੱਦਾਂ ਪੇਸ਼ ਕੀਤਾ, ਥੋੜ੍ਹਾ ਗੁੱਛੀ ਕਰਕੇ ਪੇਸ਼ ਕੀਤਾ ਗਿਆ ਸੀ। ਦੇਖੋ ਕਾਂਗਰਸੀਆਂ ਨੇ ਸਪਸ਼ਟੀਕਰਨ ਮੰਗ ਲਿਆ ਸੀ ਤੇ ਉਹਨਾਂ ਨੇ ਨਾਲ ਇਹ ਵੀ ਕਹਿਤਾ, ਕਹਿੰਦੇ ਬਿਲਕੁਲ ਕਾਨੂੰਨ ਵਾਪਸ ਨਹੀਂ ਆ ਰਿਹਾ ਤੇ ਕਾਂਗਰਸੀ ਭਰਮ ਫੈਲਾ ਰਹੇ ਆ, ਭੁਲੇਖੇ 'ਚ ਪਾ ਰਹੇ ਆ ਲੋਕਾਂ ਨੂੰ। ਠੀਕ ਠਾਕ ਜਾਂ ਚੰਗੇ ਤਰੀਕੇ ਬਿਆਨ ਦੇਣੇ ਚਾਹੀਦੇ ਆ ਕਾਂਗਰਸੀਆਂ ਨੂੰ ਵੀ, ਭਾਜਪਾਈਆਂ ਨੂੰ ਵੀ, ਅਕਾਲੀਆਂ ਨੂੰ ਵੀ। ਬਾਕੀ ਪਾ ਖਾਣੀਆਂ ਤਾਂ ਦੋ ਰੋਟੀਆਂ ਹੀ ਆ, ਤੁਸੀਂ 4 ਖਾਣੀਆਂ, ਮੈਂ 2 ਖਾਣੀਆਂ, ਮਸਲਾ ਤਾਂ ਇੱਥੇ ਖਲੋਤਾ ਹੀ। ਇਹ ਹੁਣ ਟਾਈਮ ਦੱਸੋ ਵੀ ਕੌਣ ਕਿੰਨੀਆਂ ਖਾਂਦਾ ਹੈ, ਕੌਣ ਖੀਰ, ਨਹੀਂ ਇਹ ਕੌਣ ਖੀਰ ਨੂੰ ਪੈਂਦਾ ਹੀ। ਆਹੋ ਦੇਖੋ ਖੀਰ ਦਾ ਕੀ ਆ, ਖੀਰ ਤਾਂ ਅਗਲੇ ਬਣਾ ਹੀ ਦਿੰਦੇ ਆ ਜਿੱਥੇ ਜਾਂਦੇ। ਬਾਕੀ ਸੰਧਾ ਵਾਲੀ ਸਾਹਿਬ ਇਹ ਵੀ ਆ, ਇਹ ਤੁਸੀਂ ਇੱਦਾਂ ਕਹਿਣਾ ਸੀ ਨਾ, ਤਾਂ ਇਹਨੂੰ 2 ਤੂੰ ਤਾਂ ਖਾਏਂਗਾ ਜੇ ਤੈਨੂੰ ਦਿਆਂਗੇ। ਚਲਿਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਬੇਨਤੀ ਜ਼ਰੂਰ ਮੈਂ ਕਰਾਂ ਐਂਡ 'ਤੇ ਵੀ ਤੁਹਾਨੂੰ ਕਿ ਵੀ ਬਹੁਤ ਕੁਛ ਇਹਨਾਂ 2-3 ਮਹੀਨਿਆਂ 'ਚ ਤੁਹਾਨੂੰ ਅਲੱਗ-ਅਲੱਗ ਪਲੇਟਫਾਰਮ ਤੋਂ ਸੁਣਨ ਨੂੰ, ਦੇਖਣ ਨੂੰ ਮਿਲਣਾ। ਕਿਸੇ 'ਤੇ ਯਕੀਨ ਨਹੀਂ ਕਰਨਾ ਸਾਡੇ ਸਮੇਤ, ਸਿਰਫ ਅਸੀਂ ਹਰੇਕ ਚੀਜ਼ ਦੀ ਗੱਲ ਨੂੰ ਸੁਣਿਓ, ਉਸ ਤੋਂ ਬਾਅਦ ਉਹਦਾ ਐਨਾਲਿਸਿਸ ਕਰਿਓ ਵੀ ਵਾਧਾ ਘਾਟਾ ਕਿੱਥੇ ਕਿੰਨਾ ਗਾ, ਆਪਣੇ ਆਪ ਹੀ ਤਸਵੀਰ ਕਲੀਅਰ ਹੋ ਜਾਣੀ ਹੈ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।